दोस्तों मेरे पिछे पिंड रॉके कलां मैं एक इहो ਜਿਹੇ 15 ਮੈਂਬਰੀ ਕਮੇਟੀ ਨੂੰ ਮਿਲਿਆ ਜਿਨ੍ਹਾਂ ਦੇ ਆਗੂ ਮੈਨੂੰ ਉਹਨਾਂ ਨੇ ਦੱਸਿਆ ਵੀ ਕਿਵੇਂ ਇੱਕ ਉਹਨਾਂ ਦੇ ਅੰਦਰ ਇੱਕ ਜਾਗ੍ਰਿਤੀ ਦੀ ਲਹਿਰ ਦੌੜੀ, ਇੱਕ ਜਜ਼ਬੇ ਦੀ ਲਹਿਰ ਦੌੜੀ ਇਸ ਕਰਕੇ ਕਿਉਂਕਿ ਪਿੰਡ ਵਿੱਚ ਨਸ਼ਾ ਕਰਕੇ ਨੌਜਵਾਨ ਲੁੱਟਾਂ ਖੋਹਾਂ ਕਰਨ ਲੱਗ ਗਏ ਸੀ। ਕੋਈ ਵੀ ਦਿਨ ਇਹੋ ਜਿਹਾ ਨਹੀਂ ਸੀਗਾ ਹਫਤੇ ਦਾ ਜਦੋਂ ਉਹਨਾਂ ਦੇ ਕਿਸੇ ਮੋੜ ਤੇ ਕਿਸੇ ਚੌਰਾਹੇ 'ਚ ਰਾਤ ਨੂੰ ਕਵੇਲੇ ਕੋਈ ਨਾ ਕੋਈ ਲੁੱਟ ਖੋਹ ਨਹੀਂ ਹੁੰਦੀ ਸੀ ਤੇ ਖੋਣ ਵਾਲੇ ਇੱਕ ਮੋਬਾਈਲ, ਕੋਈ ਥੋੜੇ ਜਿਹੇ ਪੈਸੇ ਤੇ ਇਹ ਵੀ ਉਹਨਾਂ ਦੇ ਸੁਨਸਾਨ ਵਕਤ ਕਿਸੇ ਦਾ ਖੇਤਾਂ ਵਿੱਚ ਵੀ ਜਾਣਾ ਦੁੱਭਰ ਹੋ ਗਿਆ ਸੀ ਜਿਨ੍ਹਾਂ ਕਰਕੇ ਤੁਹਾਨੂੰ ਇਹ ਉਦਮ ਕਰਨਾ ਪਿਆ। ਹਾਂਜੀ, ਤੁਸੀਂ ਉਸ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਤੁਹਾਨੂੰ ਉਰੇ ਮੁਸ਼ਕਲਾਂ ਪੇਸ਼ ਆ ਰਹੀਆਂ? ਇਸ ਤਰ੍ਹਾਂ ਸੀਗਾ ਜੀ, ਜਦੋਂ ਉਸ ਤੋਂ ਪਹਿਲਾਂ ਕਿਉਂਕਿ ਨਸ਼ਾ ਤਾਂ ਇਹ ਜਿਹੜੀ ਸਮੱਸਿਆ ਸੀਗੀ ਹੌਲੀ ਹੌਲੀ 3-4 ਸਾਲ ਤੋਂ ਇਹ ਹੌਲੀ ਹੌਲੀ ਵਧੀ ਆ। ਜਦੋਂ ਇਹ ਨਸ਼ਾ ਚਿੱਟਾ ਨਸ਼ਾ ਨਹੀਂ ਸੀ ਹੁੰਦਾ, ਜਿਹੜੇ ਦੂਜੇ ਨਸ਼ੇ ਜਿਸ ਤਰ੍ਹਾਂ ਸ਼ਰਾਬ ਦਾ ਨਸ਼ਾ ਹੈ ਜਾਂ ਕੋਈ ਪੋਸਤ ਹੈ ਜਾਂ ਕੋਈ ਅਫੀਮ ਹੈ, ਕਿਉਂਕਿ ਇਹਦਾ ਪਹਿਲਾਂ ਤੋਂ ਪ੍ਰਚਲਿਤ ਸਦੀਆਂ ਤੋਂ ਪੁਰਾਣੇ ਨਸ਼ੇ ਤੁਰੇ ਆਏ ਸੀਗੇ। ਜਿਹੜੇ ਇਹ ਪੋਸਤ ਵੀ ਜਿਹੜੇ ਖਾਂਦੇ ਸੀਗੇ ਉਹ ਵੀ ਜਿਹੜੇ ਖਾ ਖੂ ਕੇ ਕੰਮ ਕਰੀ ਜਾਂਦੇ ਸੀ, ਪਰ ਜਿਹੜਾ ਉਹ ਲੁੱਟਾਂ ਖੋਹਾਂ ਵਾਲੇ ਪਾਸੇ ਇਸ ਤਰ੍ਹਾਂ ਦਾ ਉਹਨਾਂ ਦਾ ਕੋਈ ਰੁਝਾਨ ਨਹੀਂ ਸੀ। ਜਦੋਂ ਇਹ ਚਿੱਟਾ ਨਸ਼ਾ ਆਇਆ ਇਹਦੇ ਨਾਲ ਜਿਹੜਾ ਲੁੱਟਾਂ ਖੋਹਾਂ ਦਾ ਦੌਰ, ਚੋਰੀਆਂ ਦਾ ਦੌਰ, ਜਿਸ ਤਰ੍ਹਾਂ ਖੇਤਾਂ ਦੇ ਵਿੱਚੋਂ ਟਰਾਂਸਫਾਰਮ ਚੋਰੀ ਹੋ ਜਾਂਦੇ ਆ ਜਾਂ ਹੋਰ ਇਸ ਤਰ੍ਹਾਂ ਖੇਤਾਂ ਦੇ ਵਿੱਚ ਕੋਈ ਮਤਲਬ ਪ੍ਰੋਬਲਮ ਇਹੋ ਜਿਹੀ ਆ ਗਈ ਕਿ ਲੋਕ ਜਿਹੜਾ ਘਰੋਂ ਬਾਹਰ ਨਿਕਲਣਾ ਵੀ ਇਸ ਤਰ੍ਹਾਂ ਸਮਝਦੇ ਸੀ, ਡਰ ਸੀ। ਤੁਹਾਡੇ ਪਿੰਡ 'ਚ ਕਿੰਨੀਆਂ ਕਿਹੋ ਜਿਹੀਆਂ ਵਾਰਦਾਤਾਂ? ਸਾਡੇ ਪਿੰਡ ਦੇ ਹਰ ਰੋਜ਼ ਇੱਕ ਹੁੰਦੀ ਸੀ, ਹਰ ਰੋਜ਼ ਤੋਂ ਦੱਸ ਹਰ ਰੋਜ਼। ਅਸੀਂ ਜਿਸ ਦਿਨ ਅਸੀਂ ਇਹ ਐਕਸ਼ਨ ਸ਼ੁਰੂ ਕੀਤਾ 16 ਫਰਵਰੀ 2015 ਨੂੰ, ਉਸ ਤੋਂ ਪਹਿਲਾਂ ਕਈ ਵਾਰਾਂ ਤਾਂ ਦੋ ਘਟਨਾਵਾਂ ਹੋ ਜਾਂਦੀਆਂ ਸੀ। ਦੋ ਘਟਨਾ ਵੀ ਇੱਕ ਕਿਹੋ ਜਿਹੀਆਂ ਘਟਨਾਵਾਂ? ਅੱਜ ਰਾਸਤੇ ਦੇ ਵਿੱਚ ਜਿਹੜੇ ਆਉਂਦੇ ਜਾਂਦੇ ਸੀਗੇ, ਜਿਵੇਂ ਕਿ ਚੁਰਾਸਤਿਆਂ ਦੇ ਵਿੱਚ ਲੁੱਟ ਹੋਰ ਵੀ ਜਿਹੜੇ ਲਾਉਣੇ ਵੇਚਦੇ ਸਾਡੇ ਪਿੰਡ ਦੇ ਰਹਿੰਦੇ ਨੇ ਕੋਈ ਹੋਰ ਪਾਸੇ ਵਾਲੇ, ਉਹਨਾਂ ਲੁੱਟ ਲੈਂਦੇ ਸੀ, ਪੈਸੇ ਲੁੱਟਦੇ ਸੀ, ਪੈਸੇ ਲੁੱਟਦੇ ਕੁਛ ਨਹੀਂ ਛੱਡਦੇ, ਕਈ ਵਾਰੀ ਕੁੱਟਦੇ ਵੀ ਸੀ। ਗੁਰਮੇਲ ਸਿੰਘ ਜੀ, ਤੁਸੀਂ ਇਸ ਸੰਗਠਨ ਦੇ ਸੈਕਟਰੀ ਹੋ। ਹਾਂਜੀ, ਮੈਨੂੰ ਤੁਸੀਂ ਥੋੜਾ ਇਸ ਗੱਲ ਬਾਰੇ ਸਮਝਾਓ ਕਿ ਜਿਹੜਾ ਤੁਸੀਂ ਇਹ ਸੰਗਠਨ ਬਣਾਇਆ ਹੈ ਜਿਹਨੂੰ ਨਸ਼ਾ ਮੁਕਤੀ ਪੀਪਲ ਵੈਲਫੇਅਰ ਸੁਸਾਇਟੀ ਰੋਕੇ ਕਲਾਂ ਦੇ ਨਾਮ ਤੋਂ, ਇਹ ਜਿਹੜਾ ਤੁਸੀਂ ਬਣਾਇਆ ਇਹ ਕਿਸ ਪ੍ਰੇਰਨਾ ਨਾਲ ਬਣਾਇਆ? ਇਹਦਾ ਮੁੱਖ ਮਕਸਦ ਕੀ ਹੈ? ਕਿਉਂ ਸ਼ੁਰੂ ਕੀਤਾ? ਕਿੰਨੇ ਲੋਕ ਇਸ ਨਾਲ ਜੁੜੇ ਹੋਏ ਆ? ਕੋਈ ਪਹਿਲਾਂ ਤਾਂ ਜਦੋਂ ਜਿਹੜਾ ਇਹ ਨਸ਼ਾ ਹੈ ਜਦ ਇਹ ਪਹਿਲਾਂ ਪਿੰਡਾਂ ਦੇ ਵਿੱਚ ਆਇਆ ਨਾ, ਤਾਂ ਉਦੋਂ ਇੰਨਾ ਫਿਕਰ ਨਹੀਂ ਸੀਗਾ। ਜਦੋਂ ਇਹ ਚਿੱਟੇ ਨਸ਼ੇ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਤੇ ਜਦੋਂ ਇੰਨੀ ਜ਼ਿਆਦਾ ਇਹ ਫੈਲਣ ਵੀ ਇਹ ਲੱਗਾ ਵੀ ਜਦੋਂ ਸਾਡੇ ਘਰਾਂ ਤੱਕ ਵੀ ਇਹ ਪਹੁੰਚਣ ਲੱਗ ਗਿਆ, ਜਿਹੜੇ ਬੰਦੇ ਇਹਦੇ ਬਿਲਕੁਲ ਹੀ ਖਿਲਾਫ ਸੀ। ਹਾਂ, ਜਦੋਂ ਇਹ ਮਤਲਬ ਸਾਡੇ ਘਰਾਂ ਤੱਕ ਵੀ ਆ ਵੜਿਆ, ਇਹ ਸਾਡੇ ਨੇੜੇ ਤੇੜੇ ਆਂਢ ਗੁਆਂਢ, ਜਦੋਂ ਅਸੀਂ ਸਾਡਾ ਇਸ ਨਸ਼ੇ ਦਾ ਸਾਨੂੰ ਵੀ ਕੁਝ ਸੇਕ ਲੱਗਣ ਲੱਗਾ ਤੇ ਸਾਨੂੰ ਇੱਕ ਬਹੁਤ ਵੱਡਾ ਸੇਕ ਸਾਡੇ ਇੱਥੇ ਗੁਆਂਢ ਤੋਂ ਲੱਗਾ। ਜਦੋਂ ਇੱਥੇ ਇੱਕ ਸਾਡੇ ਭਰਾ ਦੇ ਕਿਸੇ ਦੀ ਲੱਤ ਤੋੜਤੀ ਨਸ਼ਾ ਖਾ ਕੇ, ਪੂਰਾ ਰੱਜ ਕੇ ਚਿੱਟੇ ਨਸ਼ੇ ਦੇ ਵਿੱਚ, ਉਦੋਂ ਫਿਰ ਮੈਂ ਇਹ ਬਾਈ ਗੁਰਚਰਨ ਹੋਣਾ ਨਾਲ ਅਸੀਂ ਸਾਰਿਆਂ ਨੇ ਸਲਾਹ ਕੀਤੀ ਵੀ ਆਪਾਂ ਯਾਰ ਇਸ ਨਸ਼ੇ ਬਾਰੇ ਜਿਹੜਾ ਇਹ ਆਪਣੇ ਪਿੰਡ ਦੇ ਵਿੱਚ ਵੀ ਫੈਲ ਰਿਹਾ, ਸਮਾਜ 'ਚ ਵੀ ਫੈਲ ਰਿਹਾ, ਇਹਦੇ ਬਾਰੇ ਆਪਾਂ ਕੋਈ ਸੋਚ ਕੇ ਤੇ ਕੋਈ ਨਾ ਕੋਈ ਆਪਾਂ ਕੋਈ ਐਕਸ਼ਨ ਕਮੇਟੀ ਬਣਾਈਏ। ਕਿਉਂਕਿ ਜਿਹੜੇ ਇਹੋ ਜਿਹਾ ਕੋਈ ਆਪਾਂ ਸੰਗਠਨ ਬਣਾਉਂਦੇ ਆ ਤੇ ਇਹ ਜਿਹੜੇ ਨਸ਼ੇ ਦੇ ਸਮਗਲਰ ਹੁੰਦੇ ਆ, ਇਹਨਾਂ ਦੇ ਖਿਲਾਫ ਜਦੋਂ ਕੋਈ ਆਪਾਂ ਐਕਸ਼ਨ ਲੈਂਦੇ ਆ ਤਾਂ ਉਹਦੇ ਵਿੱਚ ਸਾਨੂੰ ਪੁਲਿਸ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਆ ਤੇ ਪੋਲੀਟੀਸ਼ੀਅਨ ਦਾ ਵੀ ਬਹੁਤ ਜ਼ਰੂਰੀ ਆ। 15 ਮੈਂਬਰੀ ਕਮੇਟੀ ਬਣਾਈ। ਕਮੇਟੀ 'ਚ ਉਹਨਾਂ ਨੇ ਗੁਰਦੁਆਰੇ ਵਿੱਚ ਅਨਾਉਂਸਮੈਂਟਸ ਕਰਾਈਆਂ, ਜਿੱਥੇ ਪਿੰਡ ਇਕੱਠਾ ਕੀਤਾ, 600-700 ਬੰਦਾ ਇਕੱਠਾ ਕੀਤਾ। ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਇਸ ਪਿੰਡ 'ਚ ਨਾ ਨਸ਼ਾ ਵਿਕਣ ਦੇਵਾਂਗੇ ਤੇ ਨਾ ਨਸ਼ਾ ਚੱਲਣ ਦੇਵਾਂਗੇ। ਸਾਡੇ ਪਿੰਡ ਦੇ ਵਿੱਚ ਤਾਂ ਅਸੀਂ ਤਾਂ ਹੁਣ ਇੰਨੇ ਦੁਖੀ ਹੋ ਗਏ ਹਾਂ ਵੀ ਅਸੀਂ ਪੱਠੇ ਲੈਣ ਵੀ ਨਹੀਂ ਜਾ ਸਕਦੇ। ਅਸੀਂ ਐਡੇ ਦੁਖੀ ਹਾਂ ਵੀ ਨਸ਼ੇ ਦਾ ਸੇਕ ਸਾਡੇ ਘਰਾਂ ਤੱਕ ਪਹੁੰਚ ਗਿਆ ਤੇ ਸਾਡੇ ਤਾਂ ਲੱਤਾਂ ਪੈਰਾਂ ਵੀ ਤੋੜਨ ਲੱਗ ਗਏ ਅੱਜ ਕੱਲ੍ਹ ਵੀ ਇਹ ਨਸ਼ੇ ਦਾ ਸਾਡੇ ਪਿੰਡ ਦੇ ਤਾਂ ਘੱਟੋ ਘੱਟ ਅਸੀਂ ਤਾਂ ਇਹਨੂੰ ਬਹੁਤ ਵੱਡਾ ਲਾਹਨਤ ਮੰਨਦੇ ਹਾਂ। ਜਥੇਦਾਰ ਜੀ ਨੇ ਸਾਨੂੰ ਹੱਲਾਸ਼ੇਰੀ ਦਿੱਤੀ, ਉਹਨੇ ਕਿਹਾ ਵੀ ਤੁਸੀਂ ਜੋ ਮਦਦ ਸਾਥੋਂ ਲੈਣੀ ਆ ਅਸੀਂ ਤੁਹਾਨੂੰ ਇਹ ਮਦਦ ਦੇਵਾਂਗੇ, ਔਰ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਆ, ਜਿਸ ਤਰ੍ਹਾਂ ਦਾ ਵੀ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਆ, ਸਾਡੀ ਉਹ ਪੂਰੀ ਸਪੋਰਟ ਮਿਲੂਗੀ। ਅਸੀਂ ਉਸ ਤੋਂ ਬਾਅਦ ਅਸੀਂ ਇੱਕ ਪਿੰਡ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਹੋਕਾ ਦਿੱਤਾ। ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਸੀਂ ਸਾਰੇ ਪਿੰਡ ਦਾ ਇਕੱਠ ਕੀਤਾ, ਜਿਹਦੇ ਵਿੱਚ 400-500 ਲੋਕ ਆ, ਪਿੰਡ ਦੇ ਬੰਦੇ, ਕੁੜੀਆਂ, ਬਜ਼ੁਰਗ, ਨੌਜਵਾਨ, ਭੈਣਾਂ, ਜਿੰਨੇ ਵੀ ਸੀਗੇ ਲੋਕ, ਹਰ ਕਿਸਮ ਦੇ ਲੋਕ ਆ ਜਿਹੜੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਏ। ਉੱਥੇ ਅਸੀਂ ਫਿਰ ਇਹ ਫੈਸਲਾ ਲਿਆ ਵੀ ਇੱਕ ਪਿੰਡ ਪੱਧਰ 'ਤੇ ਇੱਕ ਕਮੇਟੀ ਬਣਾਈ ਜਾਵੇ,
ਜਿਹਦੇ ਵਿੱਚ ਅਸੀਂ ਕੋਈ 40 ਕੁ ਬੰਦੇ ਪਹਿਲਾਂ ਜਿਹੜੇ ਪਿੰਡ ਦੇ ਵਿੱਚ ਜਿਹੜੇ ਸੀਗੇ ਆਪਣੇ ਗੁਆੜਾਂ ਦੇ ਵਿੱਚੋਂ, ਜਿਸ ਤਰ੍ਹਾਂ ਹੁਣ ਵਾਰਡ ਬਣੇ ਵਾਰਡਾਂ ਦੇ ਵਿੱਚੋਂ ਅਸੀਂ ਉਹਦੇ ਵਿੱਚ ਲਏ। ਉਹਦੇ ਵਿੱਚ ਜਿਹੜਾ ਵੱਡਾ ਮਸਲਾ ਸੀਗਾ ਵੀ ਜਿਹੜੇ ਬੱਚੇ ਨਸ਼ਾ ਕਰਦੇ ਆ ਉਹਨਾਂ ਨੂੰ ਨਸ਼ਾ ਛਡਾਉਣ ਦਾ, ਕਿਉਂਕਿ ਉਦੋਂ ਨਸ਼ਾ ਛਡਾਉਣ ਵਾਲਾ ਜਿਹੜਾ ਕੰਮ ਸੀਗਾ ਪਹਿਲਾਂ ਦਾ ਕਾਫੀ ਮਹਿੰਗਾ ਪੈਂਦਾ ਸੀਗਾ। ਤੇ ਕੁਛ ਇੰਨੇ ਉਸ ਸਮੇਂ ਦੇ ਵਿੱਚ ਕੋਈ ਸਰਕਾਰ ਵੱਲੋਂ ਵੀ ਇੰਨੇ ਜਿਹੜੇ ਆ ਕੈਂਪ ਵਗੈਰਾ ਨਹੀਂ ਸੀ ਲਾਏ ਜਾਂਦੇ। ਜਾਂ ਕਿੰਨੀ ਪੁਰਾਣੀ ਗੱਲ ਕਰਦੇ ਹਾਂ? ਇਹ ਫਰਵਰੀ 15 ਦੀ। ਦੇ ਲੋਕਲ ਐਸਐਸਪੀ ਜੀਐਸ ਖਹਿਰਾ, ਉਹਨਾਂ ਨੇ ਉਹਨਾਂ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਐਸਐਚਓ ਨੂੰ ਬੁਲਾ ਕੇ ਖਾਸ ਕਰਕੇ ਕਿਹਾ ਵੀ ਤੁਸੀਂ ਇਹਨਾਂ ਦੇ ਸਮਾਜਿਕ ਕੰਮ ਨੂੰ ਬਹੁਤ ਜ਼ਿਆਦਾ ਮਦਦ ਦੇਣੀ ਹੈ। ਈਵਨ ਸਿਵਲ 'ਚ ਵੀ ਪੁਲਿਸ ਵਾਲਿਆਂ ਨੇ ਉਹਨਾਂ ਦੀ ਮਦਦ ਕੀਤੀ ਤੇ ਜਦੋਂ ਵੀ ਉਹ ਕਦੀ ਆਵਾਜ਼ ਚੱਕਦੇ ਸੀਗੇ ਜਾਂ ਉਹਨਾਂ ਨੂੰ ਫੋਨ ਕਰਦੇ ਸੀ ਤਾਂ ਪੁਲਿਸ ਪਹੁੰਚਦੀ ਸੀ ਪਿੰਡ ਤੇ ਆ ਕੇ। ਅਗਰ ਕੋਈ ਗ੍ਰਿਫਤਾਰ ਕਰਨ ਵਾਲਾ ਹੁੰਦਾ ਸੀ ਜਾਂ ਉਹਦੇ ਖਿਲਾਫ ਪਰਚਾ ਹੋਣਾ ਚਾਹੀਦਾ ਸੀ, ਉਹਨਾਂ ਨੇ ਕੀਤਾ। ਤੇ ਤੁਸੀਂ ਜਦੋਂ ਇਹ ਜਿਹੜੀਆਂ ਵਾਰਦਾਤਾਂ ਹੋਈਆਂ ਤੁਸੀਂ ਇਹ ਪੁਲਿਸ ਤੱਕ ਲੈ ਕੇ ਗਏ? ਦੇਖੋ ਪੁਲਿਸ ਤੱਕ ਜਿਹੜਾ ਸਾਡਾ ਸੀਗਾ ਕੰਮ ਉਹਦਾ ਅਸੀਂ ਬਾਅਦ ਦੇ ਵਿੱਚ ਜਦੋਂ ਅਸੀਂ ਇਹ ਕਮੇਟੀ ਬਣਾਈ ਉਦੋਂ ਅਸੀਂ ਸ਼ੁਰੂ ਕੀਤਾ ਕਿ ਜਿਹੜੀ ਹਰ ਘਟਨਾ ਦਾ ਜਿਹੜਾ ਵੇਰਵਾ ਪੁਲਿਸ ਕੋਲ ਜਾਵੇ। ਉਸ ਤੋਂ ਪਹਿਲਾਂ ਜੇ ਕਿਸੇ ਦੇ ਨਾਲ ਕੋਈ ਘਟਨਾ ਵਾਪਰਦੀ ਆ ਤਾਂ ਉਹਦਾ ਫਰਜ਼ ਹੁੰਦਾ ਕਿ ਉਹ ਪੁਲਿਸ ਦੇ ਵਿੱਚ ਜਾ ਕੇ ਰਿਪੋਰਟ ਕਰੇ। ਪਹਿਲਾਂ ਡਰਦਾ ਵੀ ਜਾਂਦਾ ਨਹੀਂ ਸੀਗਾ ਜੀ, ਕੋਈ ਜਾਂਦਾ ਨਹੀਂ। ਲੁੱਟੀ ਵੀ ਗਏ ਪਹਿਲਾਂ ਬੰਦੇ ਨੂੰ ਦੇਖ ਵੀ ਲੈ ਵੀ ਸਾਡੇ ਬੰਦੇ ਉਹ ਬੰਦੇ ਨੇ ਸਾਨੂੰ ਲੁੱਟਿਆ, ਉਹਨਾਂ ਨੇ ਪੁਲਿਸ ਨੂੰ ਜਾ ਕੇ ਦੱਸਿਆ ਨਹੀਂ। ਡਰਦਿਆਂ ਨੇ ਵੀ ਸਾਡੀ ਮਰੀਜ਼ ਸਾਡੇ ਗਲ ਪਊਗੀ ਆ ਕੇ। ਇਹਦੇ ਇੱਥੇ ਕੰਮ ਸਾਡਾ ਚੱਲਿਆ ਜੋ ਗੁਰਦੁਆਰੇ ਸਾਰੇ 600-500 ਬੰਦਾ ਇਕੱਠਾ ਹੋਇਆ, ਜੋ ਕਮੇਟੀ ਬਣਾ ਡਰ ਪੈ ਗਿਆ ਹਰੇਕ ਨੂੰ ਵੀ ਜੇ ਹੁਣ ਅਸੀਂ ਇਹਨਾਂ ਨਾਲ ਪੰਗਾ ਲਾਵਾਂਗੇ ਤੇ ਹੁਣ ਅਸੀਂ ਫਿਰ ਸਾਨੂੰ ਕੁੱਟਣ। ਤੁਹਾਨੂੰ ਇਹ ਕਮੇਟੀ ਬਣਾਉਣ ਤੋਂ ਬਾਅਦ ਤੁਸੀਂ ਕਈ ਫੇਜ਼ਸ 'ਚ ਕੰਮ ਕੀਤਾ ਹੋਣਾ, ਵੀ ਪਹਿਲਾਂ ਇਹ ਕੰਮ ਕੀਤਾ ਫਿਰ ਦੂਜਾ ਇਹ ਕੀਤਾ। ਤੁਸੀਂ ਉਹ ਕਿਸ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਤੇ ਫਿਰ ਉਸ 'ਚ ਕੀ ਮੁਸ਼ਕਲ? ਪਹਿਲਾਂ ਜੀ ਅਸੀਂ ਲੌਜਮੈਂਟ ਕਰਾਈਏ ਗੁਰਦੁਆਰਾ ਸਾਹਿਬ ਵੀ ਜੇ ਕਿਸੇ ਭਰਾ ਨੇ ਆਉਣਾ, ਅਸੀਂ ਸਾਰਿਆਂ ਦੇ ਘਰੇ ਜਾ ਕੇ ਉਹਦੇ ਘਰੇ ਵੀ ਗਏ ਅਸੀਂ ਵੀ ਤੁਹਾਡਾ ਜਵਾਕ ਨਸ਼ਾ ਕਰਦਾ, ਇਹਨੂੰ ਬੰਦ ਕਰੋ, ਇਹਨੂੰ ਹਟਾ ਲਓ। ਫਿਰ ਉਹਨਾਂ ਦੀ ਪ੍ਰਤੀਕਿਰਿਆ ਕੀ? ਗੁਰਦੁਆਰੇ ਵੀ ਅਸੀਂ ਜਾ ਕੇ ਲੌਜਮੈਂਟ ਕੀਤੀ, ਜਿਹਨੇ ਵੀ ਸਾਡੇ ਕੋਲ ਕਮੇਟੀ ਕੋਲ ਆਉਣਾ, ਜਿਹਨੇ ਨਸ਼ਾ ਛੱਡਣ ਵਾਸਤੇ ਗੁਰਦੁਆਰਾ ਆ ਕੇ ਸਹੁੰ ਖਾ ਜੇ ਅਸੀਂ ਮੌਸਮ ਨਸ਼ਾ ਛਡਾਵਾਂਗੇ। ਜੇ ਕੋਈ ਨਾਮਬਾਜ਼ ਹੈ ਫਿਰ ਅਸੀਂ ਉਹ ਕੁੱਟਾਂਗੇ ਵੀ ਜ਼ਰੂਰ। ਕੁੱਟੇ ਬਹੁਤ ਅਸੀਂ ਬਹੁਤ ਜ਼ਿਆਦਾ ਕੁੱਟਿਆ ਪਹਿਲਾਂ ਅਸੀਂ ਜਿਹੜੇ ਨਸ਼ਾ ਕਰਦੇ ਸੀ, ਜਿਹੜੇ ਫੜੇ ਗਏ ਵੇਚਦੇ ਸੀਗੇ ਉਹ ਵੀ ਕੁੱਟੇ ਆ। ਵੀ ਪਿੰਡਾਂ 'ਚ ਨਸ਼ੇ ਦਾ ਛਡਾਉਣ ਵਿੱਚ ਭੈ ਜਿਹੜਾ ਕਈ ਵਾਰ ਉਹਨਾਂ ਨੇ ਇਹ ਵੀ ਤੱਕ ਕਿਹਾ ਵੀ ਸਾਨੂੰ ਮੁੰਡਿਆਂ ਨੂੰ ਫੜ ਕੇ ਕੁੱਟਣਾ ਵੀ ਪਿਆ। ਤੇ ਉਹੀ ਮੁੰਡੇ ਅੱਜ ਇਹਨਾਂ ਦੇ ਗੋਡੇ ਹੱਥ ਲਾਉਂਦੇ ਆ, ਇਹਨਾਂ ਦਾ ਆਦਰ ਸਤਿਕਾਰ ਕਰਦੇ ਆ। ਇਹ ਉਹਨਾਂ ਬੜਾ ਦਿਲਚਸਪ ਜੇ ਸਮਾਜ ਤੇ ਜਿਹੜਾ ਆਪਣਾ ਕਾਨੂੰਨ ਹੈ ਕਿ ਆਪਾਂ ਨੂੰ ਕਿਸੇ ਨੂੰ ਕੁੱਟਣ ਦੀ ਇਜਾਜ਼ਤ ਨਹੀਂ ਹੁੰਦਾ। ਕੁੱਟਣ ਇਜਾਜ਼ਤ ਕਰਕੇ ਕੀ ਫਿਰ ਡਰਦੇ ਨਹੀਂ ਸੀ, ਫਿਰ ਵੈਸੇ ਡਰਦੇ ਨਹੀਂ ਸੀ। ਫਿਰ ਸਾਨੂੰ ਕੁੱਟਦੇ ਸੀ। ਸਾਡੇ ਨਾਲ ਇਸ ਤਰ੍ਹਾਂ ਸੀਗਾ ਨਾ, ਇਜਾਜ਼ਤ ਕਿੱਥੋਂ ਮਿਲਦੀ? ਤੁਹਾਡੇ ਕੋਲ ਕੋਈ ਹੋਰ ਕੋਈ ਚਾਰਾ ਨਹੀਂ ਸੀਗਾ ਵੀ ਤੁਹਾਨੂੰ ਇਹੀ ਸੀ ਵੀ ਕੋਈ ਸਾਨੂੰ ਫੜ ਕੇ ਲੁੱਟ-ਖੋਹ ਕਰਦਾ ਰਹੂਗਾ ਤੇ ਆਪਾਂ ਕੁਝ ਨਹੀਂ ਕਰ ਸਕਦੇ, ਆਪਾਂ ਇਹਨਾਂ ਨੂੰ ਡਰਾਉਣਾ ਹੀ ਪੈਣਾ। ਡਰਾ ਕੇ ਫਿਰ ਜੋ ਕੁੱਟ ਕੇ ਉਹਨਾਂ ਨੂੰ ਜੋ ਥੱਪੜ ਤੋਂ ਮਾਰਦੇ ਬਾਹਰ ਕੁੱਟਦੇ ਸੀ ਵੀ ਉਹਦੀ ਲੱਤ ਭੰਨਦੀ ਜਾਂ ਕਰਤਾ, ਫਿਰ ਪੁਲਿਸ ਨੂੰ ਫੋਨ ਕਰਕੇ ਪੁਲਿਸ ਨੂੰ ਫੜਾ ਦਿੰਦੇ ਸੀ ਉਹਨਾਂ ਨੂੰ। ਤੇ ਪੁਲਿਸ ਉਹਨਾਂ ਨਾਲ ਕੀ ਕਰਦੀ? ਪੁਲਿਸ ਉਹਨਾਂ ਨੂੰ ਪਰਚੇ ਕਰਕੇ ਅੰਦਰ ਕਰਦੇ ਸੀ, ਫੜੇ ਸਾਰਿਆਂ ਨੂੰ ਤਾਂ ਨਹੀਂ ਜੀ ਪਰਚੇ ਕਰਦੇ ਸੀ। ਪਰਚੇ ਤਾਂ ਸਿਰਫ ਉਹਨਾਂ ਦੇ ਕੀਤੇ ਗਏ ਜਿਹੜੇ ਬੰਦਾ ਨਸ਼ਾ ਵੇਚਦੇ ਸੀਗੇ, ਜਿਹਨਾਂ ਕੋਲੋਂ ਫੜਿਆ ਗਿਆ। ਕੋਈ ਵੀ ਇੱਕ ਵੀ ਪਰਚਾ ਐਸਾ ਨਹੀਂ ਹੋਇਆ ਵੀ ਜਿਹੜੇ ਬੰਦੇ ਕੋਲੋਂ ਨਸ਼ਾ ਨਾ ਫੜਿਆ ਗਿਆ ਹੋਵੇ ਤੇ ਉਹਦੇ ਪਰਚਾ ਹੋ ਜੇ। ਪਰਚਾ ਉਸੇ ਦੇ ਤੋਂ ਕੀਤਾ ਗਿਆ ਜਿਹਦੇ ਕੋਲੋਂ ਨਸ਼ਾ ਫੜਿਆ ਗਿਆ। ਤੁਸੀਂ ਕਦੀ ਜਿਹੜੇ ਲੋਕ ਤੁਹਾਡੇ ਪਿੰਡ 'ਚ ਨਸ਼ੇ ਦੀ ਸਪਲਾਈ ਕਰਦੇ ਸੀ, ਹਾਂਜੀ, ਇਹ ਜਿਹੇ ਲੋਕ ਫੜਵਾ ਸਕੇ? ਹਾਂਜੀ। ਇਹ ਜਿਹੇ ਨਸ਼ੇ ਜਿੰਨੇ ਵੀ ਸਾਡੇ ਪਿੰਡ ਪਰਚੇ ਹੋਏ ਆ ਉਹ ਸਾਰੇ ਵੀ ਨਸ਼ਾ ਵੇਚਣ ਵਾਲਿਆਂ ਦੇ ਹੋਏ ਆ। ਤੇ ਉਹ ਤੁਹਾਡੇ ਪਿੰਡ ਦੇ ਬੰਦੇ ਸੀ? ਸਾਡੇ ਪਿੰਡ ਕੁਛ ਉਹਦੇ ਵਿੱਚੋਂ ਕੁਛ ਸਾਡੇ ਪਿੰਡ ਦੇ ਬੰਦੇ ਸੀਗੇ ਜੀ, 4-5 ਬੰਦੇ ਜਿਹੜੇ ਅਸੀਂ ਬਾਹਰਲੇ ਬੰਦੇ ਸੀ ਜਿਹੜੇ ਨਸ਼ਾ ਵੇਚਣ ਆਉਂਦੇ ਸੀ ਗੱਡੀਆਂ ਗੁੱਡੀਆਂ ਤੇ, ਉਹ ਬੰਦੇ ਅਸੀਂ ਬਾਹਰਲੇ ਫੜਾਏ ਆ। ਬਾਕੀ ਜਿਹੜੇ 10-12 ਜਿਹੜੇ ਪਰਚੇ ਹੋਏ ਆ ਉਹ ਸਾਡੇ ਹੀ ਪਿੰਡ ਦੇ ਸੀ। ਹੁਣ ਤੁਹਾਨੂੰ ਲੱਗਦਾ ਵੀ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਇਲਮ ਹੈ ਵੀ ਇਸ ਪਿੰਡ 'ਚ ਨਾ ਆਪਾਂ ਵੇਚ ਸਕਦੇ ਹਾਂ? ਬਿਲਕੁਲ ਨਹੀਂ, ਕੋਈ ਨਹੀਂ ਬਣਦਾ ਜੀ, ਨਾ ਬਾਹਰੋਂ ਵੇਚਣ ਵਾਲਾ, ਨਾ ਸਾਡੇ ਪਿੰਡ ਦਾ ਕੋਈ ਬੰਦਾ ਇਹ ਜਿਹਾ ਨਸ਼ਾ ਵੇਚਦਾ। ਬਿਲਕੁਲ ਹੀ ਹੈ ਨਹੀਂਗਾ ਜੀ। ਉਹ ਜਿਹੜੇ ਵੱਡੇ ਬਲੈਕੀ ਅਸੀਂ ਨਾਂ ਨਹੀਂ ਲੈ ਸਕਦੇ ਕਿਸੇ ਦਾ ਵੀ ਇਸ ਟਾਈਮ, ਉਹ ਵੀ ਜਿਹੜੇ ਕਹਿੰਦੇ ਸੀਗੇ ਵੀ ਸਾਨੂੰ ਕਿਹੜਾ ਬੰਦ ਕਰ ਦੂ, ਉਹ ਵੀ ਛੱਡ ਕੇ ਮੈਦਾਨ ਭੱਜ ਗਏ। ਕਿਉਂਕਿ ਪਰਚੇ 2 ਵਾਰੀ ਤਾਂ ਪਰਚੇ ਹੋ ਗਏ, ਕਿਤੇ ਅੱਧਾ ਕਿਲੋ ਕਿਤੇ ਕਿਲੋ, ਜਾਂ ਹੁਣ ਜਿਹੜਾ ਬੰਦਾ ਆਦੀ ਹੋ ਗਿਆ ਇਸ ਕੰਮ ਦਾ ਉਹ ਫਿਰ ਹਟਦਾ ਨਹੀਂ ਹੁੰਦਾ। ਉਹਨੂੰ ਜਿਵੇਂ ਕਹਿੰਦੇ ਨਾ ਲਾਤੋਂ ਕੇ ਭੂਤ ਆ ਬਾਤੋਂ ਸੇ ਨਹੀਂ ਮਾਰਦੇ, ਉਹਨਾਂ ਨੂੰ ਫਿਰ ਇਹ ਡਰ ਪੈ ਗਿਆ ਵੀ ਹੁਣ ਪਰਚੇ ਦਾ ਜਿਹੜਾ ਰਹਿ ਗਿਆ ਪਾਸੇ ਰਹਿ ਗਿਆ ਤੇ ਜਿਹੜੀ ਧੌੜੀ ਲਾਉਂਦੇ ਆ ਪਿੰਡ ਦੇ ਵਿੱਚ ਉਹ ਵੱਖਰੀ ਗੱਲ ਹੈ।
ਅਗਲਾ ਕਹਿੰਦਾ ਯਾਰ ਫਲਾਣੇ ਬੰਦੇ ਨੂੰ ਫੜ ਕੇ ਕੁੱਟਿਆ, ਫਲਾਣਾ ਬੰਦਾ ਨਸ਼ਾ ਵੇਚਦਾ ਜੀ, ਹੁਣ ਚੁੱਪ ਕੀਤਾ ਫਿਰਦਾ। ਉਹਦਾ ਜਿਹੜਾ ਅਸਰ ਦੂਜੇ ਆਦਮੀ ਤੇ ਪੈਂਦਾ ਕਿ ਯਾਰ ਉਹ ਜਿਹੜੀ ਕਮੇਟੀ ਆ ਉਹ ਫੜ ਕੇ ਕੁੱਟਦੀ ਵੀ ਹੈ, ਇਕੱਲਾ ਉਹ ਕਾਨੂੰਨੀ ਕਾਰਵਾਈ ਨਹੀਂ ਕਰਦੇ। ਤਾਂ ਡਰ ਹੈ ਜੀ ਭੈ, ਜਿਹੜਾ ਇਸ ਸਾਰੀ ਚੀਜ਼ 'ਚ ਬੜਾ ਉਹਨੇ ਅਸਰਦਾਰ ਰੋਲ ਨਿਭਾਇਆ। ਇਸ ਤੋਂ ਇਲਾਵਾ ਹੋਰ ਕੀ ਤਰੀਕੇ ਤੁਸੀਂ ਲੈ ਕੇ ਆਏ ਜਿਨ੍ਹਾਂ ਨਾਲ ਇਹਨਾਂ ਨੂੰ ਹੌਸਲਾ ਮਿਲਿਆ, ਤੁਹਾਡੇ ਕੋਲ ਇਹੋ ਜਿਹੇ ਲੋਕ ਆਏ ਕਿ ਤੁਸੀਂ ਉਹਨਾਂ ਦਾ ਨਸ਼ਾ ਛਡਾਇਆ? ਨਹੀਂ, ਉਹਦੇ ਵਿੱਚ ਪਤਾ ਕੀ ਗੱਲ ਹੈ ਜੀ, ਉਹਦੇ ਵਿੱਚ ਸਾਡਾ ਜਿਹੜਾ ਪ੍ਰਚਾਰ ਸੀ, ਕਿਉਂਕਿ ਅਸੀਂ ਹਮੇਸ਼ਾ ਗੁਰਦੁਆਰਾ ਸਾਹਿਬ, ਜਿੰਨੇ ਵੀ ਸਾਡੇ ਗੁਰਦੁਆਰਾ ਸਾਹਿਬ, ਅਸੀਂ ਅਨਾਉਂਸਮੈਂਟ ਕਰਦੇ ਸੀ। ਉਹ ਅਨਾਉਂਸਮੈਂਟ ਦੇ ਵਿੱਚ ਅਸੀਂ ਹਮੇਸ਼ਾ ਇਹੀ ਮਾਂ ਪਿਓ ਨੂੰ ਵੀ ਗਾਈਡ ਕਰਦੇ ਸੀ ਕਿ ਆਪਣੇ ਬੱਚਿਆਂ ਨੂੰ ਹਮੇਸ਼ਾ ਇਹਨਾਂ ਦੀ ਜਿਹੜੀ ਆ ਜਾਗਰੂਕਤਾ ਨਾਲ ਇਹਨਾਂ ਨੂੰ ਰਾਖੀ ਕੀਤੀ ਜਾਵੇ। ਜੇ ਸਮਾਜ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ, ਕੁੜੀਆਂ ਦੇ ਫਰਜ਼ ਕਰੋ, ਜੇ ਅਸੀਂ ਉਹਨਾਂ ਦੇ ਧਿਆਨ ਰੱਖਦੇ ਹਾਂ ਤਾਂ ਸਾਡਾ ਜਿਹੜੇ ਮੁੰਡੇ ਆ, ਸਾਡਾ ਉਹਨਾਂ ਦਾ ਵੀ ਧਿਆਨ ਰੱਖਣ ਦਾ ਫਰਜ਼ ਬਣਦਾ ਵੀ ਉਹ ਬੱਚੇ ਕਿੱਧਰ ਜਾਂਦੇ ਆ, ਕਿ ਵੇਲੇ ਕਿਉਂ ਘਰੇ ਆਉਂਦੇ ਆ। ਅਤੇ ਜਿਹੜਾ ਮਾਂ ਪਿਓ ਉਹ ਸਾਡੇ ਨਾਲ ਆ, ਜਿਹੜੇ ਸਹਿਯੋਗ ਕਰਨ ਅਤੇ ਉਹ ਆਪਣੇ ਬੱਚਿਆਂ ਬਾਰੇ ਸਾਨੂੰ ਦੱਸਣ ਵੀ ਸਾਡਾ ਬੱਚਾ ਹੈ ਜਿਹੜਾ ਇਹ ਹਨੇਰੇ ਘਰੇ ਆਉਂਦਾ ਜਾਂ ਇਹ ਨਸ਼ਾ ਕਰਦਾ ਜਾਂ ਕੋਈ ਹੋਰ ਇਹ ਜਾਂ, ਕਿਉਂਕਿ ਉਹਦੇ ਵਿੱਚ ਮਾਂ ਪਿਓ ਵੀ ਬਹੁਤ ਜ਼ਿਆਦਾ ਦੁਖੀ ਸੀ ਉਹਨਾਂ ਬੱਚਿਆਂ ਦੇ। ਤੇ ਕਈ ਇਹੋ ਜਿਹੇ ਮਾਪਿਓ ਸੀ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਤੁਹਾਡੇ ਕੋਲ ਆਏ? ਹਾਂ ਠੀਕ ਹੈ ਜੀ, ਇਹ ਵੀ ਕਈ ਉਹ ਕਹਿੰਦੇ ਵੀ ਅਸੀਂ ਪੈਸਾ ਨਹੀਂ ਲਾ ਸਕਦੇ, ਹਾਂ ਸਾਡੇ ਕੋਲ ਪੈਸੇ ਗਰੀਬ ਆ ਅਸੀਂ। ਹਾਂਜੀ, ਉਹ ਬੱਚੇ ਵੀ ਸਾਡੇ ਕੋਲ ਆਏ ਆ, ਨਸ਼ੇ ਵਾਲੇ ਵੀ ਆਏ ਆ। ਜਦ ਅਸੀਂ ਫਸ ਗਏ ਕਸੂਤੇ ਨਸ਼ੇ ਦੇ ਵਿੱਚ ਫਸ ਗਏ ਤੇ ਸਾਡੀ ਮਦਦ ਕਰੋ। ਇਹ ਕਿ ਬਿਲਕੁਲ ਪੁੱਤ ਬਹਿ ਜਾਓ ਇੱਥੇ, ਤੁਹਾਡਾ ਫ੍ਰੀ ਇਲਾਜ ਕਰਾਵਾਂਗੇ। ਉਹਦੇ ਮਾਂ ਪਿਓ ਨੂੰ ਕਹਿਣਾ ਤੁਸੀਂ ਬੇਫਿਕਰ ਹੋ ਜੇ, ਚਿੰਤਾ ਆਪ ਥੋੜਾ ਇਲਾਜ ਕਰਾਓ। ਉਹਨਾਂ ਨੇ ਸਾਨੂੰ ਫਿਰ ਬਹੁਤ ਧੰਨਵਾਦ ਕੀਤਾ, ਉਹਨੇ ਸਾਡਾ ਆ ਕੇ ਇੱਥੇ ਫੋਟੋ ਵੀ ਖਿਚਾਈ ਰੁਕੀਆਂ ਬਹੁਤ, ਜਿਹਦਾ ਇਸ ਕਈ ਨਸ਼ਾ ਛਡਾਇਆ। ਔਰ ਬੱਚੇ ਕਾਇਮ ਵੀ ਆ ਉਸ ਗੱਲ ਦੇ, ਜਿਹੜੇ ਪੈਸਾ ਵੀ ਦਿੰਦੇ ਆ, ਉਹ ਕੰਮ ਵੀ ਕਰਦੇ ਆ, ਪੂਰਾ ਜਦ ਵੀ ਕੋਈ ਮਿਲਦਾ ਰਸਤੇ ਖੜਤੇ ਮਿਲਦਾ, ਸਾਡੇ ਪੈਰੀਂ ਹੱਥ ਰੌਲ ਕੇ ਜਾਂਦਾ। ਤੁਸੀਂ ਜਦੋਂ ਤੁਹਾਡੇ ਕੋਲ ਇਹ ਜਾਂ ਕੋਈ ਵੀ ਨੌਜਵਾਨ ਆਉਂਦਾ ਸੀਗਾ, ਕੋਈ ਇੱਕ ਉਮਰ ਹੈ ਜਿਹੜੇ ਜ਼ਿਆਦਾ ਲੋਕ ਇੱਕ ਖਾਸ ਉਮਰ ਦੇ ਦਾਇਰੇ ਦੇ ਅੰਦਰ ਵਾਲੇ ਆ ਜਿਹੜੇ ਨਸ਼ਾ ਕਰਦੇ ਆ, ਕਈ ਤੁਹਾਨੂੰ ਵੱਡੀ ਉਮਰ ਵਾਲੇ ਵੀ ਮਿਲਦੇ ਆ, ਘੱਟ ਉਮਰ ਵਾਲੇ ਸੀ ਜੀ, 20-22 ਵਾਲੇ, 25 ਸਾਲ ਤੋਂ ਤਕਰੀਬਨ 20 ਤੋਂ 25 ਸਾਲ ਦੇ ਦਰਮਿਆਨ, 20 ਤੋਂ 25 ਸਾਲ ਦੇ ਦਰਮਿਆਨ, ਜਾਂ 18-19 ਸਾਲ ਦੇ ਵਿੱਚ ਬੱਚੇ ਹੈ ਜੀ, 18-17 ਸਾਲ ਦੇ ਵੀ ਸੀਗੇ ਵਿੱਚ ਛੋਟੇ ਉਮਰ। ਹਾਂਜੀ, ਕੋਈ ਔਰਤਾਂ ਇਹੋ ਜਿਹੀਆਂ ਸਾਹਮਣੇ ਆਈਆਂ ਨਹੀਂ, ਔਰਤ ਕੋਈ ਨਹੀਂ ਆਈ ਇਹ ਜੀ ਵੀ ਜਿਹੜਾ ਉਹ ਸਾਡੇ ਧਿਆਨ 'ਚ ਨਹੀਂ ਅਜੇ ਤੱਕ ਆਈ। ਤੇ ਜਿਹੜਾ ਆਪਣੇ ਪਿੰਡ ਚੋਂ ਇਹ ਜਿਹਾ ਵਰਗ ਸੀਗਾ, ਉਹ ਆਰਥਿਕ ਤੌਰ ਤੇ ਉੱਚੇ ਘਰਾਂ ਚੋਂ ਸੀ, ਮੱਧਮ ਘਰਾਂ ਚੋਂ ਸੀ, ਇੱਕ ਗਰੀਬ ਘਰਾਂ ਚੋਂ? ਜ਼ਿਆਦਾ ਗਰੀਬ ਘਰ ਸੀ। ਦੇਖੋ ਜ਼ਿਆਦਾ ਤਾਂ ਗਰੀਬ ਘਰ ਦੇ ਆ, ਜ਼ਿਮੀਂਦਾਰਾਂ ਦੇ ਮੁੰਡੇ ਵੀ ਸੀ, ਬਚਿਆ ਕੋਈ ਵੀ ਨਹੀਂ। ਉਹਦੇ 'ਚ ਮੱਧਮ ਵਰਗ ਵੀ, ਅਪਰ ਕਲਾਸ ਦੇ ਵਿੱਚ ਵੀ, ਜਿਹੜੇ ਆਪਾਂ ਨੂੰ ਕਹਿ ਦਿੰਦੇ ਆਪਾਂ ਜ਼ਿਆਦਾ ਵੀ ਪਿੰਡਾਂ ਦੇ ਵਿੱਚ ਹੁੰਦਾ ਵੀ 15-20 ਕਿੱਲੇ ਦਾ ਮਾਲਕ ਆ ਕੋਈ, ਉਹਦਾ ਬੱਚਾ ਕੋਈ ਜਾਂ ਕੋਈ ਗਰੀਬ ਦਾ, ਸਾਰੇ ਸ਼ਾਮਲ ਸੀ। ਸਾਰੇ ਜ਼ਿਮੀਂਦਾਰਾਂ ਵਿੱਚ ਵੀ ਸੀਗੇ ਮੁੰਡੇ, ਜਿਹੜੇ ਜ਼ਿਆਦਾ ਹੀ ਕਰਦੇ ਗਰੀਬ ਲੋਕ ਆ ਜਿਹੜੇ ਜ਼ਿਆਦਾ ਉਹ ਸੀ। ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਜਿਹੜੀ ਮੁਹਿੰਮ ਸੀ ਉਹਨੇ ਕਿੰਨੀ ਕੁ ਆਬਾਦੀ ਤੇ ਅਸਰ ਕਰਿਆ ਹੈ? ਵੀ ਕਿੰਨਾ, 100 ਬੰਦਾ ਇਸ ਪਿੰਡ ਦਾ, 200, 500, ਕਿੰਨਾ? ਨਹੀਂ, ਉਸਦਾ ਜੀ ਬਹੁਤ ਵੱਡਾ ਵਿਆਪਕ ਅਸਰ ਹੋਇਆ ਇਹਦਾ, ਕੋਈ ਸਾਡੇ ਪਿੰਡ ਤੇ ਨਹੀਂ ਅਸਰ ਹੋਇਆ। ਸਾਨੂੰ ਵੇਖ ਕੇ ਹੋਰਾਂ ਕਮੇਟੀਆਂ ਬਣੀਆਂ, ਜਿਸ ਤਰ੍ਹਾਂ ਬੁੱਟਰ ਕਲਾਂ ਦੇ ਵਿੱਚ ਵੀ ਕਮੇਟੀ ਬਣੀ, ਬੱਧਨੀ ਕਲਾਂ ਦੀ ਕਮੇਟੀ ਬਣੀ, ਰਾਮੇ ਕਮੇਟੀ ਬਣੀ, ਲੋਕੋ ਸਾਨੂੰ ਵੇਖ ਕੇ ਸਾਨੂੰ ਉਹਨਾਂ ਨੇ ਮਤਲਬ ਬਹੁਤ ਸਾਨੂੰ ਸਹਿਯੋਗ ਉਹਨਾਂ ਨੇ ਕੀਤਾ, ਅਸੀਂ ਉਹਨਾਂ ਨੂੰ ਸਹਿਯੋਗ ਕੀਤਾ। ਕਮੇਟੀ ਦੀ ਹੌਸਲਾ ਅਫਜ਼ਾਈ ਵੀ ਕਰਕੇ ਆਉਂਦੇ ਰਹੇ। ਪਿੰਡਾਂ ਦੇ ਵਿੱਚ ਅਸੀਂ ਜਾ ਕੇ ਸਪੀਕਰ ਬੰਨ੍ਹ ਕੇ ਅਨਾਉਂਸਮੈਂਟ ਵੀ ਕਰਦੇ ਰਹੇ ਹਾਂ ਕਿ ਜਿਹੜਾ ਇਹ ਨਸ਼ਾ ਹੈ ਇਹ ਬਹੁਤ ਘਾਤਕ ਹੈ ਤੇ ਇਹਦੇ ਖਿਲਾਫ ਜਿਹੜੀ ਬਹੁਤ ਵੱਡੀ ਜਿਹੜੀ ਮੁਹਿੰਮ ਚਲਾਈ ਜਾਵੇ, ਤੇ ਕਈ ਲੋਕਾਂ ਨੇ ਸਾਡਾ ਇਹਦੇ ਵਿੱਚ ਸਾਥ ਵੀ ਦਿੱਤਾ ਤੇ ਔਰ ਅਸੀਂ ਉਹਦੇ ਵਿੱਚ ਕਾਮਯਾਬ ਵੀ ਹੋਏ। ਪਿੰਡ ਪੱਧਰ ਤੇ ਇੱਕ ਸੈਮੀਨਾਰ ਵੀ ਕਰਵਾਇਆ। ਹਰ ਦਿਨ ਛੱਡ ਕੇ ਅਸੀਂ ਸਪੈਸ਼ਲ ਗੱਡੀ ਕਰਕੇ, ਆਪਣੀ ਕਿਰਾਏ ਤੇ ਗੱਡੀ ਕਰਕੇ 1700 ਰੁਪਏ ਤੇ ਅਸੀਂ ਬਠਿੰਡੇ ਜਾਂਦੇ ਸੀ। ਉਹਨਾਂ ਜਿਹੜੇ ਨਸ਼ਾ ਛਡਾਉਣ ਵਾਲੇ ਮੁੰਡੇ ਸੀ, ਛੱਡਣ ਵਾਲੇ ਮੁੰਡੇ ਸੀਗੇ, ਉਹਨਾਂ ਨੂੰ ਫਲ ਫਰੂਟ ਜਾ ਕੇ ਦਿੰਦੇ ਸੀਗੇ ਤੇ ਅਸੀਂ ਉਹਨਾਂ ਨੂੰ ਜਾ ਕੇ ਉਹਨਾਂ ਦੀ ਹੋਰ ਕੋਈ ਅਗਰ ਜ਼ਰੂਰਤ ਹੁੰਦੀ ਸੀ ਉਹ ਪੂਰੀ ਕਰਦੇ ਸੀ। ਕਹਿੰਦੇ ਇੱਕ ਦੋ ਮੁੰਡੇ ਤਾਂ ਉੱਥੋਂ ਛੱਡ ਕੇ ਨਹੀਂ ਆਉਣਾ ਚਾਹੁੰਦੇ ਸੀਗੇ ਤੇ ਹੁਣ ਉਹ ਕੁਝ ਮੁੰਡੇ ਬਹਾਲ ਹੋ ਚੁੱਕੇ ਨੇ, ਉਹ ਨੌਕਰੀਆਂ ਤੇ ਲੱਗ ਚੁੱਕੇ ਨੇ। ਦੱਸ ਰਹੇ ਸੀਗੇ ਪਹਿਲਾਂ ਕਿ ਜਿਹੜੇ ਬਾਕੀ ਪਿੰਡ ਹੈ ਉਹਨਾਂ 'ਚ ਕਮੇਟੀਆਂ ਵੀ ਬਣੀਆਂ, ਉਹਨਾਂ ਨੇ ਇੰਨਾ ਅਸਰਦਾਰ ਕੰਮ। ਬਿਲਕੁਲ ਨਹੀਂ ਜੀ, ਇਹ ਗੱਲ ਮੰਨਣੀ ਪੈਣੀ ਹੈ। ਉਹਦਾ ਕਾਰਨ ਕੀ ਹੈ? ਗੱਲ ਕੀ ਹੈ ਜੀ, ਦੇਖੋ ਜਿਸ ਤਰ੍ਹਾਂ ਅਸੀਂ ਕੋਈ ਰਿਸਕ ਹੁੰਦਾ ਹੈ, ਕੋਈ ਆਪਾਂ ਕਿਸੇ ਆਪਾਂ ਨੂੰ ਮਸਲਿਆ ਜਾਂ ਆਪਾਂ ਕੋਈ ਮੁਲਜ਼ਮ ਫੜਨਾ ਜਾਂ ਫੜਾਉਣਾ ਹੈ ਕਿ ਉਹ ਨਸ਼ਾ ਵੇਚਣ ਆਉਂਦਾ ਆਪਣੇ ਪਿੰਡ ਦੇ ਵਿੱਚ, ਉਹਦੇ ਲਈ ਸਾਨੂੰ ਰਾਤ ਜੰਗ ਤੇ ਦਿਨ ਸਾਨੂੰ ਹਰ ਤਾਂ
ਪਹਿਰਾ ਲੈਣਾ ਪਊਗਾ। ਫਿਰ ਸਾਨੂੰ ਇਹ ਹਰ ਬੰਦੇ ਨੂੰ ਇਹ ਡਰ ਹੁੰਦਾ ਵੀ ਇਹਦੇ ਕੋਲੇ ਕੋਈ ਹਥਿਆਰ ਨਾ ਹੋਵੇ, ਕਿਉਂਕਿ ਜਿਹੜਾ ਸਮਗਲਰ ਹੈ ਉਹਦੇ ਕੋਲੇ ਕਿਸੇ ਟਾਈਮ ਕੋਈ ਹਥਿਆਰ ਹੋ ਸਕਦਾ, ਜਾਨ ਮਾਲ ਦਾ ਵੀ ਨੁਕਸਾਨ ਹੋ ਸਕਦਾ। ਜਿਸ ਕਰਕੇ ਜਿਹੜਾ ਉਹ ਅਸੀਂ ਉਸ ਗੱਲ ਤੇ ਅੜੇ ਰਹੇ ਕਿ ਇਹਦੇ ਨਾਲ ਜੇ ਜਾਨ ਜਾਊਗੀ ਤਾਂ ਜਿਵੇਂ ਬਾਈਕ ਚੱਲ ਗਿਆ ਜੇ ਮਰ ਜਾਂਦੇ ਤਾਂ ਵੀ ਕੋਈ ਗੱਲ ਨਹੀਂ। ਅਸੀਂ ਜਿੰਨੇ ਬੰਦੇ ਸੀ ਸਾਰਿਆਂ ਨੂੰ ਮੈਂ ਕਿਹਾ ਨੌਜਵਾਨ ਜਿਹੜੇ ਸਾਡੇ ਨਾਲ ਮੁੰਡੇ ਸੀ, ਹਾਂਜੀ ਮੈਂ ਕਿਹਾ ਮੇਰੀ ਉਮਰ 60 ਸਾਲ, ਹਾਂ ਤੁਸੀਂ ਉਹ ਜੋ ਸਾਰੇ ਪਿੱਛੇ ਹਾਂ ਜਿੰਨੇ ਕੁ ਮੈਂ ਨਹੀਂ ਦੇਖਦਾ ਉਹਨੇ ਕਿ ਤੁਸੀਂ ਮੂਹਰੇ ਕਿਸੇ ਨੇ ਨਹੀਂ ਆਉਣਾ ਬਸ। ਬਿਲਕੁਲ ਇਹਨਾਂ ਨੇ ਇਸ ਗੱਲ ਤੇ ਪਹਿਰਾ ਕੀਤਾ। ਦਲੀਰੀ ਉਹਦੇ ਮੋਹਰੇ ਵਿੱਚ ਦਲੀਰੀ ਆ ਜਾਂਦੀ ਸੀ ਯਾਰ, ਜਦੋਂ ਏਡੀ ਵੱਡੀ ਉਹਦਾ ਬਾਪੂ ਸਾਨੂੰ ਇਹ ਗੱਲ ਕਹਿੰਦਾ ਤੇ ਅਸੀਂ ਕਿਵੇਂ ਪਿੱਛੇ ਰਵਾਂਗੇ। ਆਹ ਮੁੰਡੇ ਵੇਖੋ ਇਹ ਘਰੋਂ ਜੀ ਪੂਰੇ ਅਮੀਰ ਹੈ, ਹਾਰ ਗਿਆ ਪੂਰੇ ਫਲ ਇਹਨਾਂ ਕੋਲ 100-150 ਕਿੱਲਾ ਪੈੜੀ ਦਾ ਜੀ, ਇਹਨਾਂ ਨੇ ਜਿਵੇਂ ਇੱਕ ਸਕਿੰਟ ਹਰ ਸਾਥੋਂ ਇਹਨਾਂ ਨੇ ਜਾਨੀ ਪੂਰੇ ਹੋ ਕੇ ਕੰਮ ਕੀਤਾ। ਮੈਂ ਸਾਥ ਤੱਕ ਪਾਸ ਨਹੀਂ ਬਣਾ, ਇਹਨੂੰ ਕੀ ਲੋੜ ਸੀ? ਹਾਲਾਂਕਿ ਕਿ ਸਾਡਾ ਕਿਸੇ ਦਾ ਵੀ ਕੋਈ ਬੱਚਾ ਨਸ਼ਾ ਨਹੀਂ ਕਰਦਾ। ਸਾਡਾ ਕਿਸੇ ਦਾ ਨਹੀਂ ਕਰਦਾ ਸੀ, ਹਾਂਜੀ ਇਹਨੂੰ ਕੀ ਲੋੜ ਸੀ ਆਪਣੇ ਨਾਲ ਤੁਰਨ ਦੀ? ਇਹਨੇ ਇਹ ਸੋਚਿਆ ਵੀ ਯਾਰ ਆਪਾਂ ਇਹਨਾਂ ਦਾ ਜਿਹੜੇ ਗਰੀਬ ਛੋਟੇ ਬੱਚੇ ਆ ਇਹਦੇ ਵਿੱਚ ਆਪਾਂ ਹਟਾਈਏ। 15-16 ਸਾਲ ਦੇ ਜਿਹੜੇ ਆਉਂਦੇ ਆ ਇਹ ਆਪਣੇ ਪਿੰਡ ਦਾ ਸਾਰਾ ਬੁਰਾ ਹਾਲ ਹੋ ਜਾਊਗਾ, ਇਹਦੇ ਵਿੱਚ ਆਪਾਂ ਸਹਿਯੋਗ ਦੇਈਏ। ਮੈਨੂੰ ਕੋਈ ਵੀ ਬੰਦਾ ਤੁਹਾਡੇ ਚੋਂ ਇੱਕ ਇਹ ਜਿਹੜੀ ਪ੍ਰਕਿਰਿਆ ਹੈ ਨਸ਼ਾ ਛੱਡਣ ਦੀ, ਹਾਂਜੀ ਉਹਦੇ ਤੇ ਥੋੜਾ ਚਾਨਣਾ ਪਾਓ ਵੀ ਜਦੋਂ ਤੁਹਾਡੇ ਕੋਲ ਇਨਸਾਨ ਆ ਗਿਆ ਹਾਂਜੀ। ਜਿਹੜਾ ਨਸ਼ਾ ਕਰਦਾ ਹੈ, ਹਾਂਜੀ। ਉਹ ਕਿਸੇ ਵੀ ਘਰੋਂ ਹੋਵੇ, ਕਿੱਥੋਂ ਵੀ ਗਰੀਬ ਵੱਡਾ ਛੋਟੇ ਪਰਿਵਾਰ ਦਾ ਹੋਵੇ, ਤੁਸੀਂ ਤਾਂ ਸ਼ਾਇਦ ਸਾਰਿਆਂ ਦੇ ਪੈਸੇ ਲਾਏ, ਅਸੀਂ ਤਾਂ ਜਿਹੜਾ ਵੀ ਆ ਗਿਆ ਅਸੀਂ ਤਾਂ ਸਾਰਿਆਂ ਦੇ ਪੈਸੇ ਲਾਏ। ਇਹ ਉਹਦੀ ਪ੍ਰਕਿਰਿਆ ਹੈ ਛੱਡਣ ਤੱਕ ਦੀ, ਹਾਂਜੀ। ਉਹ ਕੀ ਹੈ ਮੈਨੂੰ ਥੋੜੀ ਵੇਰਵੇ ਦੇ ਨਾਲ ਸਮਝਾਓ ਥੋੜਾ। ਪ੍ਰਕਿਰਿਆ ਜੀ ਇਸ ਤਰ੍ਹਾਂ ਜਦੋਂ ਆਦਮੀ ਨੂੰ ਅਸੀਂ ਜਾ ਕੇ ਆਪਾਂ ਦਾਖਲ ਕਰਾ ਦਿੰਦੇ ਆ, ਉਹਦੇ ਵਿੱਚ ਜਿਹੜਾ ਕਿਉਂਕਿ ਜਿਹੜਾ ਨਸ਼ਾ ਛੱਡਣ ਵਾਲਾ ਵੀ ਉਹਦੇ ਮਨ ਵਿੱਚ ਹੁੰਦਾ ਵੀ ਕਿ ਮੈਂ ਨਸ਼ਾ ਛੱਡਣਾ ਹੈ, ਤਾਂ ਉਹ ਵੀ ਇਸ ਪ੍ਰਕਿਰਿਆ ਦੇ ਵਿੱਚ ਸਾਡਾ ਹਿੱਸਾ ਬਣਦਾ ਸੀ। ਔਰ ਜਿਹੜਾ ਡਾਕਟਰ ਸੀ, ਡਾਕਟਰ ਮਾਨ ਜਿਹੜਾ ਬਠਿੰਡੇ, ਦਰਅਸਲ ਜਿਹੜੀ ਇਹ ਪ੍ਰਕਿਰਿਆ ਜੀ ਕਾਫੀ ਲੰਮੀ ਆ। ਪਹਿਲਾਂ ਤਾਂ ਜਦੋਂ ਅਸੀਂ ਪਿੰਡ ਦੇ ਵਿੱਚ ਅਨਾਉਂਸਮੈਂਟ ਕਰਦੇ ਆ, ਹੋਕਾ ਦਿੰਦੇ ਆ, ਤਾਂ ਉਹ ਜਿਹੜੇ ਆਪਣੇ ਜਿਹੜਾ ਆਪਾਂ ਵਰਡ ਆ ਜਿਹੜੇ ਵਰਤਦੇ ਆ ਸਪੀਕਰ ਦੇ ਵਿੱਚ, ਜਦੋਂ ਲੋਕਾਂ ਦੇ ਉਹ ਕੰਨੀ ਪੈਂਦੇ ਆ ਜੀ, ਤਾਂ ਉਹਦੇ ਵਿੱਚ ਜਦੋਂ ਇਹ ਗੱਲ ਵੱਡੇ ਪੱਧਰ ਤੇ ਫੈਲ ਜਾਂਦੀ ਹੈ ਕਿ ਨਸ਼ੇ ਦੇ ਨੁਕਸਾਨ ਕਿੰਨੇ ਆ, ਵੀ ਹਰ ਪੱਧਰ ਤੇ ਨਫਾ ਜਿਹੜਾ ਨੁਕਸਾਨ ਆ ਜਿਹੜਾ ਇਹਦੇ 'ਚ ਫਾਇਦਾ ਤਾਂ ਕੋਈ ਨਹੀਂਗਾ। ਸਰੀਰਕ ਪੱਧਰ ਤੇ, ਮਾਨਸਿਕ ਪੱਧਰ ਤੇ, ਆਰਥਿਕ ਪੱਧਰ ਤੇ, ਹਰ ਪੱਖੋਂ ਜਿਹੜਾ ਇਹ ਨਸ਼ਾ ਜਿਹੜਾ ਇਹ ਨੁਕਸਾਨ ਕਰਦਾ ਆਦਮੀ ਦਾ। ਤਾਂ ਉਹ ਜਦੋਂ ਅਸੀਂ ਇਸ ਗੱਲ ਦਾ ਪ੍ਰਚਾਰ ਕੀਤਾ ਪਿੰਡ ਦੇ ਵਿੱਚ ਅਨਾਉਂਸਮੈਂਟ ਰਾਹੀਂ, ਤਾਂ ਉਹਦੇ ਵਿੱਚ ਜਿਹੜੇ ਮਾਪੇ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੋਇਆ ਕਿ ਇਹ ਬਹੁਤ ਵੱਡੀ ਜਿਹੜੀ ਹੈ ਬਿਮਾਰੀ ਆ। ਇਸ ਕਰਕੇ ਜਿਹੜੇ ਮਾਪੇ ਵੀ ਇਸ ਗੱਲ ਲਈ ਕੁਝ ਤਿਆਰ ਹੋਏ, ਤੇ ਜਿਹੜੀ ਜਵਾਨੀ ਹੈ ਜਿਹੜੇ ਨਸ਼ੇ ਕਰ ਰਹੀ ਸੀ ਉਹਨਾਂ ਦੇ ਵਿੱਚ ਵੀ ਇਸ ਗੱਲ ਦੀ ਮਤਲਬ ਜਾਗਰਤੀ ਆਈ। ਉਹ ਵੀ ਸਾਡੀ ਜਿਹੜੀ ਅਸੀਂ ਇਹ ਸ਼ੁਰੂ ਕੀਤਾ ਸੀ ਕੰਮ, ਉਹ ਵੀ ਇਸ ਗੱਲ ਦਾ ਹਿੱਸਾ ਬਣਨ ਲਈ ਤਿਆਰ ਹੋਏ ਕਿ ਕਿਉਂ ਨਾ ਆਪਾਂ ਜੇ ਆਪਣੇ ਪਿੰਡ ਕੋਈ ਇਹੋ ਜਿਹੀ ਕਮੇਟੀ ਬਣੀ ਹੈ ਤਾਂ ਆਪਾਂ ਉਹਦਾ ਫਾਇਦਾ ਉਠਾਈਏ। ਕਿਉਂਕਿ ਕਈ ਤਕਰੀਬਨ ਜਿਹੜੇ 70-80% ਉਹ ਲੋਕ ਸੀਗੇ ਜਿਹੜੇ ਗਰੀਬ ਵਰਗ ਦੇ ਵਿੱਚ ਸੀਗੇ, ਉਹਨਾਂ ਕੋਲੇ ਨਸ਼ਾ ਛੱਡਣ ਲਈ ਪੈਸਾ ਹੀ ਕੋਈ ਨਹੀਂ ਸੀ। ਔਰ ਜਦੋਂ ਅਸੀਂ ਇਹ ਮੂਵਮੈਂਟ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਇਸ ਜਿਹੜੀ ਨਸ਼ੇ ਦੀ ਬੁਰਾਈ ਸੀ ਉਹਦੇ ਬਾਰੇ ਉਹਨਾਂ ਨੂੰ ਚਾਨਣਾ ਹੋ ਗਿਆ ਵੀ ਇਹ ਜਿਹੜੀ ਨਸ਼ੇ ਦੀ ਬੁਰਾਈ ਦਾ ਸਾਨੂੰ ਲੈ ਕੇ ਬਹਿ ਜਾਊਗੀ। ਅਸੀਂ ਆਰਥਿਕ ਪੱਖੋਂ, ਸਰੀਰਕ ਪੱਖੋਂ ਜਾਂ ਹਰ ਪੱਖੋਂ ਜਾਣੀ ਅਸੀਂ ਜਿਹੜੇ ਤਬਾਹ ਹੋ ਜਾਵਾਂਗੇ ਜਾਂ ਫਨਾਹ ਹੋ ਜਾਵਾਂਗੇ। ਉਦੋਂ ਫਿਰ ਉਹ ਸਾਡੇ ਕੋਲੇ ਆਉਣੇ ਸ਼ੁਰੂ ਹੋਏ। ਤਾਂ ਉਹਨਾਂ ਨੂੰ ਅਸੀਂ ਜਦੋਂ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਕਰਾਇਆ ਤਾਂ ਡਾਕਟਰ ਮਾਨ ਜਿਹੜੇ ਉੱਥੇ ਬਠਿੰਡੇ ਸਿਵਲ ਹਸਪਤਾਲ ਦੇ ਵਿੱਚ ਇਹਨੂੰ ਗਾਈਡ ਕਰਦੇ ਸੀ ਸਾਰਿਆਂ ਨੂੰ, ਸਾਨੂੰ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ। ਔਰ ਜਿਹੜੇ ਨਸ਼ਾ ਛੱਡਣ ਜਿਹੜੇ ਜਾਂਦੇ ਸੀਗੇ ਉੱਥੇ ਹਸਪਤਾਲ ਦੇ ਵਿੱਚ, ਉਹਨਾਂ ਨੂੰ ਵੀ ਉਹ ਜਦੋਂ ਉਹਨਾਂ ਨੂੰ ਭਾਸ਼ਣ ਦਿੰਦੇ ਸੀਗੇ ਉਹ ਹਮੇਸ਼ਾ ਹੀ ਇਸ ਗੱਲ ਦਾ ਲਈ ਤਿਆਰ ਕਰਦੇ ਸੀ ਮਾਨਸਿਕ ਤੌਰ ਤੇ ਬਿਲਕੁਲ ਵੀ ਤੁਸੀਂ ਜਿਹੜੀ ਮਾਨਸਿਕਤਾ ਹੈ ਜਿੰਨਾ ਚਿਰ ਨਹੀਂ ਬਦਲਦੇ ਉਹਨਾਂ ਚਿਰ ਜਿਹੜਾ ਨਸ਼ਾ ਜਿਹੜਾ ਛੱਡਿਆ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਉਹ ਬੱਚਿਆਂ ਦੇ ਜਦੋਂ ਮਾਨਸਿਕ ਪੱਧਰ ਤੇ ਵੀ ਇਸ ਚੀਜ਼ ਦਾ ਅਸਰ ਹੋ ਗਿਆ ਕਿ ਜਿਹੜਾ ਇਹ ਨਸ਼ਾ ਸਾਨੂੰ ਵਾਕਈ ਇਹ ਹਰ ਪੱਖੋਂ ਖੋਰਾ ਲਾ ਰਿਹਾ, ਸਰੀਰਕ ਪੱਖੋਂ, ਆਰਥਿਕ ਪੱਖੋਂ, ਮਾਨਸਿਕ ਪੱਖੋਂ, ਤਾਂ ਉਹਨਾਂ ਨੇ ਵੀ ਸਾਡੇ ਨਾਲ ਸਹਿਯੋਗ ਕਰਕੇ ਜਿਹੜਾ ਨਸ਼ਾ ਜਿਹੜਾ ਉਹ ਛੱਡਣ ਵਾਲੇ ਪਾਸੇ ਤੁਰੇ। ਤੇ ਇੱਥੋਂ ਤੱਕ ਵੀ ਜਦੋਂ ਅਸੀਂ ਪਿੰਡ ਦੇ ਵਿੱਚ ਇਹਦੇ ਬਾਰੇ ਕੋਈ ਸੈਮੀਨਾਰ ਕਰਵਾਇਆ ਤਾਂ ਉਹਦੇ ਵਿੱਚ ਜਿਹੜਾ ਸੈਮੀਨਾਰ ਦਾ ਸੀ ਸਾਡੇ ਵਿੱਚ ਉਹਨਾਂ ਬੱਚਿਆਂ ਦੇ ਕਾਫੀ ਅਸਰ ਹੋਇਆ। ਉਹ ਜਿਹੜੇ ਬੱਚੇ ਸੀਗੇ ਉਹਨਾਂ ਦੇ ਮਾਪੇ ਸੀਗੇ ਉਹ ਸਾਰਿਆਂ ਦੇ ਅਸੀਂ ਜਿਹੜੇ ਸਾਦੇ ਸੀਗੇ ਫੰਕਸ਼ਨ ਦੇ ਵਿੱਚ, ਤਾਂ ਉਹਨਾਂ ਨੂੰ ਇਸ ਕਿਉਂਕਿ ਉਹ ਜਿਹੜੇ ਬੱਚੇ ਆ ਜਿਹੜੇ ਨਾ ਤਾਂ ਉਹ ਅਖਬਾਰ ਪੜ੍ਹਦੇ ਆ ਨਾ ਉਹ ਕੋਈ ਹੋਰ ਲਿਟਰੇਚਰ ਪੜ੍ਹਦੇ ਆ, ਨਸ਼ਿਆਂ ਬਾਰੇ ਕੋਈ ਉਹਨਾਂ ਨੂੰ ਇੰਨਾ ਗਿਆਨ ਹੀ ਨਹੀਂ ਸੀਗਾ ਵੀ ਜਿਹੜਾ ਇਹ ਨਸ਼ਾ ਕਿੱਡਾ ਵੱਡਾ ਨੁਕਸਾਨ ਆ ਸਾਡਾ ਇਹ ਕਰ ਰਹੇ ਆ। ਇਹ ਸੈਮੀਨਾਰ ਕੌਣ ਕਰਦਾ ਸੀ ਜੀ ਆ ਕੇ? ਸੈਮੀਨਾਰ ਅਸੀਂ ਜੀ ਕਰਵਾਇਆ ਸੀਗਾ, ਸੰਗਰੂਰ ਤੋਂ ਇੱਕ ਟੀਮ ਆਈ ਸੀਗੀ ਸਾਡੇ ਕੋਲੇ,
ਉਹਨਾਂ ਨੇ ਅਪੇਰੇ, ਜਿਵੇਂ ਆਪਾਂ ਕਹਿੰਦੇ ਹੁੰਦੇ ਆ, ਅਪੇਰਿਆਂ ਦੇ ਰੂਪ ਦੇ ਵਿੱਚ ਹੀ ਉਹ ਨਸ਼ੇ ਦੇ ਖਿਲਾਫ ਉਹਨਾਂ ਨੇ ਜਿਹੜੇ ਉਹ ਆਪਦੇ ਜਿਹੜੇ ਅਪੇਰੇ ਕੀਤੇ। ਤੇ ਜਿਹੜੇ ਇਹ ਸੈਮੀਨਾਰ ਹੁੰਦੇ ਸੀ, ਹਾਂਜੀ, ਤੁਹਾਨੂੰ ਲੱਗਦਾ ਵੀ ਇਹਦਾ ਅਸਰ ਲੋਕਾਂ 'ਚ ਪਿਆ, ਲੋਕ ਇਸ ਤੋਂ ਪ੍ਰੇਰਨਾ ਹੋਰ ਮਿਲੀ? ਬਿਲਕੁਲ ਜੀ, ਬਿਲਕੁਲ ਲੱਗਦਾ, ਬਿਲਕੁਲ ਇਹਦਾ ਅਸਰ ਹੁੰਦਾ। ਜਿਹੜਾ ਵੀ ਜਦੋਂ ਵੀ ਕੋਈ ਆਪਾਂ ਕੋਸ਼ਿਸ਼ ਕਰਦੇ ਹਾਂ, ਹਰ ਕੋਸ਼ਿਸ਼ ਦਾ ਜੇ ਆਪਾਂ ਕਹਿ ਦਈਏ ਵੀ 100% ਨਹੀਂ ਤਾਂ ਉਹਦਾ 70-80% ਦੇ ਵਿੱਚ ਤਾਂ ਅਸੀਂ ਕਾਮਯਾਬ ਹੁੰਦੇ ਹਾਂ, ਕਿਉਂਕਿ ਹਰ ਕੋਸ਼ਿਸ਼ ਦਾ ਕੋਈ ਨਾ ਕੋਈ ਸਾਨੂੰ ਨਤੀਜਾ ਮਿਲਦਾ ਹੀ ਮਿਲਦਾ, ਸਾਨੂੰ ਉਹਦਾ ਫਾਇਦਾ ਹੁੰਦਾ ਹੀ ਹੁੰਦਾ। ਚਾਹੇ ਉਹ ਲੰਮਾ ਚਿਰ ਪਾ ਕੇ, ਜੇ ਆਪਾਂ ਕਹਿ ਦਈਏ ਵੀ ਜੇ ਅਸੀਂ ਲਗਾਤਾਰ ਜੇ ਤਾਂ ਉਹ ਕੋਸ਼ਿਸ਼ ਜਾਰੀ ਰੱਖਦੇ ਹਾਂ ਤਾਂ ਉਹਦਾ ਅਸਰ ਲੰਮਾ ਚਿਰ ਹੀ ਰਹਿੰਦਾ ਤੇ ਔਰ ਉਹਦੇ ਵਿੱਚ ਗਿਣਤੀ ਵੱਧਦੀ ਜਾਂਦੀ ਆ। ਤੇ ਨਹੀਂ ਤਾਂ ਉਹ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਚਿਰ ਜੇ ਆਪਾਂ ਲੰਮਾ ਚਿਰ ਆ ਉਹ ਤੋਂ ਬਾਅਦ ਆਪਾਂ ਉਹਦਾ ਖਹਿੜਾ ਛੱਡਦੇ ਜਾਂਦੇ ਜਾਂ ਘਟਾਉਂਦੇ ਜਾਂਦੇ ਹਾਂ। ਤਾਂ ਜਿਹੜੇ ਬੰਦੇ ਜਾਗਰੂਕ ਹੋ ਗਏ ਜਾਂ ਉਹ ਸਾਹਿਤ ਪੜ੍ਹਨ ਲੱਗ ਗਏ, ਨਸ਼ੇ ਦੇ ਖਿਲਾਫ ਕੋਈ ਅਖਬਾਰ ਪੜ੍ਹਨ ਲੱਗ ਗਏ ਜਾਂ ਕੋਈ ਜਿਹੜਾ ਚਕੰਨਾ ਕਰਦਾ ਹੈ ਸਾਹਿਤ ਉਹਦੇ ਬਾਰੇ, ਜਾਂ ਮਾਂ ਪਿਓ ਹੀ ਚਕੰਨੇ ਹੋ ਕੇ ਆਪਦੇ ਬੱਚਿਆਂ ਦਾ ਜਿਹੜਾ ਉਹ ਖਿਆਲ ਰੱਖਣ ਲੱਗ ਜਾਂਦੇ ਵੀ ਸਾਡੇ ਬੱਚੇ ਹੁਣ ਦੁਬਾਰਾ ਫੇਰ ਨਾ ਜਿਹੜੀ ਉਹ ਅਲਾਮਤ ਇਹਨਾਂ ਦੇ ਗਲੋਂ ਲੈ ਗਈ, ਫੇਰ ਨਾ ਦੁਬਾਰਾ ਚਿੰਬੜ ਜੇ। ਤਾਂ ਉਹਨਾਂ ਚੀਜ਼ਾਂ ਦਾ ਜਿਹੜਾ ਅਸਰ ਹੈ ਜਿਹੜਾ ਇਹ ਬਹੁਤ ਜ਼ਿਆਦਾ ਹੋਇਆ। ਜਿਹੜੀ ਸਾਡੀ ਅਸੀਂ ਇਹ ਪ੍ਰਕਿਰਿਆ ਦਾ ਜਿਹੜੀ ਕਾਫੀ ਲੰਮੀ ਆ, ਕਿਉਂਕਿ ਉਹ ਹਜੇ ਵੀ ਚੱਲ ਰਹੀ ਆ। ਜਿਹੜੇ ਨੌਜਵਾਨ ਤੁਹਾਨੂੰ ਲੱਗਦਾ ਨਸ਼ਿਆਂ ਵੱਲ ਤੁਰ ਰਹੇ ਨੇ, ਹਾਂਜੀ, ਇਹਨਾਂ 'ਚ ਜਿਹੜਾ ਜ਼ਿਆਦਾ ਬੇਰੁਜ਼ਗਾਰੀ ਕਸੂਰ ਵੱਡਾ ਇੱਕ ਮਸਲਾ ਹੈ, ਇੱਕ ਨਸ਼ੇ ਦੀ ਜਿਹੜੀ ਅਵੇਲੇਬਿਲਟੀ ਹੈ ਵੀ ਨਸ਼ਾ ਮੌਜੂਦ ਹੈ ਹਰ ਜਗ੍ਹਾ ਜਿੱਥੇ ਵੀ ਨੌਜਵਾਨ ਲੋਕ ਨੇ, ਉਹ ਬਹੁਤ ਵੱਡਾ ਮਸਲਾ ਕੀ ਹੈ ਤੁਹਾਨੂੰ ਲੱਗਦਾ? ਇਹਦਾ ਸਭ ਤੋਂ ਵੱਡਾ ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਤਾਂ ਇਹ ਹੈ ਜੀ, ਜਿਹੜੀ ਬੇਰੁਜ਼ਗਾਰੀ ਆ ਉਹ ਤਾਂ ਇੱਕ ਵੱਖਰਾ ਵਿਸ਼ਾ ਹੈਗਾ। ਬੇਰੁਜ਼ਗਾਰੀ ਤਾਂ ਹੈ ਹੀ ਹੈ ਉਹਦੇ ਵਿੱਚ, ਕਿਉਂਕਿ ਜਿਹੜੇ ਲੁੱਟਾਂ ਖੋਹਾਂ ਤਾਂ ਬੇਰੁਜ਼ਗਾਰੀ ਕਰਕੇ ਹੋ ਰਹੀਆਂ, ਪਰ ਨਸ਼ੇ ਦਾ ਹਰ ਥਾਂ ਤੇ ਮਿਲਣਾ, ਜਿੱਥੇ ਵੀ ਮਤਲਬ ਕੋਈ ਬੰਦੇ ਦੀ ਨਹੀਂ ਪਹੁੰਚ ਹੁੰਦੀ ਉੱਥੇ ਵੀ ਨਸ਼ਾ ਮਿਲਣਾ। ਜਿਸ ਤਰ੍ਹਾਂ ਉਹਦਾ ਜਿਹੜਾ ਬਹੁਤ ਵੱਡਾ ਇਫੈਕਟ ਇਹ ਹੋਇਆ ਕਿ ਜਿਹੜਾ ਆਸਾਨੀ ਨਾਲ ਨਸ਼ਾ ਮਿਲਣ ਲੱਗਾ ਜਦੋਂ ਚਿੱਟਾ ਨਸ਼ਾ, ਕਿਉਂਕਿ ਪਹਿਲਾਂ ਤਾਂ ਕਿਸੇ ਨੇ ਸੁਣਿਆ ਹੀ ਨਹੀਂ ਸੀ। ਜਦੋਂ ਇਹ ਧੜਾਧੜ ਇਹਦੀ ਜਿਹੜੀ ਮਾਰਕੀਟਿੰਗ ਹੈ ਜਿਹੜੀ ਉਹ ਪਿੰਡਾਂ ਤੱਕ ਪਹੁੰਚੀ, ਤਾਂ ਜਿਹੜੇ ਪਿੰਡਾਂ ਦੇ ਜਿਹੜੇ ਬੱਚੇ ਸੀਗੇ, ਜਿਹੜੇ ਜਾਂ ਤਾਂ ਕੋਈ ਆਪਾਂ ਕਹਿ ਦਈਏ ਵੀ ਉਹਨਾਂ ਨੂੰ ਗਾਈਡ ਨਹੀਂ ਕਿਸੇ ਨੇ ਕੀਤਾ ਗਿਆ, ਜਾਂ ਉਹ ਵਿਹਲੇ ਸੀਗੇ ਤੇ ਉਹ ਸਿਗਰਟਾਂ ਪੀਣ ਲੱਗ ਜਾਂਦਾ ਪਹਿਲਾਂ ਤਾਂ, ਫਿਰ ਉਹ ਸਿਗਰਟਾਂ ਦੇ ਵਿੱਚ ਸੁੱਖਾ ਪਾ ਕੇ ਪੀਣ ਲੱਗ ਜਾਂਦੇ ਆ, ਜਿਹੜਾ ਨਸ਼ਾ ਕਿ ਆਪਾਂ ਨੂੰ ਆਮ ਸੜਕਾਂ 'ਤੇ ਮਿਲ ਜਾਂਦਾ। ਤੇ ਉਦੋਂ ਬਾਅਦ ਜਦ ਇਹ ਨਸ਼ੇ ਦੀ ਲੱਤ ਪੈ ਜਾਂਦੀ ਹੈ ਬੰਦੇ ਨੂੰ, ਇਹ ਛੱਡ ਨਹੀਂ ਸਕਦਾ ਬਿਨਾਂ ਕਿਸੇ ਨਸ਼ੇ 'ਚ। ਜੇ ਉਹ ਛਡਾਉਂਦੇ ਨਹੀਂ ਨਾ ਆਪਾਂ ਤਾਂ ਉਹ ਛੱਡ ਨਹੀਂ ਸਕਦਾ। ਪਹਿਲਾਂ ਤਾਂ ਕਿਉਂਕਿ ਉਸ ਤਾਂ ਨੌਜਵਾਨੀ ਹੈ ਜਿਹੜੀ ਸ਼ੌਂਕੀਆ ਤੌਰ 'ਤੇ ਦੇਖੋ ਦੇਖੀ ਸੁਸਾਇਟੀ, ਦੂਜਾ ਜਦੋਂ ਗੁਲਾਮ ਹੋ ਜਾਣਾ ਨਸ਼ੇ ਦਾ, ਚਿੱਟਾ ਨਸ਼ਾ ਜਿਹੜਾ ਇਹ ਆਪਣੇ ਆਪ ਨੂੰ ਜਿਹੜੇ ਬੱਚਿਆਂ ਨੂੰ ਗੁਲਾਮ ਬਣਾ ਲੈਂਦਾ। ਆਸਾਨੀ ਨਾਲ ਮਿਲਣਾ ਵੀ ਇਹਦਾ ਬਹੁਤ ਵੱਡਾ ਕਾਰਨ ਹੈ ਤੇ ਬੇਰੁਜ਼ਗਾਰੀ ਵੀ ਇਹਦਾ ਇੱਕ ਕਾਰਨ ਹੈ। ਕਿਉਂਕਿ ਮੈਂ ਆਪਦੀ ਜ਼ਿੰਦਗੀ 'ਚ, ਕਿਉਂਕਿ ਮੈਂ ਇੱਕ ਐਕਸ ਸਰਵਿਸਮੈਨ ਹੈ, ਮੈਂ ਉੱਥੇ ਵੀ ਜਨਰਲ ਸੈਕਟਰੀ ਹਾਂ ਪੰਜਾਬ ਦੇ ਮੋਗਾ ਡਿਪੂ ਦਾ ਵੀ। ਸਾਡੇ ਡਿਪੂ ਦੇ ਵਿੱਚ ਵੀ ਕੁਛ ਮੁਲਾਜ਼ਮ, ਜਿਵੇਂ ਸਾਡੇ ਉੱਥੇ ਤਕਰੀਬਨ 350-400 ਮੁਲਾਜ਼ਮ ਹੈ ਸਰਕਾਰੀ, ਉੱਥੇ ਵੀ 4-5 ਬੰਦੇ ਮੈਂ ਦੇਖੇ ਜਿਹੜੇ ਇਹ ਚਿੱਟੇ ਨਸ਼ੇ ਦੀ ਮਾਰ ਦੇ ਵਿੱਚ। ਉਹਨਾਂ ਨਾਲ ਵੀ ਮੈਂ ਸੰਪਰਕ ਬਣਾਇਆ ਤੇ ਉਹਨਾਂ ਨੂੰ ਜਿਹੜਾ ਬੰਦਾ ਨਸ਼ਾ ਦੇ ਕੇ ਜਾਂਦਾ ਸੀ ਉਹ ਬੰਦੇ ਦਾ ਮੈਂ ਪਹਿਲਾਂ ਪਛਾਣ ਕੀਤੀ, ਬਰਨਾਲੇ ਆਉਂਦਾ ਸੀ। ਉਹਨੂੰ ਮੈਂ ਇਹ ਧਮਕੀ ਦਿੱਤੀ, ਮੈਂ ਕਿਹਾ ਵੀ ਅੱਜ ਤੋਂ ਬਾਅਦ ਜੇ ਤੂੰ ਇੱਥੇ ਆ ਗਿਆ, ਕਿਉਂਕਿ ਉਹਦੇ ਕੋਲੇ ਉਸ ਟਾਈਮ ਕੁਛ ਨਹੀਂ ਸੀ, ਜੇ ਕੋਈ ਉਹਦੇ ਕੋਲੇ ਕੁਛ ਹੁੰਦਾ ਮੈਨੂੰ ਪਤਾ ਵੀ ਮੈਂ ਉਹਨੂੰ ਫੜਾ ਵੀ ਦੇਣਾ ਸੀਗਾ, ਕਿਉਂਕਿ ਸਾਡਾ ਇਹ ਅਸੂਲ ਸੀਗਾ। ਪਰ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਵੀ ਸਿਰਫ ਬੰਦਾ ਉਹੀ ਫੜਾਉਣਾ ਜਿਹੜਾ ਨਸ਼ਾ ਵੇਚਦਾ ਤੇ ਜਿਹਦੇ ਕੋਲੇ ਆ। ਉਹ ਬੰਦੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗ ਗਿਆ ਕਿ ਮੈਂ ਹੁਣ ਮੇਰੀ ਖੈਰ ਨਹੀਂ, ਤਾਂ ਉਹ ਬੰਦਾ ਮੁੜ ਕੇ ਕਦੇ ਵੀ ਮੋਗਾ ਡਿਪੂ ਦੇ ਵਿੱਚ ਨਸ਼ਾ ਵੇਚਣ ਨਹੀਂ ਆਇਆ। ਹਾਲਾਂਕਿ ਉਹਨਾਂ ਨੇ ਚਾਹੇ ਜਿਹੜੇ ਨਸ਼ਾ ਖਾਣ ਵਾਲੇ ਸੀ ਕੋਈ ਹੋਰ ਆਪਣਾ ਕੋਈ ਅਪਰੋਚ ਕਰਕੇ ਇੱਧਰੋਂ ਉੱਧਰੋਂ ਉਹ ਕਰਦੇ ਰਹੇ, ਪਰ ਫਿਰ ਵੀ ਉਹ ਜਿਹੜਾ ਇੱਕਦਮ ਉਹ ਨਸ਼ੇ ਤੇ ਜਿਹੜੀ ਉਹ ਜਿਹੜਾ ਆਉਂਦਾ ਸੀ ਬੰਦਾ ਸਮਗਲਰ, ਉਹ ਨਾ ਆਉਣੇ ਕਰਕੇ ਇੱਕਦਮ ਖੜੋਤ ਆ ਗਈ ਉੱਥੇ। ਤੇ ਜਿਹੜੇ ਉਹ 4-5 ਬੰਦੇ ਸੀ ਉਹਨਾਂ ਦੇ ਵਿੱਚੋਂ ਹੁਣ 2 ਬੰਦੇ ਰਹਿ ਗਏ ਆ। ਉਹਨਾਂ ਦੇ ਵੀ ਜਦੋਂ ਬਾਰ-ਬਾਰ ਅਸੀਂ ਪੀਰੀਅਡ ਲਾਏ, ਮੈਂ ਜਾ ਕੇ ਉਹਨਾਂ ਨੂੰ ਇਹ ਗੱਲ ਸਮਝਾਈ। ਇੱਕ ਦੇ ਤਾਂ 2 ਦੇ ਮੇਰੇ ਕੋਲ ਮਾਂ ਪਿਓ ਵੀ ਆਏ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਕਮੇਟੀ ਚਲਾ ਰਹੇ ਹਾਂ ਰੌਕੇ ਕਲਾਂ 'ਚ, ਤੇ ਉਹਨਾਂ ਨੂੰ ਵੀ ਮੈਥੋਂ ਸਹਿਯੋਗ ਮੰਗਿਆ ਤੇ ਇੱਥੋਂ ਤੱਕ ਵੀ ਉਹਨਾਂ ਨੇ ਕਿਹਾ ਵੀ ਸਾਡਿਆਂ ਨੂੰ ਵੀ ਤੁਸੀਂ ਬੱਚਿਆਂ ਨੂੰ ਉੱਥੇ ਦਾਖਲ ਕਰਾਓ। ਪਿੰਡ ਤੋਂ ਇਲਾਵਾ ਕਿਸ ਤਰ੍ਹਾਂ ਦੇ ਲੋਕਾਂ ਨੇ ਜਾਂ ਸਮਾਜ ਦੇ ਹੋਰ ਜਿਵੇਂ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਹੈ, ਇਹੋ ਜਿਹੇ ਲੋਕਾਂ ਤੋਂ ਤੁਹਾਨੂੰ ਕਿਸ ਤਰ੍ਹਾਂ ਦੀ ਮਦਦ ਮਿਲੀ? ਸਾਨੂੰ ਜੀ ਬਹੁਤ ਜ਼ਿਆਦਾ, ਕਿਉਂਕਿ ਪਹਿਲਾਂ ਤਾਂ ਜਥੇਦਾਰ ਤੋਤਾ ਸਿੰਘ ਜੀ ਵੱਲੋਂ ਸਾਨੂੰ ਬਹੁਤ ਸਪੋਰਟ ਮਿਲੀ। ਦੂਜਾ ਐਸਐਸਪੀ ਖਹਿਰਾ ਸਾਹਿਬ ਇੱਥੇ ਜਿੰਨਾ ਚਿਰ ਖਹਿਰਾ ਸਾਹਿਬ ਇੱਥੇ ਰਹੇ ਆ ਐਸਐਸਪੀ, ਉਹ ਇੱਥੋਂ ਬਦਲ ਕੇ ਫਤਿਹਗੜ੍ਹ ਸਾਹਿਬ ਚਲੇ ਗਏ।
ਉਹਨਾਂ ਨੇ ਇੱਥੋਂ ਤੱਕ ਕਿ ਕਹਿਤਾ ਸੀਗਾ ਵੀ ਜਿਹੜੇ ਥਾਣੇ ਵਾਲੇ ਸੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਆਮ ਨਾਗਰਿਕ ਨਾ ਸਮਝੋ, ਬਲਕਿ ਤੁਸੀਂ ਆਪਣਾ ਇੱਕ ਪੁਲਿਸ ਦਾ ਅੰਗ ਸਮਝੋ, ਕਿਉਂਕਿ ਇਹ ਜੋ ਪੁਲਿਸ ਦਾ ਕੰਮ ਹੈ ਉਹ ਇਹ ਕਰ ਰਹੇ ਆ। ਔਰ ਉਹਨਾਂ ਵੱਲੋਂ ਸਾਨੂੰ ਜਿਸ ਤਰ੍ਹਾਂ ਸਾਡੇ ਤੇ ਝੂਠੀਆਂ ਦਰਖਾਸਤਾਂ ਦਿੱਤੀਆਂ ਗਈਆਂ, ਕਈਆਂ ਵੱਲੋਂ ਪਿੰਡ 'ਚ ਕਈ ਵਿਅਕਤੀ ਆ, ਕੁਛ ਖਾਸ ਕਰਕੇ ਇੱਕ ਜਿਹੜਾ ਉਹ ਸਾਬ ਮੈਂਬਰ ਇੱਥੇ ਸਾਡੇ ਪਿੰਡ ਦੇ ਵਿੱਚ ਆ, ਨਾਂ ਲੈਣਾ ਵਾਜਬ ਨਹੀਂ, ਉਹਨੇ ਸਾਡੀ ਬਹੁਤ ਜ਼ਿਆਦਾ ਮੁਖਾਲਫਤ ਕੀਤੀ। ਚੰਗੇ ਕੰਮ ਵਾਸਤੇ ਚੰਗੇ ਕੰਮ ਉਹਨੂੰ ਇਸ ਕਰਕੇ ਕਿਉਂਕਿ ਉਹ ਇੱਕ ਪਾਰਟੀ ਨਾਲ ਜੁੜਿਆ ਹੋਇਆ, ਕਾਂਗਰਸ ਪਾਰਟੀ ਦਾ ਉਹ ਸੀਨੀਅਰ ਵਾਈਸ ਪ੍ਰਧਾਨ ਵੀ ਆ ਉੱਥੋਂ ਦਾ ਮੋਗਾ ਜ਼ਿਲ੍ਹੇ ਦਾ। ਉਹਨੇ ਇਸ ਗੱਲ ਨੂੰ ਦੂਜੇ ਪਾਸੇ ਤੋੜਨ ਦੀ ਕੋਸ਼ਿਸ਼ ਕੀਤੀ ਮੂਵਮੈਂਟ ਨੂੰ ਕਿ ਜੀ ਇਹ ਮੋਰੀ ਜਿਹੜਾ ਗੁਰਚਰਨ ਸਿੰਘ ਹੈ ਇਹਦਾ ਸਰਪੰਚੀ ਭਾਲਦਾ, ਜਦੋਂ ਕਿ ਇਹਦਾ ਸਾਡਾ ਜਿਹੜਾ ਇਹਦਾ ਕੋਈ ਸਰਪੰਚੀ ਨਾਲ ਜਾਂ ਮੈਂਬਰੀ ਨਾਲ ਇਹਦੇ ਨਾਲ ਕੋਈ ਸਾਡਾ ਸੰਬੰਧ ਹੀ ਨਹੀਂ ਸੀ। ਸਾਡਾ ਤਾਂ ਏਮ ਜਾਂ ਸਾਡਾ ਮਕਸਦ ਵੀ ਜਿਹੜਾ ਘੱਟੋ ਘੱਟ ਜੇ ਹੋਰ ਨਹੀਂ ਅਸੀਂ ਕਰ ਸਕਦੇ ਤਾਂ ਘੱਟੋ ਘੱਟ ਆਪਣੇ ਪਿੰਡ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਤਾਂ ਬਚਾਈਏ। ਔਰ ਸਾਡਾ ਅਸੀਂ ਇਹੀ ਕੋਸ਼ਿਸ਼ ਕੀਤੀ ਵੀ ਕਿਉਂਕਿ ਹੈ ਤਾਂ ਕੰਮ ਸਰਕਾਰ ਦਾ, ਵੱਡੇ ਪੱਧਰ 'ਤੇ ਤਾਂ ਅਸੀਂ ਕੁਛ ਕਰ ਨਹੀਂ ਸਕਦੇ, ਪਰ ਪਿੰਡ ਪੱਧਰ 'ਤੇ ਜਿੰਨਾ ਕੁ ਅਸੀਂ ਕਰ ਸਕਦੇ ਸੀ ਉਹਦੇ 'ਚ ਅਸੀਂ ਜਿੰਨਾ ਵੀ ਸਾਥੋਂ ਟੈਲ ਲੱਗਿਆ ਅਸੀਂ ਲਾਇਆ। ਖਹਿਰਾ ਸਾਹਿਬ ਜਿੰਨਾ ਚਿਰ ਵੀ ਇੱਥੇ ਮੋਗਾ ਜ਼ਿਲ੍ਹੇ ਦੇ ਵਿੱਚ SSP ਰਹੇ ਆ, ਔਰ ਜਦ ਵੀ ਅਸੀਂ ਉਹਨਾਂ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਇੰਨਾ ਰਿਸਪੌਂਸ ਦਿੱਤਾ, ਇੰਨਾ ਸਹਿਯੋਗ ਦਿੱਤਾ ਕਿ ਅਸੀਂ ਉਹਨਾਂ ਦਾ ਜਿੰਨਾ ਵੀ ਧੰਨਵਾਦ ਕਰ ਦਈਏ ਥੋੜ੍ਹਾ ਹੈ। ਤੁਹਾਨੂੰ ਕੀ ਲੱਗਦਾ ਜੀ ਵੀ ਜਿਹੜਾ ਮਸਲਾ ਹੈ ਇਹ ਸਮਾਜ ਆਪਣੇ ਆਪ ਆਪਣੇ ਹੱਥ 'ਚ ਲੈ ਕੇ ਇਹਨੂੰ ਇਹਦਾ ਹੱਲ ਲੱਭ ਸਕਦਾ ਹੈ, ਜਾਂ ਸਰਕਾਰ ਦੀ ਹੀ ਗੁਹਾਰ ਬਾਰ-ਬਾਰ ਲਾਉਣੀ ਚਾਹੀਦੀ ਹੈ ਵੀ ਉਹੀ ਇਹਦਾ ਹੱਲ ਲੱਭੇ? ਦੇਖੋ ਜੀ, ਸਮਾਜ ਕਿਉਂਕਿ ਜਿਹੜਾ ਆਪਣੇ ਤੌਰ ਤੇ ਦੇਖੋ, ਕਿਉਂਕਿ ਜਿਹੜਾ ਤੁਸੀਂ ਉਰੇ ਉਦਮ ਕੀਤਾ ਹੈ ਤੁਹਾਡਾ ਸਮਾਜਿਕ ਉਦਮ ਹੈ, ਤੁਸੀਂ ਆਪ ਜ਼ਿੰਮੇਵਾਰੀ ਲਿੱਤੀ ਹੈ ਇਸ ਚੀਜ਼ ਦੀ, ਤੁਸੀਂ ਆਪਣਾ ਪਿੰਡ ਸੁਰੱਖਿਅਤ ਕਰਨ ਵਾਸਤੇ, ਸੁਧਾਰਨ ਵਾਸਤੇ ਤੁਸੀਂ ਇਹ ਮੁਹਿੰਮ ਚਲਾਈ। ਲੇਕਿਨ ਇਹ ਵੱਡੇ ਪੱਧਰ ਤੇ ਜਿਹੜੀ ਸਰਕਾਰ ਹੀ ਕਰ ਸਕਦੀ ਹੈ। ਦੇਖੋ ਇਹਦਾ ਅਸਲ ਦਾ ਜਿਹੜਾ ਵੱਡੇ ਪੱਧਰ ਤੇ ਕਰਕੇ ਸਰਕਾਰ ਅੱਗੇ ਵੇਖੋ ਅੱਤਵਾਦ ਦਾ ਟਾਈਮ ਸੀਗਾ, 2 ਮਹੀਨਿਆਂ ਦੇ ਵਿੱਚ ਖਤਮ ਕਰਤਾ ਸਰਕਾਰ ਨੇ। ਸਰਕਾਰ ਨੂੰ ਹੈ ਵੀ ਕੀ ਚੀਜ਼ ਆਪ ਸਰਕਾਰ ਕਰ ਸਕਦੀ ਹੈ, ਇਹ ਵੱਡੇ ਪੱਧਰ ਤੇ ਸਰਕਾਰ ਦਾ ਹੀ ਕੰਮ ਹੈ। ਫਿਰ ਤੁਸੀਂ ਇਹੋ ਜੀ ਕੋਈ ਸਰਕਾਰੀ ਅਦਾਰਿਆਂ 'ਚ ਅਪੀਲ ਨਹੀਂ ਕੀਤੀ ਕਿਤੇ ਜਾ ਕੇ ਜੀ ਪੁਲਿਸ ਨੂੰ ਛੱਡ ਕੇ? ਪੁਲਿਸ ਤੋਂ ਜਿਹੜੇ ਜਥੇਦਾਰ ਹੁਣ ਇਹ ਕੋਲੇ ਕਰਦੇ ਰਹੇ ਗੱਲਾਂ, ਉਹਨਾਂ ਕੋਲੇ ਕਰਦੇ ਰਹੇ ਵੀ ਤੁਸੀਂ ਤਾਂ ਤੁਹਾਨੂੰ ਕੀ ਲੱਗਦਾ ਕਿ ਮੁਕੰਮਲ ਤੌਰ ਤੇ ਕਿਉਂ ਨਹੀਂ ਇਹਦੇ ਤੇ ਕੋਈ ਮੁਹਿੰਮ ਚੱਲਦੀ? ਬਹੁਤ ਵੱਡੀ ਲੋਕ ਕਦੀ ਮਾਰਚਾਂ ਕਰਦੇ ਆ, ਕਦੀ ਲੁਧਿਆਣੇ ਵੀ ਮਾਰਚ ਹੋਈ। ਜੇ ਕਹਿ ਦਈਏ ਵੀ ਇਹਦੇ ਵਿੱਚ ਕੋਈ ਸੱਤਾਧਰ ਪਾਰਟੀ ਆ ਜਾਂ ਕੋਈ ਉਹ ਦੂਸਰੀ ਪਾਰਟੀ ਦਾ, ਕਿਸੇ ਇੱਕ ਪਾਰਟੀ ਦਾ ਕੋਈ ਹੱਥ ਨਹੀਂ। ਔਰ ਜਿਹੜੀ ਗੱਲ ਆ ਤੁਸੀਂ ਤੋਂ ਪੁੱਛੀ ਆ ਵੀ ਇਹ ਜਿਹੜਾ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਹੈ, ਇਹਦੇ ਵਿੱਚ ਸਭ ਤੋਂ ਵੱਡੀ ਦਾ ਜ਼ਿੰਮੇਵਾਰੀ ਜੋ ਬਣਦੀ ਆ ਉਹ ਸਰਕਾਰ ਦੀ ਆ। ਉਹਦੇ ਵਿੱਚ ਜੋ ਸਮਾਜਿਕ ਜਥੇਬੰਦੀਆਂ ਜੋ ਚੱਲਦੀਆਂ ਪਿੰਡਾਂ ਦੇ ਵਿੱਚ, ਜਿਸ ਤਰ੍ਹਾਂ ਕੋਈ ਕਲੱਬ ਬਣਦੇ ਆ, ਨੌਜਵਾਨ ਕਲੱਬ ਬਣਦੇ ਆ ਅੱਡ-ਅੱਡ ਨਾਵਾਂ ਦੇ ਉੱਤੇ, ਉਹਨਾਂ ਕਲੱਬਾਂ ਦਾ ਵੀ ਇਹ ਫਰਜ਼ ਬਣਦਾ ਹੈ। ਜਾਂ ਜੋ ਸਮਾਜ ਸੁਧਾਰਕ ਹੈ ਜਾਂ ਜਿੰਨੇ ਵੀ ਕੋਈ ਪ੍ਰਚਾਰਕ ਹੈ, ਜਿਸ ਤਰ੍ਹਾਂ ਕੋਈ ਅਖਬਾਰਾਂ ਇਹ ਕੰਮ ਕਰਦੀਆਂ, ਅਖਬਾਰਾਂ ਦੇ ਜਿਹੜੇ ਐਡੀਟਰ ਆ ਉਹਨਾਂ ਦਾ ਹੀ ਇਹ ਫਰਜ਼ ਬਣਦਾ ਕਿ ਉਹ ਜਿਹੜੇ ਨਸ਼ੇ ਵਾਲੇ ਲੇਖ ਹੈ ਵੱਧ ਤੋਂ ਵੱਧ ਹੈ ਜਿਹੜਾ ਉਹ ਇਹ ਲੋਕਾਂ ਤੱਕ ਪਹੁੰਚਾਉਣ ਕਿ ਜਿਹੜੇ ਨਸ਼ਿਆਂ ਦੀ ਜਿਹੜੀ ਮਾਰ ਆ, ਨਸ਼ੇ ਆ ਜਿਹੜੇ ਸਰੀਰ ਨੂੰ ਕਿੰਨਾ ਖੋਰਾ ਲਾਉਂਦੇ ਆ, ਆਰਥਿਕ ਪੱਧਰ 'ਤੇ ਕਿੰਨਾ ਖੋਰਾ ਲਾਉਂਦੇ ਆ। ਜਿਹੜੇ ਵੀ ਬੰਦੇ ਅਖਬਾਰ ਪੜ੍ਹਦੇ ਆ ਉਹਨਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੂੰ ਜੇ ਕੋਈ ਗਿਆਨ ਆ ਤਾਂ ਉਹ ਆਪਦਾ ਗਿਆਨ ਅੱਗੇ ਵੰਡ ਕੇ, ਕਿਉਂਕਿ ਜਿਹੜਾ ਇਹਦਾ ਅਸਰ ਹੈ ਨਸ਼ੇ ਖਾਣ ਵਾਲੇ 'ਤੇ ਹੀ ਨਹੀਂ ਪੈਂਦਾ, ਕਿਉਂਕਿ ਦੂਜੇ ਲੋਕਾਂ 'ਤੇ ਵੀ ਪੈਂਦਾ, ਜਿਹੜੇ ਸਧਾਰਨ ਆਦਮੀ ਉਹਨਾਂ 'ਤੇ ਵੀ ਪੈਂਦਾ। ਜਿਸ ਤਰ੍ਹਾਂ ਆਬਾਦੀ ਦੇ ਵਾਧੇ ਦਾ ਅਸਰ ਦੂਜਿਆਂ 'ਤੇ ਪੈਂਦਾ ਕਿ ਦੂਜਿਆਂ ਦੀਆਂ ਨੌਕਰੀਆਂ 'ਤੇ ਵੀ ਹੁੰਦਾ, ਇਸੇ ਤਰ੍ਹਾਂ ਹੀ ਜਿਹੜਾ ਨਸ਼ਾ ਜੇ ਵੱਧਦਾ ਹੈ ਸਮਾਜ ਦੇ ਵਿੱਚ ਤਾਂ ਉਹਦਾ ਜਿਹੜਾ ਅਸਰ ਆ ਹਰ ਵਰਗ 'ਤੇ ਪੈਂਦਾ, ਇਕੱਲਾ ਨਸ਼ਾ ਕਰਨ ਵਾਲੇ 'ਤੇ ਨਹੀਂ ਪੈਂਦਾ। ਤੁਸੀਂ ਕੋਈ ਇਹਦਾ ਜਿਹੜੀ ਚੀਜ਼ ਦਾ ਨਸ਼ਾ, ਜਿਹੜੇ ਲੋਕ ਨਸ਼ਾ ਕਰਦੇ ਸੀ ਉਹਦੇ ਆਦੀ ਸੀਗੇ, ਉਹਨਾਂ ਦੇ ਪਰਿਵਾਰ ਵਾਲਿਆਂ ਤੇ ਤੁਸੀਂ ਅਮਲੀ ਤੌਰ ਤੇ ਕੁਝ ਦੇਖਿਆ ਵੀ ਹਾਂ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਇਹਨਾਂ 'ਚ ਮਾਨਸਿਕ ਜਿਹੜੀ ਉਹਨਾਂ ਦੀ ਹਾਲਾਤ ਹੈ ਚੰਗੇ ਨਹੀਂ ਕਰਦੇ? ਬਿਲਕੁਲ ਜੀ, ਕਰਕੇ ਆਰਥਿਕ ਬਹੁਤ ਜ਼ਿਆਦਾ ਉਹਨਾਂ ਦੇ ਜਿਹੜੇ ਮਾਪੇ ਆ ਜੀ, ਉਹਨਾਂ ਦੇ ਵਿੱਚ ਇੰਨਾ ਮਾਨਸਿਕ ਤਣਾਅ ਪਾਇਆ ਜਾਂਦਾ ਆਪਾਂ ਸੋਚ ਵੀ ਨਹੀਂ ਸਕਦੇ, ਪਰ ਉਹ ਕਰ ਵੀ ਕੁਛ ਨਹੀਂ ਸਕਦੇ। ਕਿਉਂਕਿ ਜਦੋਂ ਬੱਚਾ ਨਸ਼ਾ ਕਰਕੇ ਆ ਜਾਂਦਾ ਹੈ, ਉਹ ਜਦੋਂ ਆ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਨਸ਼ਾ ਕਰਕੇ ਕਿਉਂ ਆਏ ਆ, ਕਿੱਥੋਂ ਪੈਸੇ ਲਏ ਆ, ਤਾਂ ਕਈ ਤਾਂ ਇੱਥੋਂ ਤੱਕ ਵੀ ਦੇ ਦਿੰਦੇ ਮੈਂ ਜ਼ਹਿਰ ਪੀ ਲੂੰ, ਕਿਉਂਕਿ ਨਸ਼ੇ ਦੀ ਜਿਹੜੀ ਲੱਤ ਹੈ ਉਹਨਾਂ ਨੂੰ ਇਹ ਸੋਚਣ ਨਹੀਂ ਦਿੰਦੀ ਵੀ ਸਾਡਾ ਮਾਂ ਪਿਓ ਸਾਡੇ ਵਾਸਤੇ ਚੰਗਾ ਸੋਚਦਾ, ਉਹ ਤਾਂ ਇਹ ਸਮਝਦੇ ਆ ਵੀ ਇਹ ਸਾਡਾ ਦੁਸ਼ਮਣ ਹੈ। ਤੇ ਉਹ ਜਿਹੜੇ ਮਾਂ ਪਿਓ ਸਾਡੇ ਕੋਲ ਜਿਨ੍ਹਾਂ ਨੇ ਪਹੁੰਚ ਕੀਤੀ ਹੈ, ਇੱਥੇ ਗੁਰਚਰਨ ਸਿੰਘ ਨੂੰ ਵੀ ਆ ਕੇ ਮਿਲਦੇ ਰਹੇ ਆ, ਔਰ ਆ ਕੇ ਉਹਨਾਂ ਨੇ ਬਾਅਦ 'ਚ ਸਾਨੂੰ ਸ਼ਾਬਾਸ਼ੀ ਵੀ ਦਿੱਤੀ ਆ, ਪਰ ਪਹਿਲਾਂ ਵੀ ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕਹਿੰਦੇ ਰਹੇ ਕਿ ਅਸੀਂ ਬੇਬਸ ਆ, ਸਾਡੇ ਆਖੇ ਨਹੀਂ ਲੱਗਦੇ,
ਤੇ ਇਹਦੇ ਵਿੱਚ ਜਿਹੜਾ ਮਤਲਬ ਰੋਲ ਆ, ਜਿਹੜਾ ਆਪਾਂ ਇਹ ਕਹਿ ਦਈਏ ਵੀ ਇਹਦੇ 'ਚੋਂ ਕਿਸੇ ਦਾ ਵੀ ਕੋਈ, ਸਾਰਿਆਂ ਦਾ ਹੀ ਕਸੂਰ ਹੈ, ਸਮਾਜ ਦਾ ਵੀ, ਸਰਕਾਰ ਦਾ ਸਭ ਤੋਂ ਵੱਧ ਕਸੂਰ ਹੈ। ਪੋਲੀਟੀਕਲ ਜਿਹੜਾ ਵੋਟਾਂ ਦਾ ਰਾਜ ਹੈ, ਜਿਸ ਤਰ੍ਹਾਂ ਵੋਟਾਂ ਮੂਹਰੇ ਆ ਰਹੀਆਂ, ਹੁਣ ਅਸੈਂਬਲੀ ਦੀਆਂ ਵੋਟਾਂ ਆ ਰਹੀਆਂ, ਇਹਨੂੰ ਲੈ ਕੇ ਬਿਆਨਬਾਜ਼ੀ ਸਾਰੇ ਕਰੀ ਜਾਂਦੇ ਆ। ਅਮਲੀ ਤੌਰ ਤੇ ਮੇਰੇ ਹਿਸਾਬ ਨਾਲ ਜਿੰਨਾ ਕਿ ਮੈਨੂੰ ਜਨਰਲ ਨੌਲੇਜ ਹੈ, ਜਿੰਨਾ ਕਿ ਮੈਂ ਗਿਆਨ, ਜਿੰਨੀਆਂ ਅਖਬਾਰਾਂ ਪੜ੍ਹਦਾ ਹਾਂ, ਮੈਂ ਜੋ ਸਾਰਾ ਸਾਹਿਤ ਪੜ੍ਹਦਾ, ਉਹਦੇ ਵਿੱਚ ਕੋਈ ਵੀ ਪਾਰਟੀ ਇਹਦੇ ਵਿੱਚ ਸੀਰੀਅਸਲੀ ਇਹਨੂੰ ਲੈ ਹੀ ਨਹੀਂ ਰਹੀ। ਸਿਰਫ ਇਹ ਆ ਵੀ ਅਸੀਂ ਇਹਦਾ ਰੌਲਾ ਰੱਪਾ ਪਾ ਕੇ ਵਿਰੋਧੀ ਪਾਰਟੀਆਂ ਦੇ ਚਾਹੁੰਦੀਆਂ ਕਿ ਨਸ਼ਾ ਚੱਲਦਾ ਰਹੇ ਤੇ ਅਸੀਂ ਇਹਦਾ ਜਿਹੜਾ ਫਾਇਦਾ ਉਠਾਈਏ ਤੇ ਸਾਡੇ ਇਲੈਕਸ਼ਨ ਵਿੱਚ ਸਾਡੀ ਸਰਕਾਰ ਬਣ ਜੇ। ਕੋਈ ਉਹਨਾਂ ਦਾ ਹੋਰ ਕੋਈ ਹੈ ਹੀ ਨਹੀਂ ਵੀ ਲੋਕਾਂ ਨਾਲ ਉਹਨਾਂ ਦੀ ਹਮਦਰਦੀ ਆ। ਇਹ ਮੇਰੇ ਧਿਆਨ ਦੇ ਵਿੱਚ ਤਾਂ ਇਹ ਗੱਲ ਆਈ ਵੀ ਉਹਨਾਂ ਨੂੰ ਜਮਾਂ ਹੀ ਲੋਕਾਂ ਨਾਲ ਹਮਦਰਦੀ ਨਹੀਂ। ਹਜੇ ਤੱਕ ਸਮਾਜਿਕ ਜਥੇਬੰਦੀਆਂ ਜਿਹੜੀਆਂ ਜਾਂ ਜਿਹੜੇ ਸਮਾਜਿਕ ਜਿਹੜੇ ਲੋਕ ਆ, ਇਹ ਇਹਨਾਂ ਗੱਲਾਂ ਤੇ ਪਹਿਰਾ ਦਿੰਦੇ ਆ, ਉਹ ਇਹ ਗੱਲ ਸੀਰੀਅਸਲੀ ਸੋਚਦੇ ਆ, ਜਿਨ੍ਹਾਂ ਨੂੰ ਤਕਲੀਫ ਹੁੰਦੀ ਆ, ਜਿਨ੍ਹਾਂ ਦੇ ਜੇਬਾਂ ਕੱਟੀਆਂ ਜਾਂਦੀਆਂ, ਜਿਨ੍ਹਾਂ ਤੇ ਕੁੱਟ ਪੈਂਦੀ ਆ, ਜਦੋਂ ਰਾਹ 'ਚ ਜਾਂਦੇ ਆ, ਘਰੋਂ ਬਾਹਰ ਨਿਕਲਦੇ ਆ, ਖੇਤ ਪੱਠੇ ਲੈਣ ਜਾਂਦੇ ਆ, ਤੇ ਪੱਠੇ ਲੈਣ ਜਾਂਦੇ ਵੀ ਡਰਦੇ ਆ ਨਾ। ਜੇ ਉਹ ਬਟੂਆ ਕੱਢ ਕੇ ਵੀ ਜਾਂਦੇ ਆ ਨਾ, ਉਹ ਕਈ ਵਾਰੀ ਉਹਨਾਂ ਨੂੰ ਕਹਿਣਾ ਵੀ ਤੁਸੀਂ ਕਿਉਂ ਨਹੀਂ ਘਰੋਂ ਬਟੂਆ ਲੈ ਕੇ ਆਏ ਜਾਂ ਮੋਬਾਈਲ ਕਿਉਂ ਨਾਲ ਲੈ ਕੇ ਆਏ। ਇਹ ਦੁੱਖ ਦਰਦ ਤਾਂ ਸਿਰਫ ਉਹੀ ਜਾਣਦੇ ਆ ਜਿਨ੍ਹਾਂ ਨੂੰ ਝੱਲਣਾ ਪੈਂਦਾ। ਨਾ ਕਿਸੇ ਲੀਡਰ ਦੀ ਜੇਬ ਕੱਟੀ ਜਾਣੀ ਆ, ਕਿਸੇ ਦੀ ਉਹਨਾਂ ਦੀ ਨਾ ਪੋਲੀਟੀਸ਼ੀਅਨ ਕਿਸੇ ਦੀ ਕੱਟੀ ਜਾਣੀ ਆ, ਨਾ ਕਿਸੇ ਐਡੀਟਰ ਦੀ ਕੱਟੀ ਜਾਣੀ ਆ। ਪ੍ਰਚਾਰ ਕਰਨਾ ਐਡੀਟਰ ਵੀ ਉਹ ਨੋਟ ਲਿਖਦੇ ਆ, ਉਹ ਵੀ ਪਤਾ ਮੈਨੂੰ ਤਾਂ ਇਹਦਾ ਵੀ ਸਾਰੇ ਇੱਕ ਦੂਜੀਆਂ ਦੀ ਪਾਰਟੀਆਂ ਨਾਲ ਜੁੜੇ ਹੋਏ ਆ। ਤੁਸੀਂ ਜਿਹੜੀ ਡੇਰਿਆਂ ਬਾਰੇ ਗੱਲ ਕੀਤੀ ਆ, ਨਸ਼ਾ ਫੈਲਾਉਣ ਦੇ ਵਿੱਚ ਇਹਨਾਂ ਡੇਰਿਆਂ ਦਾ ਵੀ ਹੱਥ ਹੈ। ਜਿਹੜੇ ਗੁਰਦੁਆਰਾ ਸਾਹਿਬ ਨੇ ਪਿੰਡਾਂ ਦੇ, ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਅਜੇ ਕੋਈ ਇਹੋ ਸਾਡੇ ਗੱਲ ਸਾਹਮਣੇ ਨਹੀਂ ਆਏਗੀ। ਚਲੋ ਠੀਕ ਹੈ ਵੀ ਕਈ ਬੰਦੇ ਨਸ਼ਾ ਖਾ ਕੇ ਗੁਰਦੁਆਰਾ ਸਾਹਿਬ ਜਾ ਸਕਦੇ ਹੋਣਗੇ, ਪਰ ਨਸ਼ੇ ਦੇ ਸਾਨੂੰ ਜਿਹੜੇ ਡੇਰਿਆਂ ਦੇ ਵਿੱਚ ਹੀ ਇਹ ਸਾਨੂੰ ਲੱਗਿਆ ਵੀ ਡੇਰਿਆਂ ਦੇ ਵਿੱਚ ਤਕਰੀਬਨ ਜੇ ਆਪਾਂ 100 ਡੇਰਾ ਕਹਿ ਦਈਏ ਤਾਂ ਉੱਥੇ 20 ਡੇਰੇ ਆ ਜਿਹੜੇ ਬਚੇ ਆ, ਬਾਕੀ 80 ਡੇਰਿਆਂ ਦੇ ਵਿੱਚ ਆ ਜਿਹੜਾ ਇਹ ਨਸ਼ਾ ਚੱਲਦਾ। ਭੰਗ ਦਾ ਪਹਿਲਾਂ ਤੋਂ ਮੈਂ ਸਦੀਆਂ ਪੁਰਾਣੀ ਪਰ ਬਚਪਨ ਤੋਂ ਸੁਣਦੇ ਆਏ ਵੀ ਭੰਗ ਡੇਰਿਆਂ ਚੱਲਦੀ ਰਹੀ ਆ। ਉਦੋਂ ਬਾਅਦ ਸਿਗਰਟਾਂ, ਬੀੜੀਆਂ ਜਾਂ ਕੋਈ ਹੋਰ ਇਹ ਜਿਹੇ ਨਸ਼ੇ ਜਿੰਨੇ ਆ, ਜਿਹੜਾ ਨਵਾਂ ਨਸ਼ਾ ਚੱਲਿਆ ਚਿੱਟਾ, ਇਹਦੇ ਵਿੱਚ ਵੀ ਉਹਨਾਂ ਲੋਕਾਂ ਦਾ ਵਿੱਚ ਉਹ, ਕਿਉਂਕਿ ਉਹਨਾਂ ਕੋਲ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਤਾਂ ਹੁੰਦੀ ਨਹੀਂ, ਡੇਰਿਆਂ ਦੀਆਂ ਜ਼ਮੀਨਾਂ ਹੁੰਦੀਆਂ ਔਰ ਉਹ ਨਸ਼ਾ ਖਾਂਦੇ ਆ, ਤੇ ਜਿਹੜੇ ਉਹਨਾਂ ਕੋਲ ਜਾਣ ਲੱਗ ਜਾਂਦੇ ਆ ਚੇਲੇ ਚਾਪੜੇ, ਉਹਨਾਂ ਨੂੰ ਵੀ ਉਹ ਫਿਰ ਲਾ ਦਿੰਦੇ ਆ। ਇਹ ਵੀ ਇਸ ਕਿਸਮ ਦਾ ਜਿਹੜਾ ਨਸ਼ੇ ਨੂੰ ਵਧਾਉਣ ਵਾਸਤੇ ਹੀ ਉਹ ਡੇਰੇ ਕੰਮ ਕਰ ਰਹੇ ਆ। ਅਸੀਂ ਤਾਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਵੀ ਜਿਹੜੇ ਡੇਰੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਸਾਂਭ ਦੇਣਾ ਚਾਹੀਦਾ, ਜਾਂ ਟਰਸਟ ਬਣਾ ਕੇ ਉਹਨਾਂ ਦਾ ਜਿਹੜਾ ਟਰਸਟ ਹੈ ਜਿਹੜਾ ਉਹ ਫੈਸਲਾ ਕਰੇ। ਟਰਸਟ ਦੇ ਵਿੱਚ ਪਿੰਡ ਦੇ ਜਿਹੜੇ ਮੋਹਤਬਾਰ ਬੰਦੇ ਆ ਉਹ ਹੋਣੇ ਚਾਹੀਦੇ ਆ ਜਿਹੜੇ ਨਸ਼ਾ ਮੁਕਤ ਹੋਣ, ਔਰ ਉਹ ਫੈਸਲਾ ਕਰਨ ਵੀ ਜਿਹੜੇ ਡੇਰੇ ਦੀ ਆਮਦਨ ਆ ਉਹ ਕਿਹੜੇ ਪਾਸੇ ਲਾਉਣੀ ਆ। ਹੋਰ ਜਿਸ ਤਰ੍ਹਾਂ ਵੀ ਜਿਹੜੀ, ਕਿਉਂਕਿ ਫਾਈਨੈਂਸ਼ੀਅਲੀ ਜੇ ਆਪਾਂ ਕਹਿ ਦਈਏ ਵੀ ਅਸੀਂ ਜਦੋਂ ਪਿੰਡ ਦੇ ਵਿੱਚ ਕੋਈ ਵੀ ਜਿਹੜਾ ਸਮਾਜ ਸੁਧਾਰ ਕੇ ਵੀ ਆ, ਉਹਨੂੰ ਵੀ ਇਹ ਪ੍ਰੋਬਲਮਾਂ ਆਉਂਦੀਆਂ। ਕੋਈ ਜੇਬ ਦੇ ਵਿੱਚ ਜੇ ਕੁਛ ਹੈ ਨਹੀਂ ਤਾਂ ਉਹ ਕਿਸੇ ਨਹੀਂ ਜਾ ਸਕਦਾ। ਜੇ ਗੱਡੀ ਲੈ ਕੇ ਜਾਣੀ ਆ ਉਹਦੇ 'ਚ ਵੀ ਪੈਟਰੋਲ ਪੈਂਦਾ, ਜੇ ਕਿਰਾਏ 'ਤੇ ਲੈ ਕੇ ਜਾਂਦੇ ਆ ਤਾਂ ਉਹ ਜ਼ਿਆਦਾ ਉਹ ਚੱਲਦਾ। ਜੇ ਹੁਣ ਅਸੀਂ ਪਿੰਡ ਦੇ ਵਿੱਚੋਂ ਜਿਸ ਤਰ੍ਹਾਂ ਪਹਿਲਾਂ ਥੋੜ੍ਹੀ ਬਹੁਤੀ ਕਿਰਾਏ ਇਕੱਠੀ ਕੀਤੀ, ਪਿੰਡ ਨੇ ਸਹਿਯੋਗ ਕੀਤਾ, ਕੁਛ ਡੇਰੇ ਦੇ ਮੰਤ ਨੇ ਸਾਡੇ ਨਾਲ ਕੀਤਾ, ਕਿਉਂਕਿ ਜਿੰਨਾ ਵੀ ਸਾਨੂੰ ਅਸੀਂ ਖਰਚਾ ਆਇਆ ਹੈ, ਸਾਨੂੰ ਜੇਬ 'ਚੋਂ ਵੀ ਖਰਚੇ ਕਰਨੇ ਪਏ ਆ। ਇਹ ਨਹੀਂ ਵੀ ਸਾਨੂੰ ਜੇਬ 'ਚੋਂ ਨਹੀਂ ਕਰਨਾ ਪਿਆ। ਜਦੋਂ ਆਪਾਂ ਕੋਈ ਇਹੋ ਜਿਹਾ ਕੰਮ ਕਰਦੇ ਹਾਂ ਤਾਂ ਉਹਨੂੰ ਆਪਣੀ ਜੇਬ 'ਚੋਂ ਖਰਚ ਕਰਨਾ ਹੀ ਪੈਂਦਾ। ਇੱਕ ਦੂਜਾ ਉਹਨੂੰ ਆਪ ਦਾ ਜਿਹੜਾ ਰਿਸਕ ਹੈ ਜ਼ਿੰਦਗੀ ਦਾ ਉਹ ਵੀ ਲੈਣਾ ਪੈਂਦਾ। ਅਸੀਂ ਉਹ ਸਾਰਾ ਕੰਮ ਹੀ ਕੀਤਾ, ਰਿਸਕ ਵੀ ਲਿਆ ਤੇ ਜੇਬਾਂ 'ਚੋਂ ਖਰਚਾ ਵੀ ਕੀਤਾ ਜੀ। ਮੇਰਾ ਅਗਲਾ ਸਵਾਲ ਸਤਿੰਦਰ ਜੀ ਤੁਹਾਨੂੰ ਤੇ ਪਵਨ ਜੀ ਤੁਹਾਨੂੰ ਹੈ। ਤੁਸੀਂ ਇਸ ਮੁਹਿੰਮ 'ਚ ਇੱਕ ਨੌਜਵਾਨ ਵਜੋਂ ਜੁੜੇ ਹੋਏ ਹੋ ਨਾ, ਤੇ ਤੁਹਾਨੂੰ ਆਪ ਇਹਦੀ ਪ੍ਰੇਰਨਾ ਪਹਿਲਾਂ ਕਿੱਥੋਂ ਮਿਲੀ, ਤੇ ਦੂਜੀ ਗੱਲ ਤੁਹਾਨੂੰ ਕਿਹੋ ਜਿਹੀਆਂ ਮੁਸ਼ਕਿਲਾਂ ਸਾਹਮਣੇ ਆਈਆਂ ਇਹੋ ਜਿਹੀਆਂ, ਕਿਉਂਕਿ ਤੁਸੀਂ ਆਪ ਨੌਜਵਾਨ ਹੋ, ਇਹੋ ਜਿਹੇ ਲੋਕ ਸੀਗੇ ਜਿਹੜੇ ਅੱਗੋਂ ਨਸ਼ਾ ਕਰਦੇ ਸੀਗੇ, ਤੇ ਕੀ ਤੁਸੀਂ ਆਪ ਵੀ ਨਿੱਜੀ ਤੌਰ ਤੇ ਕਈ ਲੋਕਾਂ ਨੂੰ ਪ੍ਰੇਰਨਾ ਦਿੱਤੀ ਵੀ ਹਾਂ ਤੁਸੀਂ ਨਸ਼ਾ ਛੱਡੋ? ਦੇਖੋ ਜੀ, ਸਭ ਤੋਂ ਵੱਡੀ ਸਮੱਸਿਆ ਤਾਂ ਇਹ ਸੀ ਕਿ ਜੇ ਕਿਤੇ ਆਪਾਂ ਬਾਹਰ ਅੰਦਰ ਅੱਜ ਕੱਲ੍ਹ ਸਮੇਂ ਦੇ ਵਿੱਚ ਜਾਂਦੇ ਸੀ ਤਾਂ ਉੱਥੇ ਲੁੱਟ ਖੋਹ ਹੁੰਦੀ ਸੀ। ਇਸ ਲੁੱਟ ਖੋਹ ਦੀ ਵਾਰਦਾਤ ਤੋਂ ਤੰਗ ਪਰੇਸ਼ਾਨ ਆ ਕੇ ਇਸ ਮੁਹਿੰਮ ਦੇ ਵਿੱਚ ਇਸ ਬਜ਼ੁਰਗਾਂ ਦਾ ਇਹਨਾਂ ਦਾ ਸਾਥ ਦਿੱਤਾ, ਤੇ ਇਹਨਾਂ ਦੀ ਪ੍ਰੇਰਨਾ ਸਦਕਾ ਹੀ ਇਸ ਸਾਡੇ ਪਿੰਡ ਨੂੰ ਅਸੀਂ ਠੱਲ ਪਾਈ ਆ, ਤੇ ਇਹ ਜਿੰਨੇ ਵੀ ਆ ਨਸ਼ਾ ਮੁਕਤ ਕੀਤੇ ਆ। ਤੇ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜੋ ਵੀ ਮੁੰਡੇ ਨੌਜਵਾਨ ਵੀਰ ਸਾਡੇ ਨਸ਼ਾ ਕਰਦੇ ਸੀ ਉਹ ਇਸ ਤੋਂ ਪ੍ਰੇਰਿਤ ਹੋ ਕੇ ਅੱਗੇ ਤੋਂ ਨਸ਼ਾ ਨਾ ਕਰਨ ਤੇ ਆਪੋ ਆਪਣੇ ਕਾਰੋਬਾਰ ਕਰਨ, ਕਿਸੇ ਨਾ ਕਿਸੇ ਕੰਮ ਦੇ ਵਿੱਚ ਆਪਦਾ ਹੁਨਰ ਦਿਖਾਉਣ। ਕਿ ਤੁਸੀਂ ਜਿਹੜੀ ਇਹ ਮੁਹਿੰਮ ਹੈ ਇਹਨੂੰ ਆਪਣੇ ਆਲੇ ਦੁਆਲੇ ਪਿੰਡਾਂ 'ਚ ਫੈਲਾਉਣ ਵਾਸਤੇ ਕੁਝ ਕਰਨ ਕੋਸ਼ਿਸ਼ ਕੀਤੀ, ਕੁਝ ਕਰਨ ਦੀ, ਤੇ ਜੇ ਸਫਲ ਹੋਈ ਤਾਂ ਕਿਉਂ ਹੋਈ, ਜੇ ਅਸਫਲ ਹੋਈ ਤਾਂ ਕਿਉਂ ਅਸਫਲ ਹੋ ਰਹੀ ਹੈ?
ਇਹ ਨਸ਼ੇ ਦੀ ਮੁਹਿੰਮ ਨੂੰ ਜੀ ਸਫਲ ਕਰਨ ਲਈ ਅਸੀਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਆ ਜੀ। ਆਪਣੇ ਪਿੰਡ ਪੱਧਰ ਤੇ ਪਹਿਲਾਂ ਤਾਂ ਆਪ ਦੇਖਿਆ ਵੀ ਇਹ ਜੋ ਅਸੀਂ ਕੰਮ ਕਰ ਰਹੇ ਹਾਂ ਸਹੀ ਕਰ ਰਹੇ ਹਾਂ, ਇਸ ਦਾ ਸਾਨੂੰ ਕੋਈ ਫਾਇਦਾ ਮਿਲਿਆ। ਜਿਸ ਦਿਨ ਤੋਂ ਇਹ ਕੰਮ ਕੀਤਾ ਉਸ ਦਿਨ ਤੋਂ ਸਾਡੇ ਪਿੰਡ ਦੇ ਵਿੱਚ ਸਾਨੂੰ ਕੋਈ ਲੁੱਟ ਖੋਹ ਦੀ ਵਾਰਦਾਤ ਨਹੀਂ ਨਜ਼ਰ ਆਈ। ਸਾਰੇ ਲੋਕ ਸੇਫ ਰਹੇ। ਮੇਨ ਗੱਲ ਜਿਹੜੇ ਜ਼ਿਮੀਂਦਾਰ ਭਰਾਵਾਂ ਦੇ ਟਰਾਂਸਫਾਰਮ ਖੇਤਰਾਂ ਦੇ ਵਿੱਚੋਂ ਖੋਏ ਜਾਂਦੇ ਆ ਜਾਂ ਵਿੱਚੋਂ ਤਾਂਬਾ ਕੱਢਿਆ ਜਾਂਦਾ, ਵੇਚਿਆ ਜਾਂਦਾ, ਉਹਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜ਼ਿਮੀਂਦਾਰ ਤਾਂ ਪਹਿਲਾਂ ਹੀ ਹੋਰ ਕਈ ਚੀਜ਼ਾਂ ਤੋਂ ਤੰਗ ਆ, ਜਿਹਨੂੰ ਇਹ ਵੀ ਇੱਕ ਲਾਹਨਤ ਆ ਕਿ ਜੇ ਉਹਨਾਂ ਦੇ ਖੇਤ ਦੇ ਵਿੱਚੋਂ ਕੋਈ ਚੀਜ਼ ਚੋਰੀ ਹੋ ਜਾਂਦੀ ਆ ਤਾਂ ਉਸ ਚੀਜ਼ ਨੂੰ ਕਿਵੇਂ ਪੂਰਾ ਕਰਨ। ਤੁਸੀਂ ਇੱਕ ਗੱਲ ਸ਼ੁਰੂ 'ਚ ਕਹੀ ਵੀ ਤੁਹਾਨੂੰ ਲੋਕਲ ਜਿਹੜੀ ਪੁਲਿਸ ਹੈ ਉਹਦੀ ਬਹੁਤ ਮਦਦ ਮਿਲੀ। ਹਾਂਜੀ। ਤੁਹਾਨੂੰ ਕਿਸ ਤਰੀਕੇ ਨਾਲ ਪੁਲਿਸ ਨੇ ਤੁਹਾਡੀ ਮਦਦ ਕੀਤੀ, ਕਿਸ ਤਰ੍ਹਾਂ ਦਾ ਉਹਨਾਂ ਵੱਲੋਂ ਕਦ ਤੱਕ ਉਹ ਮਦਦ ਮਿਲਦੀ ਰਹੀ ਤੁਹਾਨੂੰ, ਤੇ ਕੀ ਅੱਜ ਵੀ ਉਹ ਮਦਦ ਬਰਕਰਾਰ ਹੈ? ਪੁਲਿਸ ਦਾ ਸਹਿਯੋਗ ਬਹੁਤ ਵਧੀਆ ਮਿਲਿਆ ਜੀ। ਜੇਕਰ ਅਸੀਂ ਕੋਈ ਵਧੀਆ ਕੰਮ ਕਰਦੇ ਸੀ, ਪੁਲਿਸ ਨੇ ਸਾਡੇ ਉੱਪਰ ਮਾਣ ਕਰਕੇ, ਸਾਡੇ ਉੱਪਰ ਉਹਨਾਂ ਨੇ ਵਿਸ਼ਵਾਸ ਕਰਕੇ ਸਾਡਾ ਸਹਿਯੋਗ ਦਿੱਤਾ। ਜੋ ਵੀ ਨੌਜਵਾਨ ਵਧੀਆ ਕੰਮ ਕਰਦੇ ਆ, ਪੁਲਿਸ ਉਹਨਾਂ ਦੀ ਹਮੇਸ਼ਾ ਮਦਦ ਕਰਦੀ ਆ ਤੇ ਕਰਦੀ ਰਹੂਗੀ। ਪਵਨ ਜੀ, ਇਹ ਗੱਲ ਆਈ ਵੀ ਤੁਹਾਡੇ ਕੋਲ ਲਾਇਸੈਂਸ ਵਾਲਾ ਅਸਲਾ ਹੈਗਾ ਤੇ ਇਹੋ ਜਿਹੀਆਂ ਅੰਦੇਸ਼ਾ ਸੀਗਾ ਵੀ ਕੋਈ ਹਮਲਾ ਵੀ ਕਰ ਸਕਦਾ ਹੈ, ਕਿ ਤੁਹਾਨੂੰ ਕਦੀ ਇਹੋ ਜਿਹਾ ਡਰ ਮਹਿਸੂਸ ਹੋਇਆ ਜਾਂ ਤੁਸੀਂ? ਨਹੀਂ, ਡਰ ਨਹੀਂ ਮਹਿਸੂਸ ਹੋਇਆ ਜੀ। ਵੈਸੇ ਹੀ ਅਸੀਂ ਤਾਂ ਕੋਲੇ ਰੱਖਦੇ ਸੀ ਆਪਦੀ ਸੇਫ ਵਾਸਤੇ ਵੀ ਕੋਈ ਇਹ ਜੀ ਕੋਈ ਦਿੱਕਤ, ਕੋਈ ਮੂਹਰੋਂ ਬੰਦਾ ਕੋਈ ਕਰ ਨਾ ਦੇਵੇ, ਪਰ ਇਹ ਜੀ ਕੋਈ ਦਿੱਕਤ ਆਈ ਨਹੀਂ ਗਈ। ਤੁਸੀਂ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਸੀ, ਤੁਹਾਡੇ ਵਰਗੇ ਹੋਰ ਨੌਜਵਾਨ ਵੀ ਸੀਗੇ, ਤੁਹਾਨੂੰ ਲੱਗਦਾ ਵੀ ਇਹ ਜੁੜੇ ਹੋਏ ਆ ਜੀ, ਹੁਣ ਵੀ ਜੁੜੇ ਹੋਏ ਆ। ਹੁਣ ਵੀ ਜੁੜੇ ਹੋਏ ਆ ਜੀ। ਅਸੀਂ ਹੁਣ ਵੀ ਹਜੇ ਵੀ ਜਾਗਰਣ ਚਾਲੂ ਆ ਸਾਡੀ ਮੁਹਿੰਮ। ਜਿਹੜੀ ਕਮੇਟੀ ਆ ਹੁਣ ਵੀ ਅਸੀਂ ਹੁਣ ਸਾਰੇ ਹੁਣ ਵੀ ਇਕੱਠੇ ਜਾਣਗੇ। ਤੇ ਜਿਹੜੇ ਇਸ 'ਚ ਜ਼ਿਆਦਾ ਨੌਜਵਾਨਾਂ ਦਾ ਹੱਥ ਹੈ ਤੁਹਾਡੀ ਕਮੇਟੀ 'ਚ, ਜ਼ਿਆਦਾ ਬਜ਼ੁਰਗਾਂ ਦਾ ਹੱਥ ਹੈ ਜੀ? ਨਹੀਂ, ਨੌਜਵਾਨ ਜ਼ਿਆਦਾ ਜੀ। ਨੌਜਵਾਨ ਜ਼ਿਆਦਾ। ਅਸੀਂ ਤਾਂ ਦੋ ਹੀ ਆ ਬਜ਼ੁਰਗ ਤਾਂ। ਬਜ਼ੁਰਗ ਸਾਡੇ 2-4 ਸੀਗੇ ਜੀ ਮੇਨ ਸਾਡੇ ਨਾਲ, ਜੋ ਸਾਨੂੰ ਇੱਕ ਸੇਧ ਦੇ ਰਹੇ ਸੀ। ਜਿੱਦਾਂ ਉਹਨਾਂ ਦੇ ਉਮਰ ਦੇ ਤਜਰਬੇ ਦੇ ਹਿਸਾਬ ਨਾਲ ਉਹ ਸਾਨੂੰ ਦੱਸਦੇ ਸੀ, ਅਸੀਂ ਉਸੇ ਤਰ੍ਹਾਂ ਕਰ ਰਹੇ ਸੀਗੇ। ਤੁਸੀਂ ਇਹ ਦੱਸਿਆ ਵੀ ਇਹ ਬਠਿੰਡੇ ਡੀ ਐਡਿਕਸ਼ਨ ਸੈਂਟਰ ਹੈ, ਹਾਂਜੀ। ਜਿੱਥੇ ਤੁਸੀਂ ਡਾਕਟਰ ਮਾਨ ਦਾ ਨਾਮ ਲਿੱਤਾ ਹੈ। ਹਾਂਜੀ। ਤੁਸੀਂ ਆਪ ਉੱਥੇ ਗਏ, ਤੁਸੀਂ ਕਿਹਾ ਵੀ ਉੱਥੇ ਬਹੁਤ ਚੰਗੀਆਂ ਸਹੂਲਤਾਂ ਨੇ। ਹਾਂਜੀ। ਤੁਸੀਂ ਮੈਨੂੰ ਥੋੜਾ ਜਿਹਾ ਸਮਝਾਓਗੇ ਵੀ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ, ਕਿਸ ਤਰ੍ਹਾਂ ਦਾ ਮਾਹੌਲ ਇਹਨਾਂ ਮੁੰਡਿਆਂ ਨੂੰ ਉੱਥੇ ਮਿਲਿਆ, ਹਾਂਜੀ। ਤੇ ਉਹ ਕਿਸ ਤਰ੍ਹਾਂ ਦਾ ਉੱਥੇ ਇਲਾਜ ਉਹਨਾਂ ਨੂੰ ਮਿਲਿਆ? ਦੇਖੋ ਜੀ, ਹਸਪੀਟਲਾਂ ਦੇ ਵਿੱਚ ਹਸਪੀਟਲ ਕਾਹਦੇ ਲਈ ਬਣਾਏ ਜਾਂਦੇ ਆ? ਲੋਕਾਂ ਦੀ ਸਿਹਤ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਉਹਨਾਂ ਦਾ ਸਹੀ ਇਲਾਜ ਹੋ ਸਕੇ। ਜਿੱਥੇ ਕਿ ਸਾਨੂੰ ਹਰ ਚੀਜ਼, ਅਸੀਂ ਪਹਿਲਾਂ ਗਏ ਜਾ ਕੇ ਉੱਥੇ ਦੇਖਿਆ, ਸਾਨੂੰ ਹਰ ਚੀਜ਼ ਉਹਨਾਂ ਦਾ ਮਤਲਬ ਟ੍ਰੀਟਮੈਂਟ ਪੱਖੋਂ, ਸਫਾਈ ਪੱਖੋਂ, ਉਹਨਾਂ ਦੀ ਜ਼ਿੰਮੇਵਾਰੀ ਪੱਖੋਂ ਜੋ ਵੀ ਅਸੀਂ ਉੱਥੇ ਦਾਖਲ ਕਰਾਉਣੇ ਆ। ਇਹ ਤਾਂ ਆਮ ਗੱਲ ਹੈ, ਇੱਕ ਨਸ਼ਾ ਛਡਾਉਣ ਵਾਸਤੇ ਉੱਥੇ ਕੀ ਮਾਹੌਲ ਸੀਗਾ? ਨਸ਼ਾ ਛਡਾਉਣ ਵਾਸਤੇ ਉਹਨਾਂ ਦਾ ਜੀ ਇੱਕ ਸਪੈਸ਼ਲ ਰੂਮ ਉਹਨਾਂ ਦੇ ਬਣੇ ਹੋਏ ਸੀ। ਉਹਦੇ ਨਾਲ ਮਤਲਬ ਉੱਥੇ ਉਹਨਾਂ ਨੂੰ ਸਵੇਰ ਤੋਂ ਨਹਾਉਣ ਧੋਣ ਤੋਂ ਲੈ ਕੇ, ਫਰੈਸ਼ਨੈਸ ਤੋਂ ਲੈ ਕੇ, ਰੋਟੀ ਪਾਣੀ ਤੱਕ, ਉਹਨਾਂ ਦੀ ਦਵਾਈ ਤੱਕ, ਮੈਡੀਸਨ ਤੱਕ। ਮੇਨ ਗੱਲ ਜਿਹੜਾ ਉਹਨਾਂ ਦਾ ਕਿ ਉਹ ਸਾਰੇ ਬੱਚਿਆਂ ਨੂੰ ਜਿੰਨੇ ਵੀ ਉੱਥੇ ਨਸ਼ਾ ਛੱਡਣ ਗਏ ਆ, ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਉੱਪਰ ਉਹ ਇੱਕ ਟੀਮ ਵਰਕ ਦੇ ਤੌਰ ਤੇ ਇੱਕ ਮਤਲਬ ਉਹਨਾਂ ਨੂੰ ਸੇਧ ਦਿੰਦੇ ਸੀ। ਉਹਨਾਂ ਦੇ ਮਾਨਸਿਕ ਤੌਰ ਤੇ ਉਹਨਾਂ ਦੇ ਤਣਾਅ ਪਾਉਂਦੇ ਸੀ ਕਿ ਇਸ ਚੀਜ਼ ਨੂੰ ਛੱਡੋ, ਕਿ ਨਸ਼ਾ ਤੁਹਾਡਾ ਬੇੜਾ ਗਰਕ ਕਰ ਦੇ। ਜੋ ਵੀ ਨਸ਼ੇ ਛਡਾਉਣ ਵਾਲੇ ਸੈਂਟਰ ਬਣਿਆ ਜੀ, ਉਹਨਾਂ ਨੂੰ ਦੇਖਦੇ ਹੋਏ ਸਭ ਤੋਂ ਵਧੀਆ ਸੈਂਟਰ ਸਾਨੂੰ ਬਠਿੰਡੇ ਦਾ ਲੱਗਿਆ, ਜੋ ਕਿ ਬਠਿੰਡਾ ਡਰੱਗ ਡੀ ਸੈਂਟਰ ਆ, ਸਰਕਾਰੀ ਹਸਪਤਾਲ ਦੇ ਵਿੱਚ, ਜਿੱਥੇ ਕਿ ਡਾਕਟਰ ਮਾਨ ਦੀ ਮੌਜੂਦਗੀ ਦੇ ਵਿੱਚ ਜੋ ਵੀ ਨਸ਼ਾ ਕਰਦੇ ਆ ਨੌਜਵਾਨ ਵੀਰ, ਉਹਨਾਂ ਦਾ ਇਲਾਜ ਕੀਤਾ ਜਾਂਦਾ ਤੇ ਉਹਨਾਂ ਨੂੰ ਸਹੀ ਸੇਧ ਦੇ ਕੇ ਉਹਨਾਂ ਦੇ ਮਾਪਿਓ ਦੇ ਮਤਲਬ ਉਹਨਾਂ ਨੂੰ ਹਵਾਲੇ ਕੀਤਾ ਜਾਂਦਾ ਹੈ। ਉੱਥੇ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਨਸ਼ਾ ਛਡਾਉਣ ਦੇ ਸੰਬੰਧ 'ਚ ਕਿੰਨੀਆਂ ਅਨੁਕੂਲ ਨੇ? ਜੋ ਉੱਥੇ ਨਸ਼ਾ ਛਡਾਉਣ ਦੇ ਮੱਦੇਨਜ਼ਰ ਅਨੁਕੂਲ ਸਮਝੀਆਂ ਜਾਂਦੀਆਂ ਜੀ। ਦਵਾਈ ਪੱਖੋਂ, ਲੈਬੋਰਟਰੀ ਦੇ ਟੈਸਟਾਂ ਪਾਸੋਂ, ਮਤਲਬ ਹਰ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰਾ ਸਹਿਯੋਗ ਦਿੱਤਾ ਜਾਂਦਾ ਜੀ ਮਰੀਜ਼ਾਂ ਨੂੰ। ਜੋ ਵੀ ਉੱਥੇ ਨੌਜਵਾਨ ਵੀਰ ਨਸ਼ਾ ਛੱਡਣ ਜਾਂਦੇ ਆ, ਉਹਨਾਂ ਦਾ ਪੂਰਾ ਫੁੱਲ ਸਹਿਯੋਗ ਦੇ ਕੇ ਡਾਕਟਰ ਮਾਨ ਉਹਨਾਂ ਨੂੰ ਮਾਨਸਿਕ ਤੌਰ ਤੇ ਵੀ ਉਹਨਾਂ ਦੀਆਂ ਕਲਾਸਾਂ ਵੀ ਲਾਉਂਦੇ ਡੇਲੀ, ਜੋ ਘੰਟਾ ਉਹਨਾਂ ਨੂੰ 1 ਘੰਟਾ ਉਹਨਾਂ ਲਈ ਸਪੈਸ਼ਲ ਕੱਢ ਕੇ ਉਹਨਾਂ ਨੂੰ ਪ੍ਰੇਰਿਤ ਕਰਦੇ ਆ। ਤੁਸੀਂ ਕੁਛ ਇਹਦੇ ਬਾਰੇ ਹੋਰ ਜਾਣਕਾਰੀ ਦੇਣਾ ਚਾਹੋਗੇ, ਉੱਥੇ ਦੇ ਇਲਾਜ ਬਾਰੇ, ਉੱਥੇ ਦੇ ਮਾਹੌਲ ਬਾਰੇ? ਇਹ ਇਲਾਜ ਤਾਂ ਜੀ ਉੱਥੇ ਬਹੁਤ ਸਹੀ ਹੋ ਰਿਹਾ ਹੈ, ਕਿਉਂਕਿ ਜਿਸ ਤਰ੍ਹਾਂ ਹਰ ਇਲਾਜ ਸਫਲ ਹੋਇਆ ਜੀ ਉੱਥੇ? ਹਰ ਇਲਾਜ ਦੇਖੋ ਸਫਲ ਹੈ। ਜਿਹੜਾ ਆਪਾਂ ਕਹਿ ਦਿੰਦੇ ਜੀ, ਜਦੋਂ ਆਪਾਂ ਕੋਈ ਕੋਸ਼ਿਸ਼ ਕਰਦੇ ਆ, ਕੋਈ ਵੀ ਕੰਮ ਕਰਦੇ ਆ, ਉਹਦੇ ਵਿੱਚ ਆਪਾਂ ਕੋਈ 100% ਜੇ ਨਾ ਹੋਵੇ ਤਾਂ ਆਪਾਂ 90% ਕਾਮਯਾਬ ਹੋ ਕੇ ਨਿਕਲਦੇ ਆ। ਪਰ ਉੱਥੇ ਜਿਸ ਤਰ੍ਹਾਂ ਤੁਸੀਂ ਪੁੱਛਿਆ ਸੀ ਮੁੰਡੇ ਨੂੰ ਸਵਾਲ ਵੀ ਉਹਨਾਂ ਵੱਲੋਂ ਜੋ ਮਤਲਬ ਸਹਿਯੋਗ ਕਿਸ ਤਰ੍ਹਾਂ ਦਾ ਸੀਗਾ, ਕਿਸ ਤਰ੍ਹਾਂ ਦਾ ਮਾਹੌਲ ਸੀ ਉੱਥੇ ਡਾਕਟਰ ਮਾਨ ਆ ਜਿਹੜੇ ਬਹੁਤ ਕਾਬਲ ਅਫਸਰ ਆ, ਉਹ ਜੋ ਉਹਨਾਂ ਨੇ ਉਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਔਰ ਉਹ ਕਰਕੇ ਰੱਖਦੇ ਸੀ ਹਮੇਸ਼ਾ ਹੀ ਵੀ ਜਿਹੜੇ ਬੰਦੇ ਕੋਈ ਨਸ਼ਾ ਛੱਡਣ ਆਉਂਦਾ ਤਾਂ ਉਹਨਾਂ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਉਹਨਾਂ ਨੂੰ ਇਹ ਨਾ ਹੋਵੇ ਵੀ ਉਹ ਸਾਨੂੰ ਵਿਚਾਲੇ ਛੱਡ ਕੇ ਇੱਥੋਂ ਭੱਜ ਜਾਣ।
ਉਹ ਇਸ ਤਰ੍ਹਾਂ ਇਸੇ ਕਰਕੇ ਉਹ ਜਿਹੜਾ ਉਹ ਆਪਦਾ ਜਿਹੜਾ ਘੰਟਾ ਇੱਕ ਜਿਹੜਾ ਬੱਚਿਆਂ ਨੂੰ ਇਕੱਠੇ ਕਰਕੇ ਭਾਸ਼ਣ ਦਿੰਦੇ ਸੀਗੇ ਤੇ ਹਮੇਸ਼ਾ ਇਹ ਵੀ ਧਿਆਨ ਰੱਖਦੇ ਸੀ ਵੀ ਇਹਨਾਂ ਨੂੰ ਨਹਾਉਣ ਧੋਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਇਹਨਾਂ ਨੂੰ ਖਾਣ ਪੀਣ ਦੀ ਕੋਈ ਕਮੀ ਨਾ ਆਵੇ, ਕੋਈ ਦਵਾਈਆਂ ਦੀ ਕਮੀ ਨਾ ਆਵੇ। ਉਹਨਾਂ ਨੇ ਹਰ ਪੱਖੋਂ ਜਾਣੀ 100% ਹੀ ਉਹਨਾਂ ਨੇ ਕਮੇਟੀ ਦਾ ਵੀ ਸਹਿਯੋਗ ਕੀਤਾ ਔਰ ਜਿਹੜੇ ਨਸ਼ਾ ਛੱਡਣ ਸਾਡੇ ਬੰਦੇ ਗਏ ਆ ਉਹ ਵੀ ਤੇ ਜਿਹੜੇ ਹੋਰ ਵੀ ਉੱਥੇ ਜਿਹੜੇ ਨਸ਼ਾ ਛੱਡਣ ਵਾਸਤੇ ਆਉਂਦੇ ਸੀ, ਡਾਕਟਰ ਮਾਨ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਤੇ ਰਹੂਗਾ ਵੀ ਸ਼ਾਇਦ। ਤੇ ਧਮਕੀਆਂ ਤੋਂ ਇਲਾਵਾ ਕੋਈ ਇਹੋ ਜਿਹੀ ਮੁਸ਼ਕਲ ਆਈ ਜਿਹੜੀ ਤੁਹਾਨੂੰ ਅਮਲੀ ਤੌਰ ਤੇ ਤੁਹਾਨੂੰ ਕਦੀ ਹੌਸਲਾ ਡਿੱਗ ਜਾਂਦਾ ਸੀ ਵੀ ਇਹ ਕੰਮ ਆਪਾਂ ਤੋਂ ਨਹੀਂ ਹੋਣਾ? ਨਹੀਂ ਜੀ, ਧਮਕੀਆਂ ਤੋਂ ਬਿਨਾਂ ਤਾਂ ਜਿਹੜੇ ਇਹ ਸੀਗਾ ਤੁਹਾਨੂੰ ਕਿਹਾ ਵੀ ਜਿਹੜੀਆਂ ਦਰਖਾਸਤਾਂ ਦਿੰਦੇ ਸੀ ਜਿਹੜੇ ਬੰਦੇ ਪਿੰਡ ਦੇ ਵਿੱਚ ਕੋਈ ਵਿਰੋਧੀ ਪਾਰਟੀਆਂ ਹੈਗੀਆਂ ਜਿਹੜੇ ਇਹ ਸੋਚਦੇ ਸੀਗੇ ਵੀ ਕੱਲ੍ਹ ਨੂੰ ਸਾਡੀ ਜਿਹੜੀ ਲੀਡਰਸ਼ਿਪ ਆ ਅਸੀਂ ਜੋ ਮੈਂਬਰ ਬਣੇ ਹੋਰ ਆ ਕੱਲ੍ਹ ਨੂੰ ਸਾਡੀ ਇਹ ਮੈਂਬਰੀ ਨਾ ਜਾਵੇ ਕਿਤੇ, ਉਹ ਇਹੋ ਜਿਹੀਆਂ ਝੂਠੀਆਂ ਸੱਚੀਆਂ ਦਰਖਾਸਤਾਂ ਇੱਧਰੋਂ ਦਵਾਤੀਆਂ ਕਿਸੇ ਤੋਂ ਕੋਈ ਇੱਥੇ ਕੁਛ ਇਹੋ ਜਿਹੇ ਆਨਸਰ ਵੀ ਹੁੰਦੇ ਆ ਜਿਹੜੇ ਇਸ ਗੱਲ ਦੇ ਵਿੱਚ ਖੁਸ਼ ਹੀ ਨਹੀਂ ਹੁੰਦੇ ਵੀ ਪਿੰਡ ਦੇ ਵਿੱਚੋਂ ਨਸ਼ਾ ਬੰਦ ਹੋਵੇ, ਕਿਉਂਕਿ ਇਹਦੇ ਨਾਲ ਵੀ ਕਈਆਂ ਦਾ ਜਿਹੜੇ ਜੁੜੇ ਹੋਏ ਹੁੰਦੇ ਆ ਮਕਸਦ ਦੇ ਹਿੱਤ ਜੁੜੇ ਹੁੰਦੇ ਆ। ਇਸ ਕਰਕੇ ਉਹ ਜਿਹੜੀ ਮੁਸ਼ਕਲ ਸਾਨੂੰ ਉਹਨੂੰ ਅਸੀਂ ਇਸ ਕਰਕੇ ਕ੍ਰੀਏਟ ਕਰਦੇ ਰਹੇ ਕਿ ਅਸੀਂ ਨਿਡਰ ਹੋ ਕੇ ਬਿਲਕੁਲ ਬੇਡਰ ਹੋ ਕੇ ਜਿਹੜਾ ਇਹ ਕੰਮ ਕੀਤਾ ਉਹ ਬੜੇ ਬੰਦਿਆਂ ਦੀ, ਕਿਉਂਕਿ ਸਾਨੂੰ SSP ਸਾਹਿਬ ਦਾ ਬਹੁਤ ਜ਼ਿਆਦਾ ਸਹਿਯੋਗ ਸੀ। ਉਹਦੇ ਨਾਲ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਥਾਣਾ ਮੁਖੀ ਸੀ ਗੁਰਵਿੰਦਰ ਸਿੰਘ, ਜਿੰਨਾ ਚਿਰ ਉਹ ਰਿਹਾ ਉਹਨੇ ਵੀ ਸਾਨੂੰ 100% ਜਿਹੜਾ ਸਹਿਯੋਗ ਦਿੱਤਾ ਔਰ ਉਹਨੇ ਕਿਹਾ ਵੀ ਕੋਈ ਗੱਲ ਨਹੀਂ। SSP ਨੇ ਬੁਲਾ ਕੇ ਜਿਹੜਾ ਥਾਣਾ ਮੁਖੀ ਸੀ ਗੁਰਵਿੰਦਰ ਸਿੰਘ ਉਹਨੂੰ ਮੋਗੇ ਬੁਲਾ ਕੇ ਇਹ ਗੱਲ ਕਹੀ ਕਿ ਤੂੰ ਇਹ ਨਾ ਸਮਝ ਕਿ ਤੂੰ SHO ਆ, ਜੇ ਨਸ਼ੇ ਵਾਲੀ ਕਮੇਟੀ ਦਾ ਤੂੰ ਕੋਈ ਸਹਿਯੋਗ ਮੰਗਦੇ ਤੂੰ SSP ਸਾਹਿਬ ਦੇ ਤੌਰ ਤੇ ਤੂੰ ਇਹਨਾਂ ਨੂੰ ਸਹਿਯੋਗ ਦੇਣਾ, ਤੂੰ ਮੈਥੋਂ ਨਹੀਂ ਡਰਨਾ। ਪਾਰਟੀ ਤੋਂ ਉੱਪਰ ਉੱਠ ਕੇ ਕੋਈ ਪਾਰਟੀਆਂ ਸੰਬੰਧੀ ਸੀ ਰੱਖਿਆ ਵੀ ਜਾਂ ਅਕਾਲੀ ਪਾਰਟੀ ਨੇ ਅਸੀਂ ਜਾਂ ਕਾਂਗਰਸ ਨੂੰ ਆਪਾਂ ਕੋਈ ਦੁਸ਼ਮਣੀ ਕੱਢਣੀ ਹੈ ਜਾਂ ਹੋਰ ਕੱਢਣੀ ਹੈ, ਕੋਈ ਵੀ ਇੱਕ ਵੀ ਕੇਸ ਨਹੀਂ ਹੈ। ਗੁਰਦੁਆਰੇ ਸਹੁੰ ਖਾ ਕੇ ਪਹਿਲਾਂ ਅਸੀਂ ਨਸ਼ਾ ਜਿਹੜੇ ਖਾਣ ਵਾਲੇ ਜਿਹੜੇ ਬੱਚੇ ਸੀ ਉਹਨਾਂ ਦੀਆਂ ਮੁਸ਼ਕਲਾਂ, ਉਹਨਾਂ ਦੇ ਜਿਹੜੇ ਪੇਰੈਂਟਸ ਸੀ, ਉਹਨਾਂ ਦੇ ਮਾਂ-ਬਾਪ ਸੀ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਦੇਖ ਕੇ ਸਾਨੂੰ ਮਤਲਬ ਮੈਨੂੰ ਇੱਕ ਬਹੁਤ ਵੱਡੀ ਜਿਹੜੀ ਆ ਇਹ ਸਮੱਸਿਆ ਲੱਗਦੀ ਆ। ਮੈਂ ਇਹ ਅਪੀਲ ਕਰਨਾ ਚਾਹੁੰਦਾ ਹਰ ਮਾਪੇ ਦੇ ਸਾਹਮਣੇ, ਹਰ ਬੱਚੇ ਦੇ ਸਾਹਮਣੇ ਅਤੇ ਇੱਥੋਂ ਤੱਕ ਕਿ ਮੈਂ ਸਮਾਜ ਦੇ ਸਾਹਮਣੇ ਵੀ ਅਪੀਲ ਕਰਦਾ ਕਿ ਇਹਨੂੰ ਜਿੰਨਾ ਛੇਤੀ ਹੋ ਸਕੇ ਇਸ ਜਿਹੜੀ ਨਸ਼ੇ ਦੀ ਲਾਹਨਤ ਹੈ ਇਹਨੂੰ ਸਮਾਜ ਦੇ ਵਿੱਚੋਂ ਦੂਰ ਕੀਤਾ ਜਾਵੇ ਤੇ ਜਿਹੜਾ ਵੀ ਜਿੰਨਾ ਵੀ ਕੋਈ ਸਹਿਯੋਗ ਕਰ ਸਕਦਾ ਉਹ ਵੱਧ ਤੋਂ ਵੱਧ ਸਹਿਯੋਗ ਕਰੇ। ਨਸ਼ੇ ਛੱਡਣ ਵਾਲੇ ਸੀਗੇ ਜੀ, ਜਿਹੜੇ ਨਸ਼ੇ ਪੀਂਦੇ ਸੀ ਇਹਨਾਂ ਦੇ ਮਾਂ-ਪਿਓ ਬਹੁਤ ਦੁਖੀ ਸੀਗੇ ਜੀ, ਮਾਂ-ਪਿਓ ਬਹੁਤ ਦੁਖੀ। ਉਹ ਮਾਂ-ਪਿਓ ਬਹੁਤ ਦੁਖੀ ਇਸ ਕਰਕੇ ਜੇ ਨਸ਼ਾ ਦੇ ਪੈਸੇ ਮੰਗਦੇ ਸੀ ਉਹਨਾਂ ਨੂੰ ਫਿਰ ਕੁੱਟਦੇ ਸੀ, ਮਾਰਦੇ ਸੀ, ਮਾਂ-ਪਿਓ ਨੂੰ ਵੀ ਕੁੱਟਦੇ ਸੀ। ਉਹ ਸਾਡੇ ਕੋਲੇ ਆ ਕੇ ਰੋਂਦੇ ਸੀਗੇ ਵੀ ਸਾਡੇ ਮੁੰਡੇ ਜੀ ਨਸ਼ਾ ਪੀ ਕੇ ਆਉਂਦੇ ਆ, ਸਭ ਤੋਂ ਪੈਸੇ ਮੰਗਦੇ, ਪੈਸੇ ਦਈਏ ਕਿੱਥੋਂ? ਕਹਿੰਦੀ ਜਦੋਂ ਦੇ ਅੰਕਲ ਤੁਸੀਂ ਪੈਸੇ ਅਸਾਂ ਮਦਨ ਦਾ ਨਸ਼ਾ ਮੁੰਡਾ ਛਡਾਇਆ ਅਸੀਂ ਹੁਣ ਬਹੁਤ ਸੌਖੇ ਹਾਂ ਵੀ ਸਾਥੋਂ ਨਸ਼ਾ ਨਹੀਂ ਮੰਗਦੇ ਤੇ ਇਹ ਦਿਹਾੜੀ ਕਰਨ ਲੱਗ ਗਏ ਤੇ ਅਸੀਂ ਹੁਣ ਘਰੇ ਆਰਾਮ ਨਾਲ ਰੋਟੀ ਖਾਂਦੇ ਆਪਦੀ। ਅਸੀਂ ਕਹਿੰਦੇ ਹਰੇਕ ਵੀਰ ਭੈਣ ਨੂੰ ਅਸੀਂ ਇਹੀ ਕਹਿੰਦੇ ਹਾਂ ਬਈ ਨਸ਼ੇ ਦੇ ਵਿੱਚ ਨਾ ਫਸੋ, ਨਸ਼ਾ ਛੱਡ ਕੇ ਆਪਦਾ ਕੰਮ ਕਾਰ ਕਰੋ। ਮੇਰੀ ਤਾਂ ਇਹੀ ਬੇਨਤੀ ਹੈ ਜੀ ਕਿ ਮੌਜੂਦਾ ਸਰਕਾਰ ਆ ਜਾਂ ਕੋਈ ਵੀ ਸਰਕਾਰ ਆਵੇ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੋਈ ਨਾ ਕੋਈ ਰੁਜ਼ਗਾਰ, ਕੋਈ ਨਾ ਕੋਈ ਕੰਮ ਜ਼ਰੂਰ ਮੁਹੱਈਆ ਕਰਾਵੇ ਤਾਂ ਜੋ ਆਪਣੇ ਰੁਜ਼ਗਾਰ ਦੇ ਵਿੱਚ ਬਿਜੀ ਰਹਿਣ, ਕਿ ਉਹਨਾਂ ਨੂੰ ਇਸ ਪਾਸੇ ਧਿਆਨ ਦੇਣ ਲਈ ਫੁਰਸਤ ਨਾ ਮਿਲੇ ਤੇ ਉਹ ਆਪਦਾ ਕੰਮਕਾਰ ਕਰਨ ਤੇ ਆਪਦੀ ਜ਼ਿੰਦਗੀ ਨੂੰ ਸਫਲ ਬਣਾਉਣ। ਤੇ ਇੱਕ ਮੇਰੀ ਇਹ ਵੀ ਬੇਨਤੀ ਆ ਕਿ ਜੋ ਵੀ ਨੌਜਵਾਨ ਇੱਥੋਂ ਬਾਹਰ ਜਾਣਾ ਚਾਹੁੰਦੇ ਆ ਉਹ ਕਿਉਂ ਜਾ ਰਹੇ ਆ? ਜੇ ਉਹਨਾਂ ਨੂੰ ਇੱਥੇ ਰੁਜ਼ਗਾਰ ਨਹੀਂ ਮਿਲਦਾ ਤਾਂ ਉਹ ਤਾਂ ਹੀ ਜਾ ਰਹੇ ਜੇ ਇੱਥੇ ਉਹਨਾਂ ਨੂੰ ਰੁਜ਼ਗਾਰ ਮਿਲੇ ਤਾਂ ਉਹਨਾਂ ਨੂੰ ਕੋਈ ਲੋੜ ਨਹੀਂ ਆਪਣਾ ਦੇਸ਼ ਛੱਡ ਕੇ ਜਾਣ ਦੀ। ਸਾਰੇ ਛੱਡ ਜਾਣ ਨਸ਼ਾ ਜੀ, ਵਧੀਆ ਸੌਖੇ ਹੋ ਜਾਣ, ਲੁੱਟ ਖੋਹ ਤੋਂ ਬਚਤ ਹੋ ਜੇ। ਲੁੱਟਾਂ ਖੋਹਾਂ ਨਸ਼ੇ ਨਾਲ ਹੀ ਲੁੱਟਾਂ ਖੋਹਾਂ ਹੁੰਦੀਆਂ ਜੀ। ਅਸੀਂ ਵੀ ਬਹੁਤ ਹਿੰਮਤ ਕੀਤੀ, ਅੱਧੀ ਰਾਤ ਨੂੰ ਅਸੀਂ ਫੜਦੇ ਰਹੇ 11 ਵਜੇ ਜੀ ਬੰਦਿਆਂ ਨੂੰ ਹੱਦ ਤੇ ਜਾ ਕੇ ਇੱਥੋਂ 3-4 ਕਿਲੋਮੀਟਰ ਦੂਰ ਅੱਧੀ ਰਾਤ ਤੱਕ ਭੱਜੇ ਫਿਰਦੇ ਸੀ। ਅਸੀਂ ਜਿਹੜੀ ਪਿੰਡ ਰਾਊਕੇ ਕਲਾਂ ਦੇ ਵਿੱਚ ਨਸ਼ਾ ਛਡਾਊ ਜਿਹੜੀ ਕਮੇਟੀ ਬਣਾਈ ਆ ਜੀ, ਇਹਦਾ ਜਿਹੜਾ ਸ਼ੁਰੂ ਹੋਇਆ ਸੀਗਾ 16/2/15 ਤੋਂ। ਉਹਦੇ ਵਿੱਚ ਜਦੋਂ ਸਾਨੂੰ ਅਨਾਊਂਸਮੈਂਟ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਅਸੀਂ 40 ਮੈਂਬਰੀ ਕਮੇਟੀ ਬਣਾਈ ਸੀ। ਉਹਨਾਂ 40 ਬੰਦੇ ਤੋਂ ਬਾਅਦ ਜਿਹੜੀ ਆ ਉਹਦੇ ਵਿੱਚ ਸਾਡੇ 13 ਨੌਜਵਾਨ ਸੀਗੇ, 2 ਅਸੀਂ ਬਜ਼ੁਰਗ ਸੀ, ਮੈਂ ਤੇ ਗੁਰਚਰਨ ਸਿੰਘ। ਅਸੀਂ ਸਾਰੇ ਪਿੰਡ ਦੇ ਸਾਨੂੰ ਸਹਿਯੋਗ ਦਿੱਤਾ। ਸਾਰੇ ਪਿੰਡ ਤੋਂ ਸਹਿਯੋਗ ਲੈ ਕੇ ਅਸੀਂ ਜੋ ਵੀ ਜਿੰਨੇ ਵੀ ਬੱਚਿਆਂ ਦਾ ਨਸ਼ਾ ਛਡਾਇਆ ਉਹਨਾਂ ਤਕਰੀਬਨ ਉਹਦੇ ਵਿੱਚੋਂ 2-4 ਨੂੰ ਛੱਡ ਕੇ ਤਕਰੀਬਨ 34 ਨੂੰ ਛਡਾਇਆ ਤਾਂ 30 ਉਹਦੇ ਵਿੱਚੋਂ ਅੱਜ ਵੀ ਆਪਣੇ ਕੰਮ ਧੰਦੇ ਜਾਂਦੇ ਆ ਤੇ ਉਹ ਬੰਦੇ ਨੇ ਦੁਬਾਰਾ ਨਸ਼ਾ ਨਹੀਂ ਲੱਗੇ। ਤੇ ਸਾਡਾ ਪਿੰਡ ਵਾਸੀਆਂ ਨੇ ਵੀ ਬਹੁਤ ਸਹਿਯੋਗ ਦਿੱਤਾ ਤੇ ਬਾਕੀ ਸਾਨੂੰ ਪ੍ਰੇਰਨਾ ਲੈ ਕੇ ਕਈ ਪਿੰਡਾਂ ਦੇ ਵਿੱਚ ਇਹ ਜਿਹੜੀ ਮੁਹਿੰਮ ਚੱਲੀ ਤੇ ਸਾਨੂੰ ਤਾਂ ਇੱਥੋਂ ਤੱਕ ਵੀ ਸ਼ੱਕ ਪੈਂਦਾ ਕਿ ਜਦੋਂ ਅਸੀਂ ਇਹ ਐਕਸ਼ਨ ਲਿਆ, ਜਥੇਦਾਰ ਜੀ ਨੇ ਸਰਕਾਰ ਪੱਧਰ ਤੇ ਵੀ ਇਹ ਮਸਲਾ ਹਟਾਇਆ ਤੇ ਔਰ ਇਹ ਸਾਰੇ ਪੰਜਾਬ 'ਚ ਰੌਲਾ ਪਿਆ। ਜਿਹੜੀ ਸਾਡੀ ਕਮੇਟੀ ਆ ਸਾਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਆ
ਤੇ ਅਸੀਂ ਇਹਦੀਆਂ ਧੰਨਵਾਦ ਵੀ ਕਰਦੇ ਹਾਂ ਜਿਹੜਾ ਮੀਡੀਆ ਅਖਬਾਰਾਂ ਰਾਹੀਂ ਜੋ ਸਾਡੀ ਕਮੇਟੀ ਦਾ ਹੀ ਪ੍ਰਚਾਰ ਹੋਇਆ ਤੇ ਉਹਦੇ ਨਾਲ ਜਿਹੜੇ ਨੌਜਵਾਨ ਸੀਗੇ ਉਹਨਾਂ ਤੇ ਵੀ ਇਸ ਚੀਜ਼ ਦਾ ਅਸਰ ਪਿਆ ਕਿ ਜਿਹੜੀਆਂ ਇਹ ਕਮੇਟੀ ਆ ਜਿਹੜੀ ਇਹ ਚੰਗਾ ਕੰਮ ਕਰਦੀ। ਸਾਡੇ ਪਿੰਡ ਦੇ ਵਿੱਚ ਸਾਡੇ ਜਿਹੜੇ ਵਿਰੋਧੀ ਸੀ ਉਹ ਵੀ ਅਖੀਰ ਨੂੰ ਸਾਡੇ ਨਾਲ ਰਲਦੇ ਦੇਖੇ ਗਏ ਔਰ ਸ਼ਾਂਤ ਹੋ ਗਏ। ਉਹਨਾਂ ਨੂੰ ਇਹ ਭੁਲੇਖਾ ਦੂਰ ਹੋ ਗਿਆ ਵੀ ਕਿ ਗੁਰਚਰਨ ਸਿੰਘ ਸਰਪੰਚੀ ਨਹੀਂ ਭਾਲਦਾ ਤੇ ਇਹ ਤਾਂ ਸਿਰਫ ਸਮਾਜ ਦਾ ਹੀ ਕੰਮ ਕਰਦਾ। ਤੇ ਇੱਥੋਂ ਤੱਕ ਕਿ ਵੀ ਅੱਜ ਅਸੀਂ ਸਾਨੂੰ ਬਹੁਤ ਸੰਤੁਸ਼ਟੀ ਆ ਔਰ ਜਿਹੜੀ ਸਾਡੀ ਕਮੇਟੀ ਆ ਇਹ ਬਹੁਤ ਹੀ ਕਾਮਯਾਬ ਰਹੀ ਆ ਤੇ ਰਹੀ ਹੋਊਗੀ। ਅਸੀਂ ਜਿੰਨਾ ਚਿਰ ਜਿਉਂਦੇ ਆ ਸਾਡੇ ਕਮੇਟੀ ਮੈਂਬਰ ਤੇ ਅਸੀਂ ਰਲ ਕੇ ਅਸੀਂ ਜਿਹੜਾ ਨਸ਼ੇ ਦੇ ਖਿਲਾਫ ਆ ਸਾਰੀ ਜ਼ਿੰਦਗੀ ਸੰਘਰਸ਼ ਕਰਦੇ ਰਵਾਂਗੇ। ਸਾਡੀ ਤਾਂ ਬੇਨਤੀ ਹੈ ਜੀ, ਜਿਹੜੇ ਹਿਸਾਬ ਨਾਲ ਅਸੀਂ ਰੌਗਸ਼ਾ ਛਡਾਉਣ ਵਾਸਤੇ ਕਮੇਟੀ ਬਣਾਈ ਸੀ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰ ਖਾ ਕੇ, ਅਸੀਂ ਸਾਰੇ ਪਿੰਡਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਬੇਡਰ ਹੋ ਕੇ, ਡਰਨਾ ਨਹੀਂ ਇਹਨਾਂ ਤੋਂ, ਇਹਨਾਂ ਦੇ ਵਿੱਚ ਕੁਝ ਨਹੀਂ ਹੈ। ਸਾਰੇ ਪਿੰਡਾਂ ਦੇ ਵਿੱਚ ਅਗਰ ਜੇ ਕਮੇਟੀਆਂ ਸਾਡੇ ਵਾਂਗੂ ਬਣਾਉਣ ਲੋਕ ਤੇ ਨਸ਼ੇ ਦਾ ਕੋਈ ਇਹ ਨਹੀਂ ਹੈ ਵੀ ਨਸ਼ਾ ਪਿੰਡ ਦੇ ਵਿੱਚ ਆ ਜੇ ਜਾਂ ਕੋਈ ਵਰਤ ਲੈਣ ਲੋਕ। ਬੇਡਰ ਹੋ ਕੇ ਕੰਮ ਕਰਨਾ ਚਾਹੀਦਾ ਹਰੇਕ ਇਨਸਾਨ ਨੂੰ ਆਪਣੇ ਤੌਰ ਤੇ। ਕੋਈ ਨਿਧੜਕ ਹੋਊਗਾ ਜਿੰਨਾ ਚਿਰ ਆਪਾਂ ਕੰਮ ਨਹੀਂ ਕਰਦੇ। ਗੁਰੂ 10ਵੇਂ ਪਾਤਸ਼ਾਹ ਨੇ ਕਿਹਾ ਨਿਸ਼ਚੇ ਕਰ ਆਪਣੀ ਜੀਤ ਕਰੋ। ਜਿੰਨਾ ਚਿਰ ਆਪਾਂ ਨਿਸ਼ਚੇ ਨਹੀਂ ਕਰਦੇ ਕਿ ਅਸੀਂ ਇਸ ਕੰਮ ਵਿੱਚ ਕਾਮਯਾਬ ਹੋਵਾਂਗੇ, ਜੇ ਆਪਣੇ ਮਨ ਦੇ ਵਿੱਚ ਸ਼ੱਕ ਹੈ, ਕੋਈ ਸ਼ੱਕ ਰੱਖਣੀ ਨਹੀਂ। ਨਪੋਲੀਅਨ ਬੋਨਾਪਾਰਟ ਜਦੋਂ ਜੰਗ ਲੜਦਾ ਸੀ ਨਾ, ਜਦੋਂ ਉਹਦੀ ਫੌਜ ਅੱਗੇ ਵੱਧ ਜਾਂਦੀ ਸੀ ਤਾਂ ਪੁਲਟਾ ਹੁੰਦਾ ਸੀ, ਕਿਉਂਕਿ ਜਿਹੜਾ ਪਿੱਛੇ ਮੁੜਨ ਦਾ ਰਾਹ ਹੈ ਉਹ ਹਮੇਸ਼ਾ ਬੰਦ ਕਰਕੇ ਹੀ ਅੱਗੇ ਵਧਿਆ ਜਾ ਸਕਦਾ। ਮੈਂ ਇਹੀ ਕਹਿਣਾ ਵੀ ਜਿੰਨੇ ਵੀ ਪਿੰਡ ਦਾ ਜੇ ਕੋਈ ਵੀ ਸਮਾਜ ਦੇ ਵਿੱਚ ਇਹ ਜਿਹੀ ਕੋਈ ਕਮੇਟੀ ਕੋਈ ਪਿੰਡ ਬਣਾਉਂਦਾ ਔਰ ਜੇ ਉਹ ਇਹ ਚਾਹੁੰਦਾ ਕਿ ਸਾਥੋਂ ਕੋਈ ਕਿਸੇ ਕਿਸਮ ਦਾ ਸਹਿਯੋਗ ਚਾਹੀਦਾ ਉਹਨਾਂ ਨੂੰ, ਤਾਂ ਅਸੀਂ ਹਰ ਕਿਸਮ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਜਿੱਥੇ ਵੀ ਕੋਈ ਇਹੀ ਕਮੇਟੀ ਬਣੂਗੀ ਅਸੀਂ ਉੱਥੇ ਜਾ ਕੇ ਭਾਸ਼ਣ ਦੇਣ ਲਈ ਤਿਆਰ ਹਾਂ। ਹੋਰ ਕਿਸੇ ਕਿਸਮ ਦਾ ਜਿਹੜਾ ਸਹਿਯੋਗ ਹੋਊਗਾ ਅਸੀਂ ਉਹ ਵੀ ਦੇਣ ਨੂੰ ਤਿਆਰ ਹਾਂ। ਜੇ ਕਿਸੇ ਕਿਸਮ ਦੀ ਫੰਡ ਦੀ ਲੋੜ ਹੋਊਗੀ ਉਹ ਵੀ ਅਸੀਂ ਕਮੇਟੀ ਦੇ ਵੱਲੋਂ ਉਹਨਾਂ ਨੂੰ ਦੇਣ ਲਈ ਤਿਆਰ ਹਾਂ। ਗੰਜੀ ਗੁਲਾਬ ਸਿੰਘ ਦਾ ਵਾਲੇ ਸਾਡੇ ਪਿੰਡ ਵਿੱਚ ਦੀ ਲੰਘੇ ਜਾਂਦੇ ਸੀਗੇ ਜੀ। ਇੱਕ ਦਿਨ ਨਸ਼ਾ ਲੈਣ ਜਾਂਦੇ ਸੀਗੇ ਜੀ, ਉਹ ਸਾਡਾ ਨਾਕਾ ਲਾਇਆ ਬਾਈ ਹੱਦ ਤੇ। ਉੱਥੇ ਜਦੋਂ ਅਸੀਂ ਉਹਨਾਂ ਨੂੰ ਰੋਕਿਆ, ਅਸੀਂ ਆਖਿਆ ਮਾੜਾ ਚੈੱਕ ਕਰਾ ਕੇ ਜਾਓ। ਉਹਨਾਂ ਨੇ ਖੜਿਆ ਇਹਨਾਂ ਮੋਟਰਸਾਈਕਲ ਭਜਾਤੇ। ਅਸੀਂ ਮੋਟਰਸਾਈਕਲ ਆਪਦੇ 5-6 ਸਾਡੇ ਕੋਲੇ ਸੀ ਮਗਰ ਲਾ ਤੇ ਗਾਂਹ ਜਾ ਕੇ ਫੜ ਲਏ 2-3 ਕਿਲੋਮੀਟਰ ਤੇ ਫੜੇ। ਜਦੋਂ ਤਲਾਸ਼ੀ ਲਈ ਤੇ ਲੱਤਾਂ ਨਾਲ ਪੈਸੇ ਬੰਨਿਆ ਸੀ। ਪੈਸਾ ਤੁਹਾਡਾ ਕੋਈ ਨਹੀਂ ਫੜਨਾ, ਪੈਸੇ ਉੱਥੋਂ ਨੂੰ ਵਾਪਸ ਦੇ ਦੇਣੇ ਆ, ਪਰ ਤੁਸੀਂ ਸਾਨੂੰ ਦੱਸੋ ਵੀ ਜਾਣੇ ਕਿੱਥੇ ਆ। ਮੁੜ ਕੇ ਉਹ ਇੱਕ ਪਾਸੇ ਉਹ ਨਿਕਲਿਆ, ਇੱਕ ਭੱਜ ਗਿਆ ਪਾਸੇ ਉਹ ਫੜਿਆ। ਜਦੋਂ ਨਾਲੇ ਕਹਿੰਦਾ ਹੋਵੇ ਵੀ ਅਸੀਂ ਤੁਹਾਨੂੰ ਕਿਹਾ ਸੀ ਰੌਕਿਆ ਬਾਈ ਦੀ ਭੈਣ ਚੋਦਾ ਨਾ ਜਾਈਏ, ਤੇ ਵੀ ਦੂਜਾ ਗਲਤ ਪਾਸੇ ਆ ਗਿਆ ਤੂੰ। ਤੇ ਕਹਿੰਦਾ ਆਪਣਾ ਨਿੱਤ ਖਬਰਾਂ ਸੁਣਦੇ ਆ ਅਖਬਾਰ 'ਚ ਵੀ ਰੌਕਿਆਂ 'ਚ ਕਮੇਟੀ ਬਣੀ ਆ ਫੜ ਲੂਗੀ। ਸਾਡੇ ਪਿੰਡ ਕਰਦੇ ਆਉਂਦੇ, ਸਾਡੇ ਪਿੰਡ ਦੇ ਆਉਂਦੇ ਆਉਣੇ ਹੀ ਹਟ ਗਏ ਸੀਗੇ ਜੀ। ਸਾਡੇ ਪਿੰਡ ਕੋਈ ਵੜਦਾ ਨਹੀਂ ਸੀ। ਹੁਣ ਵੀ ਨਹੀਂ ਵੜਦਾ ਜੀ, ਕੋਈ ਹੁਣ ਵੀ ਨਹੀਂ ਵੜਦਾ। ਇੱਕ ਜੈਤੋ ਦਾ ਸੀਗਾ ਜੀ, ਆਣ ਕੇ ਸਾਡੇ ਪਿੰਡ ਸਵਾਰੀ ਲੈ ਕੇ ਆਇਆ, ਟੈਕਸੀ ਡਰਾਈਵਰ ਸੀ। ਸਾਡੇ ਪਿੰਡ ਹੀ ਪੀ ਜਾਵੇ, ਉਹਨੂੰ ਪਤਾ ਨਹੀਂ ਸੀ ਵੀ ਇੱਥੇ ਕਮੇਟੀ ਬਣੀ ਹੈ। ਸਾਡੇ ਪਿੰਡ ਹੀ ਬੈਠਾ ਕਾਰ 'ਚ ਪੀ ਜਾਵੇ, ਫੜ ਲਿਆ, ਫੜ ਕੇ ਥਾਣੇ ਫੜਾਤਾ। ਪੁਲਿਸ ਵਾਲੇ ਨੇ ਆਪਦੀ ਕਾਰਵਾਈ ਕੀਤੀ, ਪਤਾ ਨਹੀਂ ਛੱਡਤਾ ਪਤਾ ਨਹੀਂ। ਫਿਰ ਅਸੀਂ ਸ਼ਿਕਾਇਤ ਉਹ ਕਹਿ ਕੇ ਗਿਆ ਵੀ ਜੇ ਬਾਹਰਲਾ ਬੰਦਾ ਇਹ ਚੱਲ ਤੁਸੀਂ ਤੋਂ ਆਪਾਂ ਕੀ ਲੈਣਾ, ਇਹਨੂੰ ਕੀਰਾ ਮਾੜੇ ਦਰਸ਼ਨ ਦੇ ਦਿਓ ਮਾੜੀ ਜੀ ਇੱਥੇ ਤੁਸੀਂ, ਤੇ ਬਾਹਰਲਾ ਬੰਦਾ ਦੇ ਜਵਾਗ ਰੋਲ ਪਿੰਡ ਪੱਧਰ ਦੇ ਉੱਪਰ ਅਸੀਂ ਜਦੋਂ ਤਲਾਸ਼ੀ ਲੈਂਦੇ ਸੀ ਜੀ, ਕੋਈ ਮੁਲਾਜ਼ਮ ਦੀ ਗੱਡੀ ਹੈ ਜਾਂ ਕੋਈ ਐਸਐਸਪੀ ਹੈ ਜਾਂ ਕਿਸੇ ਦੀ ਵੀ ਗੱਡੀ ਹੈ, ਉੱਪਰ ਬੱਤੀ ਲੱਗੀ ਆ, ਉਹ ਵੀ ਰੋਕ ਕੇ ਉਹਦੀ ਵੀ ਤਲਾਸ਼ੀ ਲੈਂਦੇ ਸੀ। ਉਹ ਵੀ ਨਹੀਂ ਸੀ ਅਸੀਂ ਬਖਸ਼ਦੇ ਵੀ ਕੋਈ ਗੱਲ। ਸੁੱਚਾ ਸਿੰਘ ਲਗਾ ਆ ਗਿਆ ਜੀ ਸਾਡੇ ਇੱਥੇ ਰਾਤ ਨੂੰ, ਉਹਦੀ ਰਿਸ਼ਤੇਦਾਰੀ ਇੱਥੇ 11-11:30 ਦਾ ਟਾਈਮ ਸੀ। ਅਸੀਂ ਉਹਨੂੰ ਵੀ ਘੇਰ ਲਿਆ, ਮੂਹਰੇ ਪੁਲਿਸ ਦੀ ਗੱਡੀ ਸੀ। ਉਹਨਾਂ ਨੇ ਉੱਤਰ ਕੇ ਸਾਨੂੰ ਥਾਪੀ ਦਿੱਤੀ, ਕਹਿੰਦਾ ਤੁਹਾਡਾ ਫਰਜ਼ ਬਣਦਾ ਇਹ ਕੰਮ ਦਾ। ਤੇ ਕਦੀ ਤੁਹਾਨੂੰ ਇਹ ਜਿਹਾ ਨਸ਼ਾ ਮਿਲਿਆ ਵੀ ਜੀ, ਬਰਾਮਦ ਵੀ ਹੋਇਆ? ਹਾਂਜੀ ਹਾਂਜੀ। ਮਿਲੇ ਤੋਂ ਬਗੈਰ ਅਸੀਂ ਕਿਸੇ ਬੰਦੇ ਨੂੰ ਫੜਾਇਆ ਨਹੀਂ ਗਈ ਇੱਕ ਵੀ ਵੀ ਆਪਾਂ ਆਹ ਨਸ਼ਾ ਮਿਲਿਆ ਨਹੀਂ ਤੇ ਆਪਾਂ ਨਜਾਇਜ਼ ਹੀ ਫੜਾਤਾ, ਕੋਈ ਦੁਸ਼ਮਣੀ ਕੱਢ ਲਈ, ਜਮਾ ਹੀ ਨਹੀਂ ਇਸ ਕੰਮ ਦੀ। ਇੱਥੇ ਸਾਡੇ ਪਿੰਡ ਦਾ ਸੀਗਾ ਜੀ ਬੰਦਾ, ਉਹ ਇੰਨਾ ਨਸ਼ਾ ਵੇਚਦਾ ਸੀ ਨਾ, ਚਿੱਟਾ। ਉਹ ਆਪ ਜੇ ਨਾ ਹੋਵੇ ਤਾਂ ਉਹਦੇ ਘਰ ਵਾਲੀ ਨਾ ਵਿੱਚ ਦੀ ਤਖਤਿਆਂ ਦੇ ਫੜਾਈ ਜਾਂਦੀ ਸੀ। ਵਿੱਚ ਦੀ ਪੈਸੇ ਫੜ ਲੈਣੇ ਤੇ ਵਿੱਚ ਦੀ ਉਹਨੇ ਉਹ ਪੁੜੀ ਫੜਾ ਦੇਣੀ। ਉਹ ਬੰਦਾ ਭੱਜਿਆ ਰਿਹਾ, 3-4 ਮਹੀਨੇ ਭੱਜਿਆ ਰਿਹਾ। 4-5 ਮਹੀਨਿਆਂ ਬਾਅਦ ਉਹਨੇ ਸੰਪਰਕ ਕਰਕੇ ਪ੍ਰਧਾਨ ਜੀ ਕੋਲੇ ਆ ਕੇ ਘਰੇ ਕਹਿੰਦੇ ਪ੍ਰਧਾਨ ਜੀ ਮੈਥੋਂ ਕੋਈ ਗਲਤੀ, ਮੈਨੂੰ ਮਾਫ ਕਰ ਦਿਓ ਵੀ ਇਦੋਂ ਮੁੜ ਕੇ ਮੈਂ ਜ਼ਿੰਦਗੀ ਜੇ ਨਸ਼ਾ ਵੇਚਾਂ ਜਾਂ ਮੈਂ ਨਸ਼ੇ ਵੇਚਣ ਵਾਲੇ ਦੇ ਨੇੜੇ ਵੀ ਜਾਵਾਂ ਤਾਂ ਭਾਵੇਂ ਮੇਰੀ ਧੌਣ ਵੜ ਦਿਓ। ਇੱਥੋਂ ਉਹਨੇ ਜਾ ਕੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਵਿੱਚ ਉਹਨੇ ਜਾ ਕੇ ਸਹੁੰ ਖਾਧੀ ਨਸ਼ਾ ਨਾ ਵੇਚਣ ਦੀ, ਤੇ ਕਦੇ ਵੀ ਨਾ ਖਾਊਂਗਾ ਨਾ ਵੇਚੂੰਗਾ। ਉਹ ਜਦੋਂ ਪੁਲਿਸ ਵਾਲੇ ਨੂੰ ਭਿਣਕ ਲੱਗ ਗਈ ਉਹਦੀ, ਕਿਉਂਕਿ ਉਹਦੇ ਮਗਰ ਪੁਲਿਸ ਲੱਗੀ ਵੀ ਸੀਗੀ। ਇੱਥੇ ਜਿਹੜਾ ਆਪਣਾ ਉਹ ਨਾਰਕੋਟਿਕ ਵਾਲੇ ਸੀ ਨਾ, ਨਾਰਕੋਟਿਕ ਜਿਹੜਾ ਜ਼ਿਲ੍ਹੇ ਦਾ ਮੋਗਾ ਮੁੱਖ ਅਫਸਰ ਸੀਗਾ ਨਾ ਦੀਪ ਸਿੰਘ, ਉਹ ਪੁਲਿਸ ਫੋਰਸ ਲੈ ਕੇ ਆ ਗਿਆ ਪ੍ਰਧਾਨ ਜੀ ਦੇ ਘਰੇ। ਉਹਨੂੰ ਪਤਾ ਲੱਗ ਗਿਆ ਵੀ ਉੱਥੇ ਬੈਠਾ ਹੈ। ਅਸੀਂ ਉਹਨਾਂ ਨੂੰ ਨਹੀਂ ਦਿੱਤਾ, ਉਹਨਾਂ ਨੂੰ ਕਿਹਾ ਵੀ ਇਹਨੇ ਇੱਕ ਵਾਰੀ ਕਸਮ ਖਾਧੀ ਆ ਵੀ ਮੈਂ ਨਾ ਨਸ਼ਾ ਵੇਚੂੰਗਾ ਨਾ ਮੈਂ ਖਾਊਂਗਾ। ਅਸੀਂ ਉਹਨੂੰ ਨਸ਼ਾ ਛਡਾਇਆ ਵੀ ਬਾਅਦ ਦੇ ਵਿੱਚ ਜਦੋਂ ਉਹ ਸਾਡੇ ਕੋਲੇ ਆ ਗਿਆ ਉਹਨੂੰ ਅਸੀਂ ਬਠਿੰਡੇ ਵੀ ਦਾਖਲ ਕਰਾਇਆ। ਉਹ ਆਪ ਵੀ ਨਸ਼ਾ ਕਰਦਾ ਸੀ? ਆਪ ਵੀ ਨਸ਼ਾ ਕਰਦਾ ਸੀ। ਉਹਦੇ ਸਾਰੇ ਉਂਗਲਾਂ ਕਾਲੀਆਂ ਸੀਗੀਆਂ। ਔਰ ਉਦੋਂ ਬਾਅਦ ਉਹਨੇ ਪਿੰਡ ਦੇ ਅਸੀਂ ਉਹਨੂੰ ਛਡਾਤਾ।
ਪੁਲਿਸ ਵਾਲੇ ਸਾਡੇ ਨਾਲ ਇਸ ਗੱਲ ਤੋਂ ਨਾਰਾਜ਼ ਵੀ ਹੋ ਗਏ ਵੀ ਤੁਸੀਂ ਐਡਾ ਵੱਡਾ ਬਲੈਕੀ ਸਾਡੇ ਹੱਥ ਆਇਆ ਸੀ ਉਹ ਛੱਡਤਾ। ਅਸੀਂ ਕਿਹਾ ਵੀ ਕੋਈ ਇਸ ਤਰ੍ਹਾਂ ਦੀ ਸਾਡੇ ਕੋਈ ਨਾਲ ਦੁਸ਼ਮਣੀ ਨਹੀਂ ਗੀ। ਜੇ ਬੰਦਾ ਤੋਬਾ ਕਰਦਾ ਹੈ, ਜਿਵੇਂ ਕਹਿੰਦੇ ਸਿਆਸੀ ਸੁਣਿਆ ਵੀ ਕਈ ਬੰਦੇ ਡਾਕੂ ਸੀ, ਬੋਲਣ ਦੇ ਵੀ ਡਾਕੂ ਸੀ, ਬਾਅਦ ਚ ਮੈਂਬਰ ਪਾਰਲੀਮੈਂਟ ਬਣੀ, ਅੱਜ ਸਾਡੇ ਕੋਲੇ ਆ ਕੇ ਸਹੁੰ ਖਾਂਦਾ, ਗੁਰਦੁਆਰਾ ਸਾਹਿਬ ਜਾਏ ਸਹੁੰ ਖਾਂਦਾ, ਤੇ ਇਹ ਕੱਲ ਨੂੰ ਚੰਗਾ ਇਨਸਾਨ ਵੀ ਬਣ ਇਹਨੂੰ ਸਕਦਾ। ਮਾਫ ਕਿਉਂ ਕੀਤਾ ਜੀ ਕਿ ਜੇ ਇਹਨੂੰ ਨਾ ਅੱਜ ਅਸੀਂ ਮਾਫ ਨਾ ਕੀਤਾ, ਇੱਥੇ ਲੋਕ ਚਰਚਾ ਕਰਨਗੇ ਵੀ ਹਿੰਦੂ ਤਬਕੇ ਨੂੰ ਤੇ ਇਹਨੇ ਫੜਾਤਾ, ਹਾਂਜੀ। ਤੇ ਜਿਹੜੇ ਆਪਦੇ ਇਹਨਾਂ ਨੂੰ ਛੱਡ ਦਿੰਦੇ ਆ। ਨਹੀਂ ਛੱਡਿਆ ਸੀ ਕਿਸੇ ਨੂੰ ਵੀ ਨਹੀਂਗਾ, ਨਾ ਅਸੀਂ ਆਪਦੇ ਨੂੰ ਨਹੀਂ ਛੱਡਿਆ, ਆਪਦੇ ਨੂੰ ਵੀ ਨਹੀਂ ਛੱਡਿਆ, ਆਪਾਂ ਆਪਦੇ ਨੂੰ ਇੱਕ ਮੌਕਾ ਅਸੀਂ ਹਰ ਇੱਕ ਬੰਦੇ ਨੂੰ ਦਿੱਤਾ। ਜਿਹੜਾ ਗੁਰਦੁਆਰੇ ਆ ਕੇ ਸਹੁੰ ਖਾ ਰਹੀ, ਭਾਵੇਂ ਉਹ ਹਿੰਦੂ ਹੋਵੇ ਚਾਹੇ ਮਰਜ਼ੀ ਸਿੱਖ ਹੋਵੇ, ਜਿੰਦਾ ਹੋਵੇ, ਉਹਨੂੰ ਮਾਫ ਹੈ। ਇੱਕ ਵਾਰੀ ਮਾਫ ਹੈ, ਉਹਨੂੰ ਕਰ ਦੇਣਾ। ਅਸੀਂ ਪੁਲਿਸ ਵਾਲਿਆਂ ਨੂੰ ਵੀ ਇਹੀ ਕਿਹਾ ਸੀ, ਜਿਹੜਾ ਇੰਸਪੈਕਟਰ ਸੀਗਾ ਦੀਪਕ, ਉਹਨੂੰ ਕਿਹਾ ਵੀ ਜੇ ਇਹ ਦੁਬਾਰਾ ਕੰਮ ਇਹ ਕਰੂਗਾ ਤਾਂ ਅਸੀਂ ਤੈਨੂੰ ਫੜ ਕੇ ਫੜਾਵਾਂਗੇ, ਜਾਂ ਤੁਸੀਂ ਜਿੱਥੇ ਮਰਜ਼ੀ ਫੜ ਲਿਓ। ਸੋ ਅਸੀਂ ਇਹ ਕੰਮ ਕਰਾਂਗੇ। ਜੇ ਸਾਡੇ ਕੋਲੇ ਆਇਆ ਇੱਥੇ ਨਹੀਂ ਅਸੀਂ ਫੜ ਦੇਣਾ, ਜਿੱਥੇ ਬਾਹਰ ਜਾਊਗਾ ਜਿੱਥੇ ਮਰਜ਼ੀ ਫੜ ਲਿਓ। ਜੇ ਨਸ਼ਾ ਵੇਚੂਗਾ ਜਾਂ ਕੋਈ ਇਹੋ ਜਿਹਾ ਮਾੜਾ ਕਰਮ ਕਰੂਗਾ, ਤੇ ਅੱਜ ਉਹ ਹਜੇ ਤੱਕ ਉਹਦੀ ਜਿਹੜੀ ਸਾਡੇ ਕੋਲੇ ਜਿਹੜੀ ਸਹੀ ਰਿਪੋਰਟ ਆਈ ਆ, ਇਸ ਤੋਂ ਬਾਅਦ ਉਹ ਆਪਦਾ ਗੱਡੀ ਗੁੱਡੀ ਲੈ ਕੇ ਬਾਹਰ ਡਰਾਈਵਰ ਦਾ ਕੰਮ ਕਰਦਾ। ਹਾਂਜੀ। ਇੱਕ ਉਹਨਾਂ ਨੇ ਬਹੁਤ ਵਧੀਆ ਇੱਕ ਉਦਾਹਰਣ ਦਿੱਤਾ ਇੱਕ ਇਹੋ ਜਿਹੇ ਮੁੰਡੇ ਦਾ ਜਿਹੜਾ ਪਹਿਲਾਂ ਸਪਲਾਈ ਕਰਦਾ ਸੀ ਤੇ ਉਹਦੀ ਘਰ ਵਾਲੀ ਵੀ ਉਸ ਸ਼ਿਰਕਤ ਕਰਦੀ ਸੀ, ਤੇ ਮੁੜ ਕੇ ਪਿੰਡ ਵਾਲਿਆਂ ਨੇ ਉਹਦਾ ਨਸ਼ਾ ਛਡਵਾਇਆ ਤੇ ਉਹ ਮੁੰਡੇ ਨੇ 5000 ਰੁਪਏ ਆਪ ਵੀ ਡੋਨੇਸ਼ਨ ਦਿੱਤੀ ਹੋਰਾਂ ਦੇ ਨਸ਼ਾ ਛੱਡਣ ਵਾਸਤੇ। ਇਹੋ ਜਿਹੇ ਉਦਾਹਰਣ ਮੈਨੂੰ ਲੱਗਦਾ ਪੰਜਾਬ 'ਚ ਘਰ ਘਰ ਫੈਲਣੇ ਚਾਹੀਦੇ ਆ। ਮੈਂ ਜਿਹੜੀ ਇਹ ਅੱਜ ਇੱਥੇ ਦੀ ਮੈਂ ਜਿੰਨੀ ਵੀ ਕਵਰੇਜ ਕੀਤੀ ਹੈ, ਮੈਂ ਬਹੁਤ ਛੇਤੀ ਦੀ ਛੋਟੀ ਜੀ ਇੱਕ ਡਾਕੂਮੈਂਟਰੀ ਬਣਾ ਕੇ ਮੈਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗਾ, ਤਾਂ ਮੈਨੂੰ ਉਮੀਦ ਹੈ ਵੀ ਇਹ ਘਰ ਘਰ ਪਹੁੰਚੇਗੀ, ਪਿੰਡ ਪਿੰਡ ਪਹੁੰਚੇਗੀ, ਤੇ ਪਿੰਡ ਪਿੰਡ 'ਚ ਇਹ ਪ੍ਰੇਰਨਾ ਪਹੁੰਚੇਗੀ ਵੀ ਕਿਵੇਂ ਅਸੀਂ ਆਪਣੇ ਸਮਾਜ ਦੇ ਮਸਲਿਆਂ ਨੂੰ ਆਪਣੇ ਹੱਥ 'ਚ ਲੈ ਕੇ ਐਡਮਿਨਿਸਟ੍ਰੇਸ਼ਨ ਦੀ ਮਦਦ ਦੇ ਨਾਲ, ਪੁਲਿਸ ਦੀ ਮਦਦ ਦੇ ਨਾਲ ਆਪਾਂ ਇੱਕ ਬਹੁਤ ਵੱਡੀ ਕੋਸ਼ਿਸ਼ ਕਰ ਸਕਦੇ ਹਾਂ, ਦਾ ਫੈਲਾਅ ਵਧਾ ਸਕਦੇ ਹਾਂ, ਤੇ ਪੰਜਾਬ ਦੀ ਨੌਜਵਾਨੀ ਨੂੰ ਅਸੀਂ ਸੇਧ ਦੇ ਸਕਦੇ ਹਾਂ। ਜੈ ਹਿੰਦ, ਜੈ ਪੰਜਾਬ।